So, an assumption is something which is taken for granted. Assumption ਕੀ ਹੁੰਦਾ ਹੈ? Assumption ਕੀ ਹੁੰਦਾ ਹੈ? ਜੋ ਕਿ ਆਪਾਂ granted ਲੈਂਦੇ ਆ, ਮਤਲਬ ਜੋ assume ਕਰਦੇ ਕਿ ਹਾਂ ਕਿ ਇਦਾਂ ਹੀ ਹੈ. When somebody says something, he or she does not put every aspect of his or her idea into words. ਜਦੋਂ ਕੋਈ ਕੁਝ ਕਹਿੰਦਾ ਹੈ ਉਹ ਆਪਣੇ ਆਈਡੀਆ ਨੂੰ ਵਰਡਸ ਦੇ ਵਿੱਚ ਆਪਣੇ ਆਈਡੀਆ ਦੇ ਹਰ ਇੱਕ ਆਸਪੈਕਟ ਨੂੰ ਵਰਡਸ 'ਚ ਐਕਸਪਲੇਨ ਨਹੀਂ ਕਰ ਪਾਉਂਦਾ. ਦੇਰ ਇਜ਼ ਲੋਟ ਵਿਚ ਇਜ਼ ਲੈਫਟ ਅਨਸੈਡ. ਕਾਫੀ ਕੁਛ ਹੁੰਦਾ ਹੈ ਜਿਹੜਾ ਕਿਹਾ ਨਹੀਂ ਹੁੰਦਾ. ਦੈਟ ਵਿਚ ਇਜ਼ ਲੈਫਟ ਅਨਸੈਡ ਮੇ ਬੀ ਟੇਕਨ ਐਜ਼ ਐਨ ਅਜ਼ੰਪਸ਼ਨ. ਉਹ ਜਿਹੜਾ ਨਹੀਂ ਕਿਹਾ ਹੁੰਦਾ ਉਹਨੂੰ ਅਜ਼ੰਪਸ਼ਨ ਆਪਾਂ ਲੈ ਸਕਦੇ ਹਾਂ. ਸੋ ਅਜ਼ੰਪਸ਼ਨ ਕੀ ਹੁੰਦਾ ਹੈ? ਅਜ਼ਿਊਮ ਕਰਨਾ ਕੁਛ ਆਪਾਂ ਗ੍ਰਾਂਟਡ ਲੈ ਲੈਂਦੇ ਕਿ ਹਾਂ ਕਿ ਇਦਾਂ ਹੈ. ਜਿਵੇਂ ਕਿ ਸਟੇਟਮੈਂਟ, ਅਕੋਰਡਿੰਗ ਟੂ ਮੀ ਯੂ ਸ਼ੁੱਡ ਗੈਟ ਯੂਰ ਚਾਈਲਡ ਐਗਜ਼ਾਮਿਨਡ ਬਾਏ ਅ ਸਪੈਸ਼ਲਿਸਟ ਡਾਕਟਰ. ਮੇਰੇ ਹਿਸਾਬ ਨਾਲ ਤੈਨੂੰ ਆਪਣੇ ਬੱਚੇ ਨੂੰ ਇੱਕ ਸਪੈਸ਼ਲਿਸਟ ਡਾਕਟਰ ਨੂੰ ਦਿਖਾਉਣਾ ਚਾਹੀਦਾ. ਅਜ਼ੰਪਸ਼ਨ ਕੀ ਹੈ? ਸਪੈਸ਼ਲਿਸਟ ਡਾਕਟਰਸ ਡਾਇਗਨੋਸ ਬੈਟਰ ਦੈਨ ਆਰਡੀਨਰੀ ਡਾਕਟਰਸ. ਜਿਹੜੇ ਸਪੈਸ਼ਲਿਸਟ ਡਾਕਟਰਸ ਹੈ ਉਹ ਆਰਡੀਨਰੀ ਡਾਕਟਰਸ ਨਾਲੋਂ ਬੈਟਰ ਡਾਇਗਨੋਸ ਕਰਦੇ ਆ. ਕੀ ਇਹ ਅਜ਼ੰਪਸ਼ਨ ਵੈਲਿਡ ਹੈ ਕਿ ਇਨਵੈਲਿਡ ਹੈ? ਇਸ ਸਟੇਟਮੈਂਟ ਦੇ ਬੇਸ ਤੇ ਕੀ ਸਾਨੂੰ ਇਹ ਸਮਝ ਆਉਂਦਾ? ਜਦੋਂ ਇਹ ਕਿਹਾ ਹੋਵੇ ਮੇਰੇ ਹਿਸਾਬ ਨਾਲ ਤੈਨੂੰ ਆਪਣੇ ਬੱਚੇ ਨੂੰ ਸਪੈਸ਼ਲਿਸਟ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ, ਸੋ ਜਦੋਂ ਕੋਈ ਪਰਸਨ ਇੱਦਾਂ ਕਹੇਗਾ ਕਿ ਤੈਨੂੰ ਸਪੈਸ਼ਲਿਸਟ ਡਾਕਟਰ ਨੂੰ ਦਿਖਾਉਣਾ ਚਾਹੀਦਾ, ਉਹ ਕੀ ਸੋਚਦਾ ਹੈ ਕਿ ਸਪੈਸ਼ਲਿਸਟ ਡਾਕਟਰ ਜ਼ਿਆਦਾ ਵਧੀਆ ਟਰੀਟ ਕਰ ਪਾਏਗਾ? ਨਹੀਂ ਸਮਝ ਆ ਰਿਹਾ. ਤਾਂ ਜਦੋਂ ਉਹਨੇ ਡਿਫਾਈਨ ਕੀਤਾ ਸਪੈਸੀਫਿਕਲੀ ਕਿ ਸਪੈਸ਼ਲਿਸਟ ਡਾਕਟਰ ਨੂੰ ਬੱਚੇ ਨੂੰ ਦਿਖਾਉਣਾ ਚਾਹੀਦਾ ਹੈ, ਸੋ ਫਿਰ ਉਹ ਆਰਡੀਨਰੀ ਡਾਕਟਰ ਨਹੀਂ ਨਾ ਕਹਿ ਰਿਹਾ. ਸਮਝ ਆਉਂਦਾ ਨਾ ਆਟੋਮੈਟਿਕਲੀ. ਯੈਸ ਔਰ ਨੋ? ਸੋ ਸਪੈਸ਼ਲਿਸਟ ਡਾਕਟਰ ਡਾਇਗਨੋਸ ਬੈਟਰ ਦੈਨ ਆਰਡੀਨਰੀ ਡਾਕਟਰ. ਉਹਦੇ ਹਿਸਾਬ ਨਾਲ ਫਿਰ ਸਪੈਸ਼ਲਿਸਟ ਡਾਕਟਰ ਵਧੀਆ ਢੰਗ ਨਾਲ ਹੀ ਬਿਮਾਰੀ ਦਾ ਪਤਾ ਲਗਾ ਸਕਦੇ ਆ, ਟਰੀਟ ਕਰ ਸਕਦੇ ਆ. ਯੈਸ ਔਰ ਨੋ? ਸੋ ਬਿਲਕੁਲ ਇਹ ਅਜ਼ੰਪਸ਼ਨ ਕੀ ਹੈ? ਕਰੈਕਟ ਹੈ. ਸੋ ਹਾਲਾਂਕਿ ਉਹਨੇ ਕਿਹਾ ਨਹੀਂ ਹੈ ਇੱਦਾਂ ਸਪੈਸੀਫਿਕਲੀ ਕਿ ਨਹੀਂ ਆਰਡੀਨਰੀ ਡਾਕਟਰ ਕੋ ਨਹੀਂ ਜਾਣਾ ਜਾਂ ਫਿਰ ਸਪੈਸ਼ਲਿਸਟ ਡਾਕਟਰ ਉਹ ਵਧੀਆ ਢੰਗ ਨਾਲ ਟਰੀਟ ਜਾਂ ਡਾਇਗਨੋਸ ਕਰ ਸਕਦੇ ਆ ਆਰਡੀਨਰੀ ਡਾਕਟਰ ਨਾਲੋਂ. ਬਟ ਜਦੋਂ ਉਹਨੇ ਕਿਹਾ ਕਿ ਤੈਨੂੰ ਸਪੈਸ਼ਲਿਸਟ ਡਾਕਟਰ ਨੂੰ ਦਿਖਾਉਣਾ ਚਾਹੀਦਾ ਆਪਣੇ ਬੱਚੇ ਨੂੰ, ਸੋ ਆਹ ਇਨਫੋਰਮੇਸ਼ਨ ਸਾਨੂੰ ਆਪਣੇ ਆਪ ਸਮਝ ਆ ਜਾਂਦੀ ਹੈ. ਯੈਸ ਔਰ ਨੋ ਬਿਨਾਂ ਕਹੇ? ਕਲੀਅਰ ਹੋ ਗਿਆ? ਕੁਝ ਪੁੱਛਣਾ ਤਾਂ ਨਹੀਂ ਇਹ 'ਚੋਂ? ਸੋ ਹੁਣ ਦੇਖੋ ਆਪਾਂ ਕੁਛ ਤਰ੍ਹਾਂ ਦੀਆਂ ਅਜ਼ੰਪਸ਼ਨਸ. ਸੋ ਕੁਐਸਚਨ ਕੀ ਹੋਏਗਾ? ਬੇਸਿਕਲੀ ਸਾਨੂੰ ਇੱਕ ਸਟੇਟਮੈਂਟ ਦਿੱਤੀ ਹੋਏਗੀ. ਕੀ ਦਿੱਤੀ ਹੋਏਗੀ? ਸਟੇਟਮੈਂਟ. ਉਸ ਤੋਂ ਬਾਅਦ ਸਾਨੂੰ ਇੱਕ ਜਾਂ ਦੋ ਅਜ਼ੰਪਸ਼ਨਸ ਦਿੱਤੀਆਂ ਹੋਣੀਆਂ. ਇੱਦਾਂ ਆਪਾਂ ਉਹਨਾਂ 'ਚੋਂ ਦੱਸਣਾ ਕਿਹੜੀ ਅਜ਼ੰਪਸ਼ਨ ਸਹੀ ਹੈ, ਜਾਂ ਫਿਰ ਜ਼ਿਆਦਾ ਅਜ਼ੰਪਸ਼ਨਸ ਵੀ ਦਿੱਤੀਆਂ ਹੋ ਸਕਦੀਆਂ, 5 ਅਜ਼ੰਪਸ਼ਨਸ ਦਿੱਤੀਆਂ ਹੋ ਸਕਦੀਆਂ. ਉਹਨਾਂ 'ਚੋਂ ਆਪਾਂ ਇੱਕ ਅਜ਼ੰਪਸ਼ਨ ਦੱਸਣੀ ਹੋਏਗੀ ਕਿਹੜੀ ਅਜ਼ੰਪਸ਼ਨ ਸਹੀ ਹੈ. ਕੀ ਸਮਝ ਆ ਰਿਹਾ? ਹੁਣ ਕਿਹੜੀ ਅਜ਼ੰਪਸ਼ਨ ਸਹੀ ਹੋ ਸਕਦੀ ਹੈ ਉਹਦੇ ਲਈ ਆਪਾਂ ਕੋਈ ਥਿਓਰੈਟੀਕਲ ਪੋਰਸ਼ਨ ਚੈੱਕ ਕਰਦੇ ਹਾਂ. ਜਿਵੇਂ ਕਿ ਪਹਿਲਾ ਹੈ ਐਡਜੈਕਟਿਵ. ਐਡਜੈਕਟਿਵ ਸਾਨੂੰ ਪਤਾ ਹੈ ਕੀ ਹੁੰਦਾ ਹੈ? ਵਿਸ਼ੇਸ਼ਤਾ. If an adjective is attached unconditionally to the subject, then we assume that adjective is present in the subject. ਜੇ ਇੱਕ ਐਡਜੈਕਟਿਵ ਅਟੈਚਡ ਹੋਵੇ ਅਨਕੰਡੀਸ਼ਨਲੀ ਸਬਜੈਕਟ ਦੇ ਨਾਲ, ਦੈਨ ਆਪਾਂ ਅਸਿਊਮ ਕਰਦੇ ਹਾਂ ਕਿ ਉਹ ਜਿਹੜਾ ਐਡਜੈਕਟਿਵ ਹੈ ਉਹ ਪ੍ਰੈਜ਼ੈਂਟ ਹੈ ਕਿਹਦੇ ਵਿੱਚ? ਸਬਜੈਕਟ ਦੇ ਵਿੱਚ. ਕੀ ਸਮਝ ਆ ਰਿਹਾ? ਸੋ ਫॉर एग्जांपल ਪੀਪਲ ਫਰੋਮ ਡਿਫਰੈਂਟ ਕੰਟਰੀਜ਼ ਕਮ ਟੂ ਸੀ ਦ ਬਿਊਟੀ ਆਫ ਤਾਜ ਮਹਿਲ. ਲੋਕੀ ਹੈ ਉਹ ਕਈ ਕੰਟਰੀਜ਼ ਤੋਂ ਤਾਜ ਮਹਿਲ ਦੀ ਬਿਊਟੀ ਨੂੰ ਦੇਖਣ ਆਉਂਦੇ ਆ. ਸੋ ਕੀ ਇਹ ਤੋਂ ਪਤਾ ਲੱਗ ਗਿਆ ਤਾਜ ਮਹਿਲ ਸੋਹਣਾ ਹੈ? ਯੈਸ ਔਰ ਨੋ? ਸੋ ਐਡਜੈਕਟਿਵ ਮੀਨਸ ਜਦੋਂ ਆਪਾਂ ਕੋਈ ਐਡਜੈਕਟਿਵ ਕਿਸੇ ਸਬਜੈਕਟ ਨਾਲ ਅਟੈਚ ਕਰ ਦਈਏ ਅਨਕੰਡੀਸ਼ਨਲੀ, ਮਤਲਬ ਉਹ 'ਤੇ ਕੋਈ ਕੰਡੀਸ਼ਨ ਨਾ ਹੋਵੇ, ਤਾਂ ਆਪਾਂ ਇਹ ਅਸਿਊਮ ਕਰਦੇ ਹਾਂ ਕਿ ਉਹ ਜਿਹੜੀ ਵਿਸ਼ੇਸ਼ਤਾ ਹੈ ਉਹਦੇ 'ਚ ਮੌਜੂਦ ਹੈਗੀ ਹੈ. ਬਾਅਦ ਤੋਂ ਪਿਛਲੀ ਸਾਰੀਆਂ ਕੋਈ ਗੱਲ ਨਹੀਂ. ਐਬਰੀਵੇਸ਼ਨਸ.
ਐਬਰੀਵੇਸ਼ਨਸ ਕੀ ਹੁੰਦਾ ਹੈ? ਕਿਸੇ ਚੀਜ਼ ਨੂੰ ਬਰੀਫ ਚ ਲਿਖਣਾ। ਬਰੀਫ ਕੀ ਹੁੰਦਾ ਹੈ? ਸ਼ਾਰਟ। So abbreviation, sometimes short forms are used in the sentences, then we assume that the person who uses those short forms assumes that the listener or the reader knows the full form of that abbreviation. ਕੋਈ ਪਰਸਨ ਹੈ, ਉਹ ਜਦੋਂ ਕੁਝ ਬੋਲ ਰਿਹਾ ਹੈ, ਉਹ ਉਹਦੇ ਵਿੱਚ ਆਪਣੇ ਸੈਂਟੈਂਸ ਦੇ ਵਿੱਚ ਕੁਝ ਸ਼ਾਰਟ ਫਾਰਮ ਯੂਜ਼ ਕਰ ਰਿਹਾ ਹੈ। ਕੀ ਯੂਜ਼ ਕਰ ਰਿਹਾ ਹੈ? ਸ਼ਾਰਟ ਫਾਰਮ। ਉਹ ਸ਼ਾਰਟ ਫਾਰਮ ਕਿਉਂ ਯੂਜ਼ ਕਰੇਗਾ? ਕਿ ਉਹ ਇਹ ਅਜ਼ਿਊਮ ਨਹੀਂ ਕਰੇਗਾ ਕਿ ਹਾਂ ਬਈ ਅਗਲੇ ਨੂੰ ਪਤਾ ਹੈ, ਸਾਹਮਣੇ ਵਾਲੇ ਨੂੰ, ਕਿ ਇਸ ਸ਼ਾਰਟ ਫਾਰਮ ਦਾ ਮਤਲਬ ਕੀ ਹੈ। ਜੇ ਉਹ ਇਹ ਅਜ਼ਿਊਮ ਕਰੇ ਕਿ ਸਾਹਮਣੇ ਵਾਲੇ ਨੂੰ ਪਤਾ ਹੀ ਨਹੀਂ ਸ਼ਾਰਟ ਫਾਰਮ ਦਾ ਮਤਲਬ ਕੀ ਹੈ, ਕਿ ਉਹ ਸ਼ਾਰਟ ਫਾਰਮ ਯੂਜ਼ ਕਰੇਗਾ? ਨਹੀਂ। ਇਹ ਸਮਝ ਆਇਆ? ਦੇਖੋ ਜਿਵੇਂ ਯੂ ਸ਼ੁੱਡ ਡੂ MBA in order to get a good job in private sector। ਤੁਹਾਨੂੰ MBA ਕਰਨੀ ਚਾਹੀਦੀ ਹੈ ਜੇ ਤੁਸੀਂ ਚੰਗੀ ਜੌਬ ਚਾਹੁੰਦੇ ਪ੍ਰਾਈਵੇਟ ਸੈਕਟਰ ਦੀ। ਕਿ ਜਿਹਨੂੰ ਮੈਂ ਕਹਿ ਰਿਹਾ ਹਾਂ ਜਾਂ ਜਿਹਨੂੰ ਇਹ ਪਰਸਨ ਕਹਿ ਰਿਹਾ ਹੈ MBA ਕਰਨਾ ਚਾਹੀਦਾ ਹੈ, ਕਿ ਸਾਹਮਣੇ ਵਾਲੇ ਪਰਸਨ ਨੂੰ MBA ਦਾ ਮਤਲਬ ਪਤਾ ਹੈ? The person being told knows the meaning of MBA। ਕੀ ਇਹ assumption ਉਸ ਪਰਸਨ ਦੀ ਸਹੀ ਹੈ? ਨਹੀਂ ਸਮਝ ਆਈ? ਚੈੱਕ ਕਰਦੇ ਹਾਂ ਦੁਬਾਰਾ। ਜਦੋਂ ਕੋਈ ਪਰਸਨ ਕੋਈ ਸਟੇਟਮੈਂਟ ਦੇ ਵਿੱਚ ਕੀ ਯੂਜ਼ ਕਰੇ? ਸ਼ਾਰਟ ਫਾਰਮ, ਤਾਂ ਉਹ ਪਰਸਨ ਅਜ਼ਿਊਮ ਕਰਦਾ ਹੈ ਕਿ ਜਿਹੜਾ ਸਾਹਮਣੇ ਵਾਲਾ ਪਰਸਨ ਹੈ ਉਹਨੂੰ ਸ਼ਾਰਟ ਫਾਰਮ ਦਾ ਮਤਲਬ ਪਤਾ ਹੈ। ਜੇ ਮੈਂ ਕੋਈ ਇਨਫੋਰਮੇਸ਼ਨ ਦੇ ਰਿਹਾ ਤੁਹਾਨੂੰ, ਉਹਦੇ ਵਿੱਚ ਮੈਂ ਕੋਈ ਸ਼ਾਰਟ ਫਾਰਮ ਯੂਜ਼ ਕੀਤੀ, ਲੈਟਸ ਸਪੋਜ਼ PNB, SBI, ਇਸ ਤਰ੍ਹਾਂ, ਸੋ ਮੈਂ ਅਜ਼ਿਊਮ ਕਰਦਾ ਹਾਂ ਕਿ ਤੁਹਾਨੂੰ ਉਹਦਾ ਮਤਲਬ ਪਤਾ ਹੈ ਕਿ ਮੈਂ ਪੰਜਾਬ ਨੈਸ਼ਨਲ ਬੈਂਕ ਦੀ ਗੱਲ ਕਰ ਰਿਹਾ ਜਾਂ ਸਟੇਟ ਬੈਂਕ ਆਫ ਇੰਡੀਆ ਦੀ ਗੱਲ ਕਰ ਰਿਹਾ। ਜੇ ਮੈਂ RBI ਵਰਡ ਯੂਜ਼ ਕਰ ਰਿਹਾ ਤਾਂ ਮੈਂ ਅਜ਼ਿਊਮ ਕਰਦਾ ਹਾਂ ਕਿ ਤੁਹਾਨੂੰ ਪਤਾ ਹੈ ਮੈਂ ਰਿਜ਼ਰਵ ਬੈਂਕ ਆਫ ਇੰਡੀਆ ਦੀ ਗੱਲ ਕਰ ਰਿਹਾ। ਜੇ ਮੈਂ MBA ਦੀ ਗੱਲ ਵਿੱਚ ਕਹਿ ਰਿਹਾ ਕਿ ਤੁਹਾਨੂੰ MBA ਕਰਨੀ ਚਾਹੀਦੀ ਪ੍ਰਾਈਵੇਟ ਸੈਕਟਰ 'ਚ ਜੌਬ ਲੈਣ ਦੇ ਲਈ, ਸੋ ਮੈਂ ਅਜ਼ਿਊਮ ਕਰਦਾ ਹਾਂ ਕਿ ਤੁਹਾਨੂੰ MBA ਪਤਾ ਹੈ ਮਾਸਟਰਸ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਹੁੰਦਾ ਹੈ। ਜੇ ਮੈਨੂੰ ਇਹ ਪਤਾ ਹੈ, ਲੈਟਸ ਸਪੋਜ਼ ਜੇ ਮੈਂ ਇਹ ਅਜ਼ਿਊਮ ਕਰਾਂ ਕਿ ਤੁਹਾਨੂੰ ਸ਼ਾਰਟ ਫਾਰਮ ਪਤਾ ਹੀ ਨਹੀਂ ਇਹਦਾ ਮਤਲਬ ਕੀ ਹੁੰਦਾ ਹੈ, ਤਾਂ ਫਿਰ ਤੁਹਾਨੂੰ ਸ਼ਾਰਟ ਫਾਰਮ ਦੱਸਣ ਦਾ ਕੋਈ ਫਾਇਦਾ ਹੋਇਆ? ਨਹੀਂ। ਫਿਰ ਮੈਂ ਤੁਹਾਨੂੰ ਸ਼ਾਰਟ ਫਾਰਮ ਦੱਸੂਗਾ? ਨਹੀਂ ਦੱਸੂਗਾ। ਨਹੀਂ ਸਮਝ ਆਇਆ ਕਿ ਆ ਗਿਆ? ਬਟ ਜੇ ਕੋਈ ਸ਼ਾਰਟ ਫਾਰਮ 'ਚ ਕੋਈ ਇਨਫੋਰਮੇਸ਼ਨ ਲਿਖੀ ਹੈ ਤਾਂ ਸਾਡੀ ਪਹਿਲੀ ਅਜ਼ੰਪਸ਼ਨ ਕੀ ਹੁੰਦੀ ਹੈ ਕਿ ਪਰਸਨ ਜਿਹੜਾ ਕਹਿ ਰਿਹਾ ਨਾ, ਉਹ ਇਹ ਅਜ਼ਿਊਮ ਕਰਦਾ ਹੈ ਕਿ ਸਾਹਮਣੇ ਵਾਲੇ ਨੂੰ ਸ਼ਾਰਟ ਫਾਰਮ ਦੀ, ਇਹਦੀ ਸ਼ਾਰਟ ਫਾਰਮ ਦੀ ਫੁੱਲ ਫਾਰਮ ਪਤਾ ਹੈ। ਕੀ ਸਮਝ ਆ ਰਿਹਾ? ਇਹ ਬੜਾ ਇੰਪੋਰਟੈਂਟ ਹੈ। ਨੈਕਸਟ ਕੀ ਹੈ? ਕਾਜ਼ ਤੇ ਇਫੈਕਟ ਰਿਲੇਸ਼ਨਸ਼ਿਪ। ਕਈ ਵਾਰ ਨਾ ਸਟੇਟਮੈਂਟ ਅਜ਼ੰਪਸ਼ਨਸ ਦੇ ਵਿੱਚ ਨਾ ਕਾਜ਼ ਇਫੈਕਟ ਰਿਲੇਸ਼ਨਸ਼ਿਪ ਹੁੰਦਾ ਹੈ। ਸਮਟਾਈਮਸ ਦੇयर इज अ ਕਾਜ਼ ਐਂਡ ਇਫੈਕਟ ਰਿਲੇਸ਼ਨਸ਼ਿਪ ਬਿਟਵੀਨ ਦ ਸਟੇਟਮੈਂਟ ਐਂਡ ਅਜ਼ੰਪਸ਼ਨ। ਇਟ ਕੈਨ ਬੀ ਇਨ ਦ ਫਾਰਮ ਆਫ, ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਇਹ ਤਿੰਨਾਂ ਤਰ੍ਹਾਂ ਹੋ ਸਕਦਾ ਹੈ। ਬਿਕੋਜ਼ ਕਾਜ਼ ਹੈਂਸ ਇਫੈਕਟ, ਬਿਕੋਜ਼ ਨੋ ਕਾਜ਼ ਹੈਂਸ ਨੋ ਇਫੈਕਟ, ਆਲਦੋ ਕਾਜ਼ ਯੈਟ ਨੋ ਇਫੈਕਟ। ਕਿਉਂਕਿ ਕਾਜ਼ ਸੀ ਇਸ ਕਰਕੇ ਇਫੈਕਟ ਹੋਇਆ, ਕਿਉਂਕਿ ਕਾਜ਼ ਨਹੀਂ ਹੋਇਆ ਇਸ ਕਰਕੇ ਇਫੈਕਟ ਵੀ ਨਹੀਂ ਹੋਇਆ, ਹਾਲਾਂਕਿ ਕਾਜ਼ ਹੋਇਆ ਫਿਰ ਵੀ ਇਫੈਕਟ ਨਹੀਂ ਹੋਇਆ। ਇਹ ਕਿਸੇ ਵੀ ਤਰ੍ਹਾਂ ਹੋ ਸਕਦਾ ਹੈ। ਤੇ ਜਦੋਂ ਇਹ ਕਾਜ਼ ਇਫੈਕਟ ਰਿਲੇਸ਼ਨਸ਼ਿਪ ਸਾਨੂੰ ਪਤਾ ਲੱਗ ਜਾਏ, ਆਪਾਂ ਉਹ ਚ ਅਜ਼ੰਪਸ਼ਨ ਨੂੰ ਵੈਲਿਡ ਮੰਨਦੇ ਹਾਂ। ਐਗਜ਼ਾਮਪਲ ਦੇਖੋ, there has been knee deep water। knee ਦਾ ਪਤਾ ਨਾ ਆਪਾਂ ਨੂੰ ਕੀ ਹੁੰਦਾ ਹੈ? ਹਾਂ। there has been knee deep water for the 4 consecutive days। consecutive ਮਤਲਬ ਲਗਾਤਾਰ, ਬਿਲਕੁਲ। there has been knee deep water for the 4 consecutive days during this monsoon, yet there has been no outbreak of cholera। ਹੈ ਜਾ ਠੀਕ ਹੈ। ਉਹ ਕਹਿੰਦਾ ਨੀ ਡੀਪ ਵਾਟਰ ਸੀ 4 ਕੰਜ਼ੀਕਿਊਟਿਵ ਡੇਜ਼ ਦੇ ਲਈ ਇਸ ਮੌਨਸੂਨ ਦੇ ਵਿੱਚ, ਫਿਰ ਵੀ ਹੈਜੇ ਦੀ ਪ੍ਰੋਬਲਮ ਨਹੀਂ ਹੋਈ। ਆ ਸਮਝ ਰਹੇ ਹੋ? ਇੱਥੇ ਸਟਾਰਟਿੰਗ 'ਚ ਜੇ ਆਲਦੋ ਲਿਖਣਾ ਆਲਦੋ ਲਿਖ ਸਕਦੇ। Although there has been knee deep water for 4 consecutive days during this monsoon, yet there has been no outbreak of cholera। ਹਾਲਾਂਕਿ ਗੋਡਿਆਂ ਤੱਕ ਪਾਣੀ ਸੀਗਾ 4 ਦਿਨ ਲਗਾਤਾਰ ਇਸ ਮੌਨਸੂਨ ਦੇ ਵਿੱਚ, ਫਿਰ ਵੀ ਕੋਲਰਾ ਦੀ ਹੈਜੇ ਦੀ ਪ੍ਰੋਬਲਮ ਨਹੀਂ ਹੋਈ। ਆਊਟਬ੍ਰੇਕ ਹੁੰਦਾ ਸਪਰੈਡ ਹੋਣਾ, ਫੈਲੀ ਨਹੀਂ। ਸੋ ਵਾਟਰ ਲੌਗਿੰਗ ਯੂਜਲੀ ਲੀਡਸ ਟੂ ਕੋਲਰਾ। ਵਾਟਰ ਲੌਗਿੰਗ ਕੀ ਹੁੰਦਾ ਹੈ? ਪਾਣੀ ਦਾ ਖੜਨਾ। ਕੀ ਹੁੰਦਾ ਹੈ? ਪਾਣੀ ਦਾ ਜਮਾਵ, ਖੜਾ ਹੋਣਾ। ਉਹਦੇ ਕਰਕੇ ਜਨਰਲੀ ਕੀ ਹੋ ਜਾਂਦਾ ਹੈ? ਕੋਲਰਾ ਹੋ ਜਾਂਦਾ ਹੈ। ਕੀ ਅਜ਼ੰਪਸ਼ਨ ਵੈਲਿਡ ਹੈ?
ਬਿਲਕੁਲ ਹੀ ਵੈਲਿਡ ਹੈ। ਫੋਰ ਐਗਜ਼ਾਮਪਲ ਜੇ ਮੈਂ ਇੱਦਾਂ ਕਹਾਂ ਕਿ ਇਸ ਵਾਰ ਬਹੁਤ ਤੇਜ਼ ਹਨੇਰੀ ਚੱਲੀ ਫਿਰ ਵੀ ਲਾਈਟ ਨਹੀਂ ਗਈ, ਮੈਂ ਇੱਦਾਂ ਕਹਿ ਰਿਹਾ ਹਾਲਾਂਕਿ ਬਹੁਤ ਤੇਜ਼ ਹਨੇਰੀ ਚੱਲੀ ਫਿਰ ਵੀ ਲਾਈਟ ਨਹੀਂ ਗਈ। ਕੀ ਤੁਹਾਨੂੰ ਸਮਝ ਆਇਆ? ਇਹ ਤੋਂ ਮੈਨੂੰ ਦੱਸਣ ਦੀ ਲੋੜ ਹੈ ਕਿ ਜਦੋਂ ਤੇਜ਼ ਹਨੇਰੀ ਹੁੰਦੀ ਹੈ ਤਾਂ ਲਾਈਟ ਚਲੀ ਜਾਂਦੀ ਹੈ। ਅੰਡਰਸਟੂਡ ਹੈ ਨਾ? ਫਿਰ ਮੈਂ ਕਹਾਂ ਐਦਾਂ ਹੋਇਆ ਫਿਰ ਵੀ ਇਦਾਂ ਉਹਦਾ ਰਿਜ਼ਲਟ ਨਹੀਂ ਨਿਕਲਿਆ, ਇਹਦਾ ਮਤਲਬ ਫਿਰ ਜਦੋਂ ਐਦਾਂ ਹੁੰਦਾ ਉਹਦਾ ਰਿਜ਼ਲਟ ਉਦਾਂ ਹੀ ਹੁੰਦਾ ਨਾ ਜ਼ਿਆਦਾਤਰ। ਨਹੀਂ ਸਮਝ ਆਇਆ? ਸੋ ਭਾਵੇਂ ਐਦਾਂ ਵੀ ਡਿਫਾਈਨ ਕੀਤਾ ਹੋਵੇ ਹਾਲਾਂਕਿ ਬਈ ਐਦਾਂ ਹੋਇਆ ਫਿਰ ਵੀ ਆਹ ਚੀਜ਼ ਨਹੀਂ ਹੋਈ, ਇਹਦਾ ਮਤਲਬ ਫਿਰ ਦੈਟ ਮੀਨਸ ਇਹਨਾਂ ਦਾ ਆਪਸ ਰਿਲੇਸ਼ਨਸ਼ਿਪ ਹੋਏਗਾ ਨਾ, ਦੋਨੋਂ ਇਕੱਠੇ ਐਗਜ਼ਿਸਟ ਕਰਦੇ ਹੋਊਗੇ। ਯੈਸ ਔਰ ਨੋ? ਸੋ ਬਿਲਕੁਲ ਆ ਸਹੀ ਹੈ ਜੀ। ਹਾਂ ਇਸ ਬਾਰ ਨਹੀਂ ਹੋਇਆ ਬਟ ਜਨਰਲੀ ਹੁੰਦਾ ਤਾਂ ਹੈ, ਇਹ ਤਾਂ ਪਤਾ ਲੱਗ ਗਿਆ। ਅਗਲੀ ਵਾਰ ਪਤਾ ਲੱਗ ਜਾਏਗਾ, ਅੱਛਾ ਜਦੋਂ ਪਾਣੀ ਖੜਾ ਹੁੰਦਾ ਜ਼ਿਆਦਾ ਕੋਲਰਾ ਦੀ ਪ੍ਰੋਬਲਮ ਹੋ ਜਾਂਦੀ। ਆਈ ਹੋਪ ਤੁਹਾਨੂੰ ਸਮਝ ਆਉਂਦਾ। ਨੈਕਸਟ ਹੈ ਰਿਸਟ੍ਰਿਕਟਿਵ ਵਰਡਸ, ਇਹ ਕਾਫੀ ਇੰਪੋਰਟੈਂਟ। ਨਾ ਰਿਸਟ੍ਰਿਕਟਿਵ ਵਰਡਸ ਕਿਹੜੇ ਹੁੰਦੇ ਆ, ਉਹ ਜੋ ਸਟੇਟਮੈਂਟ ਨੂੰ ਰਿਸਟ੍ਰਿਕਟ ਕਰ ਦਿੰਦੇ ਆ ਕਿ ਬਈ ਇੱਥੇ ਤੱਕ ਹੀ ਇੰਪਲੀਮੈਂਟ ਹੋਣਾ, ਅੱਗੇ ਨਹੀਂ। ਸੋ ਰਿਸਟ੍ਰਿਕਟਿਵ ਵਰਡਸ ਕਿਹੜੇ ਹੁੰਦੇ ਆ? ਸੋ ਦੇਰ ਆਰ ਸਮ ਵਰਡਸ ਵਿਚ impart some kind of exclusiveness to the sentence। impart ਹੁੰਦਾ ਦੱਸਣਾ, ਕਿਸੇ ਤਰ੍ਹਾਂ ਦੀ ਐਕਸਕਲੂਸਿਵਨੈਸ ਲਗਾ ਦਿੰਦੇ ਆ, ਦੱਸਦੇ ਆ ਉਹ ਕਿਸੇ ਵਰਡ ਨੂੰ ਜੋੜ ਕੇ, ਕੁਝ ਵਰਡਸ ਹੈ ਉਹ ਕੁਝ ਐਕਸਕਲੂਸਿਵਨੈਸ ਦੇ ਦਿੰਦੇ ਆ ਸੈਂਟੈਂਸ ਨੂੰ। these words are never always only definitely certainly best strongest etc। so assumption with these words are generally not valid। so ਜਿੱਥੇ ਵੀ ਆ words ਆ ਜਾਣ ਨਾ, never always only definitely certainly best strongest ਇਸ ਤਰ੍ਹਾਂ ਦੇ, ਜੇ ਨਾ ਜਿਹੜੀ ਸਟੇਟਮੈਂਟ ਹੈ ਉਹ ਰਿਸਟ੍ਰਿਕਟ ਹੋ ਜਾਏ, ਕੀ ਹੋ ਜਾਏ? ਰਿਸਟ੍ਰਿਕਟ ਹੋ ਜਾਏ, ਤਾਂ ਫਿਰ ਹਮੇਸ਼ਾ ਯਾਦ ਰੱਖੋ ਉਹ ਵਾਲੀਆਂ ਅਜ਼ੰਪਸ਼ਨਸ ਵੈਲਿਡ ਨਹੀਂ ਹੁੰਦੀਆਂ। ਜਿਵੇਂ ਕਿ the BOT crisis has worsened so the government should take every step to boost exports। BOT ਹੁੰਦਾ balance of trade, balance of trade ਹੁੰਦਾ ਐਕਸਪੋਰਟ ਤੇ ਇੰਪੋਰਟ ਦਾ ਡਿਫਰੈਂਸ। ਕੀ ਹੁੰਦਾ ਹੈ? ਐਕਸਪੋਰਟ ਤੇ ਇੰਪੋਰਟ ਦਾ डिफरेंस। सो बीओटी क्राइसिस बड़ा खराब हो चुका है, मतलब बीओटी मतलब बैलेंस ऑफ ट्रेड खराब पोजीशन ते है। सो इस करके गवर्नमेंट ਨੂੰ ਲੈਣਾ ਚਾਹੀਦਾ ਹਰ ਇੱਕ ਸਟੈਪ ਐਕਸਪੋਰਟ ਨੂੰ ਬੂਸਟ ਕਰਨ ਦਾ। ਐਕਸਪੋਰਟ ਜਿਹੜਾ ਬੂਸਟ ਹੋ ਜਾਏ ਹਰ ਇੱਕ ਸਟੈਪ ਲੈਣਾ ਚਾਹੀਦਾ। ਸੋ ਇਹ ਸਟੇਟਮੈਂਟ ਹੈ, ਇਹ ਤੋਂ ਆਪਾਂ ਕੀ ਸਮਝਦੇ ਹਾਂ ਕਿ ਆਪਾਂ ਇਸ ਸਟੇਟਮੈਂਟ ਤੋਂ ਇਹ ਸਮਝਦੇ ਹਾਂ BOT ਕ੍ਰਾਈਸਿਸ ਵਿਲ ਡੈਫੀਨੇਟਲੀ ਬੀ ਸੋਲਵਡ ਬਾਈ ਬੂਸਟਿੰਗ ਐਕਸਪੋਰਟਸ। ਜਿਹੜਾ BOT ਕ੍ਰਾਈਸਿਸ ਹੈ ਉਹ ਪੱਕਾ ਸੋਲਵ ਹੋ ਜਾਏਗਾ ਐਕਸਪੋਰਟਸ ਨੂੰ ਬੂਸਟ ਕਰਕੇ? ਨਹੀਂ। ਸੋ ਇੱਥੇ ਜਿਹੜਾ ਵਰਡ ਯੂਜ਼ ਹੋਇਆ ਉਹ ਕਿਹੜਾ ਹੈ? ਡੈਫੀਨੇਟਲੀ। ਸੋ ਜਿੱਥੇ ਵਰਡ ਆਇਆ ਆਲਵੇਜ਼ ਸੋਲਵ ਹੋ ਜਾਏਗਾ, ਕਦੀ ਵੀ ਸੋਲਵ ਨਹੀਂ ਹੋਏਗਾ, ਪੱਕਾ ਸੋਲਵ ਹੋ ਜਾਏਗਾ। ਸੋ ਆਪਾਂ ਇਸ ਤਰ੍ਹਾਂ ਦੇ ਅਜ਼ੰਪਸ਼ਨਸ ਨੂੰ ਵੈਲਿਡ ਨਹੀਂ ਮੰਨਦੇ। ਜਾਂ ਬੂਸਟਿੰਗ ਐਕਸਪੋਰਟਸ ਇਜ਼ ਦਾ ਓਨਲੀ ਸੋਲੂਸ਼ਨ ਟੂ ਦਾ BOT ਕ੍ਰਾਈਸਿਸ। ਬੂਸਟਿੰਗ ਜਿਹੜਾ ਮਤਲਬ ਐਕਸਪੋਰਟਸ ਨੂੰ ਬੂਸਟ ਕਰਨਾ ਇਕਲੌਤਾ ਸੋਲੂਸ਼ਨ ਹੈ बैलेंस ऑफ ट्रेड ਦੇ ਕ੍ਰਾਈਸਿਸ ਨੂੰ ਖਤਮ ਕਰਨ ਦੇ ਲਈ। ਨਹੀਂ ਆਪਾਂ ਇਦਾਂ ਵੀ ਨਹੀਂ ਕਵਾਂਗੇ ਕਿਉਂ ਇੱਥੇ ਵਰਡ ਓਨਲੀ ਯੂਜ਼ ਕੀਤਾ, ਕਿਉਂ ਆਪਾਂ ਕਵਾਂਗੇ ਆਹੀ ਇਕਲੌਤਾ ਸੋਲੂਸ਼ਨ ਹੈ। ਇਹ ਪੜ੍ਹ ਕੇ ਸਾਨੂੰ ਇਹ ਥੋੜੀ ਸਮਝ ਆਉਂਦਾ ਹੈ ਜੇ ਕੋਈ ਸੋਲੂਸ਼ਨ ਦਿੱਤਾ ਹੈ ਤਾਂ ਇਹਦਾ ਮਤਲਬ ਆਪਾਂ ਸੋਚੀਏ ਆਹੀ ਸੋਲੂਸ਼ਨ, ਹੋਰ ਕੋਈ ਸੋਲੂਸ਼ਨ ਹੀ ਹੈ ਨਹੀਂ। ਆਪਾਂ ਇਦਾਂ ਅਜ਼ਿਊਮ ਨਹੀਂ ਕਰ ਸਕਦੇ, ਕਿਉਂ ਇਹ ਇੰਪੋਰਟ ਵੀ ਤਾਂ ਘਟਾ ਸਕਦੇ ਆਪਾਂ। ਯੈਸ ਔਰ ਨੋ? ਸੋ ਜੇ ਕੋਈ ਸੋਲੂਸ਼ਨ ਦਿੱਤਾ ਜਾਂ ਕੋਈ ਇਨਫੋਰਮੇਸ਼ਨ ਦਿੱਤੀ, ਆਪਾਂ ਕਹੇ ਜੀ ਆਹੀ ਤਰੀਕਾ ਹੈ ਜੀ, ਹੋਰ ਕੋਈ ਤਰੀਕਾ ਹੀ ਨਹੀਂ ਹੈ, ਆਪਾਂ ਇਦਾਂ ਅਜ਼ਿਊਮ ਨਹੀਂ ਕਰ ਸਕਦੇ। ਉਹ ਤਰੀਕਾ ਹੈਗਾ ਇਹ ਆਪਾਂ ਮੰਨਦੇ ਹਾਂ, ਬਟ ਉਹ ਤੋਂ ਇਲਾਵਾ ਕੋਈ ਹੋਰ ਤਰੀਕਾ ਨਹੀਂ ਹੈ, ਇਹ ਆਪਾਂ ਨਹੀਂ ਮੰਨਦੇ, ਇਹ ਆਪਾਂ ਅਜ਼ਿਊਮ ਨਹੀਂ ਕਰਦੇ। ਕੁਝ ਸਮਝ ਆ ਰਿਹਾ ਕਿ ਨਹੀਂ? ਫॉर एग्जांपल ਤੁਸੀਂ ਕਿਸੇ ਡਾਕਟਰ ਕੋ ਗਏ ਬਿਮਾਰੀ ਠੀਕ ਕਰਨ ਦੇ ਲਈ, ਬਿਮਾਰੀ ਠੀਕ ਕਰਨ ਲਈ ਡਾਕਟਰ ਨੇ ਇੱਕ ਮੈਡੀਸਿਨ ਦੇ ਦਿੱਤੀ। ਸੋ ਆਪਾਂ ਇਹ ਸੋਚੀਏ ਕਿ ਇਸ ਮੈਡੀਸਿਨ ਤੋਂ ਬਿਨਾ ਠੀਕ ਹੋ ਹੀ ਨਹੀਂ ਸਕਦਾ, ਆਪਾਂ ਇਦਾਂ ਨਹੀਂ ਕਵਾਂਗੇ। ਕੋਈ ਹੋਰ ਡਾਕਟਰ ਕੋ ਜਾਓਗੇ, ਕੋਈ ਹੋਰ ਮੈਡੀਸਿਨ ਦੇ ਦੇਗਾ, ਠੀਕ ਤਾਂ ਉਹਨਾਂ ਵੀ ਹੋ ਜਾਏਗਾ। ਕੀ ਸਮਝ ਆ ਰਿਹਾ ਕਿ ਨਹੀਂ? ਆਪਾਂ ਕਹੀਏ ਜੀ ਇੱਕ ਆਹੀ ਮੈਡੀਸਿਨ ਨਾਲ ਬੰਦਾ ਠੀਕ ਹੋ ਸਕਦਾ, ਇਹ ਆਪਾਂ ਅਜ਼ਿਊਮ ਇਦਾਂ ਨਹੀਂ ਕਰਾਂਗੇ। ਕੀ ਕਲੀਅਰ ਹੋਇਆ? नेक्स्ट है
एडवर्टाइजमेंट, नोटिस ते अपील, ठीक है। एडवर्टाइजमेंट इज मेड बाय business organizations, public notice is given by government departments, and appeals are done by NGOs, non-government organizations. Basically ਹੁੰਦਾ ਕੀ ਹੈ advertisement, notice ਤੇ appeal? Advertisement ਕੀ ਹੁੰਦਾ ਹੈ? ਕੀ ਕਿੱਦਾਂ ਡਿਫਾਈਨ ਕਰਾਂਗੇ ਐਡਵਰਟਾਈਜ਼ਮੈਂਟ ਕੀ ਹੁੰਦਾ ਹੈ? ਐਡਵਰਟਾਈਜ਼ ਕੀ ਹੁੰਦਾ ਹੈ? ਐਡਵਰਟਾਈਜ਼ ਕਰਨਾ ਐਡਵਰਟਾਈਜ਼ ਨਹੀਂ ਹੁੰਦਾ। ਐਡਵਰਟਾਈਜ਼ਮੈਂਟ ਹੁੰਦਾ ਕੀ ਹੈ? So giving information to the public about the product, ਕਿਸੇ ਪ੍ਰੋਡਕਟ ਬਾਰੇ ਜਦੋਂ ਆਪਾਂ ਕੋਈ ਇਨਫੋਰਮੇਸ਼ਨ ਜਾਂ ਕੋਈ ਵੀ ਕੰਪਨੀ ਇਨਫੋਰਮੇਸ਼ਨ ਦਿੰਦੀ ਹੈ ਉਹਨੂੰ ਕੀ ਕਹਿੰਦੇ ਆ ਆਪਾਂ? ਐਡਵਰਟਾਈਜ਼ਮੈਂਟ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਇਦਾਂ ਦੀ ਕੋਈ ਚੀਜ਼ ਹੈ। ਜੇ ਐਡਵਰਟਾਈਜ਼ਮੈਂਟ ਨਹੀਂ ਹੋਏਗੀ ਤੁਹਾਨੂੰ ਪਤਾ ਲੱਗੇਗਾ ਕੋਈ ਇਦਾਂ ਦੀ ਚੀਜ਼ ਹੈਗੀ ਹੈ? ਸੁਪਨਾ ਥੋੜੀ ਆਏਗਾ। ਠੀਕ ਹੈ, ਸੋ ਇਟ ਇਜ਼ ਅਬਾਊਟ ਦਿਸ। ਵਾਟ ਇਜ਼ ਨੋਟਿਸ, ਐਸਪੈਸ਼ਲੀ ਪਬਲਿਕ ਨੋਟਿਸ? ਪਬਲਿਕ ਨੂੰ ਨੋਟਿਸ ਦੇਣਾ ਇਹ ਜਨਰਲੀ ਗਵਰਨਮੈਂਟ ਕਰਦੀ ਹੈ। ਕਿਉਂ? ਕਿਉਂਕਿ ਇਹ ਨਾ ਇਨਫੋਰਮੇਸ਼ਨ ਹੁੰਦੀ ਹੈ ਕਿ ਤੁਸੀਂ ਇਹਦਾ ਖਿਆਲ ਰੱਖੋ। ਅਪੀਲਸ ਆਪਾਂ ਇਹ ਚੈੱਕ ਕਰਦੇ ਹਾਂ। ਫਸਟ ਆਫ ਆਲ ਐਡਵਰਟਾਈਜ਼ਮੈਂਟਸ ਆਪਾਂ ਦੇਖਦੇ ਹਾਂ ਕੌਣ ਕਰਦੇ? ਬਿਜ਼ਨਸ ਆਰਗੇਨਾਈਜੇਸ਼ਨਸ। ਇਹ ਕਦ ਲਈ ਕਰਦੇ? ਤਾਂ ਕਿ ਲੋਕਾਂ ਨੂੰ ਉਹਨਾਂ ਦੇ ਪ੍ਰੋਡਕਟਸ ਜਾਂ ਸਰਵਿਸਿਜ਼ ਬਾਰੇ ਜਾਣਕਾਰੀ ਮਿਲੇ, ਤਾਂ ਕਿ ਉਹ ਇਨਫੋਰਮਡ ਡਿਸੀਜਨ ਲੈ ਲੈਣ। ਸੋ ਫॉर ਐਗਜ਼ਾਮਪਲ ਕੰਪਨੀ ਦੱਸੇਗੀ ਜੀ ਸਾਡੇ ਪ੍ਰੋਡਕਟ ਆਹ ਚੀਜ਼ ਹੈਗੀ, ਆਹ ਚੀਜ਼ ਹੈਗੀ, ਆਹ ਚੀਜ਼ ਹੈਗੀ, ਆਹ ਚੀਜ਼ ਹੈਗੀ। ਸੋ ਜਿਹੜਾ ਕਸਟਮਰ ਹੈ ਜੇ ਉਹਨੂੰ ਚੀਜ਼ ਚਾਹੀਦੀ ਹੈ ਤਾਂ ਉਹ ਖਰੀਦੇਗਾ। ਅੱਛਾ, ਐਡਵਰਟਾਈਜ਼ਮੈਂਟ ਸਾਰਿਆਂ ਦੇ ਲਈ ਹੁੰਦੀ ਹੈ? ਫॉर ਐਗਜ਼ਾਮਪਲ ਇੱਕ ਕੰਪਨੀ ਨੇ ਐਡਵਰਟਾਈਜ਼ਮੈਂਟ ਕੀਤੀ ਕੋਈ ਸਾਰੀ ਪਬਲਿਕ ਦੇ ਲਈ ਹੈ? ਨਹੀਂ, ਉਹ ਸਿਰਫ ਉਹਦੇ ਲਈ ਹੈ ਜਿਹਨੂੰ ਉਸ ਪ੍ਰੋਡਕਟ ਦੀ ਜ਼ਰੂਰਤ ਹੈ। ਕੀ ਸਮਝ ਆ ਰਿਹਾ ਕਿ ਨਹੀਂ? ਸੋ ਐਡਵਰਟਾਈਜ਼ਮੈਂਟ, ਲੈਟਸ ਸਪੋਜ਼ ਕਿਤੇ ਐਡਵਰਟਾਈਜ਼ਮੈਂਟ ਹੈ, ਦੂਸਰਾ ਪਰਸਨ ਬੇਬੀ ਸ਼ਾਇਦ ਦੇਖ ਕੇ ਨਾ ਦੇਖੇ, ਉਹਨੂੰ ਕੋਈ ਮਤਲਬ ਨਹੀਂ। ਹਾਂ, ਬਟ ਜਿਹਨੂੰ ਉਸ ਚੀਜ਼ ਦੀ ਜ਼ਰੂਰਤ ਹੈ ਉਹ ਕੋਸ਼ਿਸ਼ ਕਰੇਗਾ ਕਿ ਉਹਨੂੰ ਕਿਤੇ ਦਿਖੇ, ਮਿਲੇ। ਕੀ ਆ ਸਮਝ ਆ ਰਿਹਾ? ਸੋ ਜਿਸ ਪਰਸਨ ਨੂੰ ਉਹਦੀ ਨੀਡ ਹੈ ਉਹਦੇ ਲਈ ਐਡਵਰਟਾਈਜ਼ਮੈਂਟ ਹੁੰਦੀ ਹੈ। ਪਬਲਿਕ ਨੋਟਿਸ ਕੀ ਹੁੰਦਾ? ਫॉर ਐਗਜ਼ਾਮਪਲ ਤੁਸੀਂ ਨੋਟਿਸ ਕਰੋ, ਜਿੱਦਾਂ ਲੈਟਸ ਸਪੋਜ਼ ਕੋਈ ਰੋਡ ਬਣ ਰਿਹਾ। ਕੀ ਬਣ ਰਿਹਾ? ਰੋਡ ਬਣ ਰਿਹਾ। ਉਹਦੇ ਉੱਤੇ ਕਈ ਵਾਰ ਲਿਖਿਆ ਹੁੰਦਾ ਵਰਕ ਇਨ ਪ੍ਰੋਗਰੈਸ, ਜਾਂ ਤੁਸੀਂ ਕਿਤੇ ਜਾ ਰਹੇ ਹੋ ਤੇ ਸਾਹਮਣੇ ਕਿਸੇ ਰੋਡ ਤੇ ਸਾਈਡ ਤੇ ਜਾਂ ਕਿਤੇ ਲਿਖਿਆ ਹੁੰਦਾ ਡੇਂਜਰ, ਕ੍ਰਾਸ ਸਾਈਨ ਪਾਇਆ ਹੁੰਦਾ, ਠੀਕ ਹੈ, ਸਕੈਲਟਨ ਬਣਿਆ ਹੋਏਗਾ ਜਾਂ ਕੁਛ ਐਦਾਂ ਹੋਏਗਾ। ਸੋ ਉੱਤੇ ਲਿਖਿਆ ਡੇਂਜਰ। ਉਹ ਕੀ ਹੈ? ਪਬਲਿਕ ਨੋਟਿਸ। ਤੁਸੀਂ ਕਿਸੇ ਭੀੜ ਭੜਾਕੇ ਵਾਲੀ ਜਗ੍ਹਾ ਤੇ ਗਏ ਤੇ ਲੈਟਸ ਸਪੋਜ਼ ਮੇਬੀ ਕਿਸੇ ਮੇਲੇ ਦੇ ਉੱਤੇ ਜਾਂ ਕਿਸੇ ਪਰਟੀਕੂਲਰ ਜਗ੍ਹਾ ਤੇ ਜਿੱਥੇ ਬੜੀ ਭੀੜ ਰਹਿੰਦੀ ਹੈ, ਠੀਕ ਹੈ, ਮੋਸਟਲੀ ਹੋਲੀ ਪਲੇਸਿਸ ਤੇ ਵੀ ਰਹਿੰਦੀ ਹੈ। ਸੋ ਉੱਥੇ ਤੁਸੀਂ ਦੇਖਿਆ ਉੱਥੇ ਲਿਖਿਆ ਹੋਇਆ ਬਿਵੇਅਰ ਆਫ ਪਿਕ ਪॉकेटर्स। ਜਾਂ ਰੇਲਵੇ ਸਟੇਸ਼ਨ ਤੇ ਗਏ, ਉੱਥੇ ਕੀ ਲਿਖਿਆ ਹੋਇਆ? ਬਿਵੇਅਰ ਆਫ ਪਿਕ ਪॉकेटर्स। ਇਹਦਾ ਮਤਲਬ ਸਮਝਦੇ ਨਾ, ਜੇਬ ਕਤਰੇ ਤੋਂ ਸਾਵਧਾਨ ਰਹੋ। ਸੋ ਉਹ ਪਬਲਿਕ ਨੋਟਿਸ ਲੱਗਾ ਹੋਇਆ, ਮੋਸਟ ਲਾਈਕਲੀ ਉੱਤੇ ਗਵਰਨਮੈਂਟ ਨੇ ਲਗਾਇਆ ਹੋਏਗਾ ਜਾਂ ਲੋਕਲ ਅਥਾਰਟੀ ਨੇ ਲਗਾਇਆ ਹੋਏਗਾ। ਉਹ ਕਾਹਦੇ ਲਈ ਹੈ? ਲੋਕਾਂ ਦੀ ਹੈਲਪ ਦੇ ਲਈ, ਕਿਉਂਕਿ ਕੋਈ ਇਸ਼ੂ ਚੱਲ ਰਿਹਾ ਜਿਹਨੂੰ ਉਹ ਫਿਰ ਡੀਲ ਕਰਨਾ ਚਾਹੁੰਦੇ। ਜਾਂ ਸਿੰਪਲ ਇੱਕ ਹੋਰ ਚੀਜ਼ ਮੈਂ ਦੱਸਦਾ, ਲੈਟ ਸਪੋਜ਼ ਕਿਸੇ ਘਰ ਦੇ ਵਿੱਚ ਬੜੇ ਖਤਰਨਾਕ ਕੁੱਤੇ ਹੈ। ਸੋ ਘਰ ਦੇ ਬਾਹਰ ਕੀ ਲਿਖਿਆ ਹੁੰਦਾ ਹੈ? ਬਿਵੇਅਰ ਆਫ ਡੌਗਸ। ਸੋ ਕਦ ਲਈ ਹੈ? ਉਹ ਲੋਕਾਂ ਦੀ ਹੈਲਪ ਦੇ ਲਈ ਹੈ ਨਾ। ਅੱਜ ਚਲੋ ਹੁਣ ਦੇਖ ਲਓ ਇੱਧਰ। In all such cases, following assumptions are valid. अच्छा, अपील्स कौन करता है? अपील कौन करता है? वैसे जनरली NGOs करते हैं, बट गवर्नमेंट भी कर सकती है नाल। न्यूज़पेपर भी होंगे पब्लिक नोटिस, मैं दसदा। सो अपील्स आर डन बाय NGOs या गवर्नमेंट भी अपील कर देंगे। सो कई बार आप देखते हैं कि कोई परसन या गवर्नमेंट अपील कर रही है, या तुसी अपील क्यों की जाती है? जो कोई प्रॉब्लम आ जाए,
अपील हुंदा की है, रिक्वेस्ट करना, ठीक है, किसी प्रॉब्लम ਨੂੰ ठीक ਲੈਟ ਸਪੋਜ਼ ਕੋਈ ਪਰਸਨ ਆਪ ਨਹੀਂ ਕਰ ਸਕਦਾ, ਸੋ ਅਪੀਲ ਗਵਰਨਮੈਂਟ ਕਦੋਂ ਕਰਦੀ ਹੈ, ਜਦੋਂ ਗਵਰਨਮੈਂਟ ਦੇ ਹੱਥ ਤੋਂ ਚੀਜ਼ ਬਾਹਰ ਨਿਕਲ ਜਾਏ। ਫॉर एग्जांपल ਕਿਸੇ ਪਾਰਟਿਕੂਲਰ ਜਗ੍ਹਾ ਤੇ ਕੋਈ ਬਹੁਤ ਵੱਡਾ ਹੀ ਨੁਕਸਾਨ ਹੋ ਗਿਆ, ਠੀਕ ਹੈ, ਅਰਥਕੁਏਕ ਹੋ ਗਿਆ ਜਾਂ ਫਲੱਡਸ ਆ ਗਏ ਜਾਂ ਕੋਈ ਇਦਾਂ ਦਾ ਇਸ਼ੂ ਆ ਗਿਆ, ਠੀਕ ਹੈ, ਤੇ ਮੋਸਟ ਲਾਈਕਲੀ ਉਹਦਾ ਫਿਰ ਭਰਪਾਈ ਵੀ ਕਰਨੀ ਪਏਗੀ। ਭਰਪਾਈ ਮਤਲਬ ਕੁਛ ਉਹਨੂੰ ਠੀਕ ਵੀ ਕਰਨਾ ਪਏਗਾ, ਦੁਬਾਰਾ ਕੰਸਟਰਕਟ ਕਰਨਾ ਪਏਗਾ ਸਭ ਕੁਛ। ਤੇ ਫॉर एग्जांपल ਮੋਸਟਲੀ ਜੇ ਕੋਈ ਨੁਕਸਾਨ ਬਹੁਤ ਵੱਡਾ ਨਹੀਂ ਹੈ ਤਾਂ ਉਹਨੂੰ ਬੜੇ ਈਜ਼ੀਲੀ, ਜਿਵੇਂ ਕਿ ਪ੍ਰਾਈਮ ਮਿਨਿਸਟਰ ਰਿਲੀਫ ਫੰਡ ਹੈ ਜਾਂ ਇਸ ਤਰ੍ਹਾਂ ਜਿਹੜੀ ਗਵਰਨਮੈਂਟ ਪ੍ਰੋਵਾਈਡ ਕਰਦੀ ਹੈ ਸਰਵਿਸਿਜ਼, ਉਹਦੇ ਜਿਹੜੇ ਰਿਜ਼ਰਵ ਫੰਡਸ ਰੱਖੇ ਹੁੰਦੇ ਆ ਉਹਨਾਂ ਉਹ ਪੂਰਾ ਕੀਤਾ ਜਾ ਸਕਦਾ। ਬਟ ਕਈ ਵਾਰ ਇੱਦਾਂ ਹੁੰਦਾ ਹੈ ਕਿ ਨੁਕਸਾਨ ਐਡਾ ਵੱਡਾ ਹੋ ਜਾਂਦਾ ਹੈ ਕਿ ਉਹਦੀ ਭਰਪਾਈ ਪੋਸੀਬਲ ਹੀ ਨਹੀਂ ਹੈ। ਫਿਰ ਗਵਰਨਮੈਂਟ ਕੀ ਕਰਦੀ ਹੈ, ਲੋਕਾਂ ਨੂੰ ਕੀ ਕਰਦੀ ਹੈ, ਫਿਰ ਅਪੀਲ ਕਰਦੀ ਹੈ ਵੀ ਤੁਸੀਂ ਅੱਗੇ ਆਓ, ਹੈਲਪ ਕਰੋ। ਤੁਸੀਂ ਦੇਖੋਗੇ ਕਈ ਵਾਰ ਕਈ ਫਿਲਮ ਸਟਾਰਸ ਹੈ ਜਾਂ ਟੀਵੀ ਐਕਟਰਸ ਹੈ, ਠੀਕ ਹੈ, ਉਹ ਵੀ ਕਈ ਵਾਰ ਤੁਸੀਂ ਦੇਖੋਗੇ, ਨੋਟਿਸ ਕਰੋਗੇ ਕਿ ਹਾਂ ਵੀ ਉਹ ਵੀ ਟੀਵੀ ਤੇ ਜਾਂ ਕਿਸੇ ਬੋਰਡ ਵਗੈਰਾ ਤੇ ਇੱਦਾਂ ਕਿਤੇ ਤੁਸੀਂ ਦੇਖੋਗੇ ਉਹ ਲਿਖਿਆ ਹੋਇਆ ਜਾਂ ਉਹ ਆ ਕੇ ਰਿਕੁਐਸਟ ਕਰ ਰਹੇ ਕਿ ਸਾਨੂੰ ਇੱਥੇ ਜਿਹੜੀ ਪ੍ਰੋਬਲਮ ਆਈ ਹੈ ਉਹਦੇ ਲਈ ਕੰਟਰੀਬਿਊਟ ਕਰਨਾ ਚਾਹੀਦਾ ਹੈ। ਤਾਂ ਉਹ ਇਸ ਕਰਕੇ ਕਿਉਂਕਿ ਉਹ ਸੋਚਦੇ ਕਿ ਇਹਨਾਂ ਨੂੰ ਦੇਖ ਕੇ ਇਹਨਾਂ ਦੀ ਗੱਲ ਮੰਨੂਗੇ, ਠੀਕ ਹੈ। ਸੋ ਉਹ ਕੀ ਕਰ ਰਿਹਾ, ਅਪੀਲ ਕਰ ਰਿਹਾ। ਉਹ ਇਸ ਕਰਕੇ ਕਿਉਂਕਿ ਹੁਣ ਉਹ ਗਵਰਨਮੈਂਟ ਦੇ ਹੱਥ 'ਚ ਕੁਛ ਨਹੀਂ ਰਿਹਾ, ਸੋ ਉਹ ਨੁਕਸਾਨ ਬਹੁਤ ਵੱਡਾ ਹੈ, ਉਹ ਪੂਰਾ ਨਹੀਂ ਹੋ ਪਾਏਗਾ। ਬਾਕੀ ਲੋਕਾਂ ਦੀ ਕੀ ਚਾਹੀਦੀ ਹੋਏਗੀ, ਹੈਲਪ ਚਾਹੀਦੀ ਹੋਏਗੀ, ਪੋਸੀਬਲ ਨਹੀਂ ਹੈ ਉਹਨੂੰ ਠੀਕ ਕਰਨਾ ਇੱਦਾਂ ਨੋਰਮਲ। आई होप ਤੁਹਾਨੂੰ ਇਹ ਸਮਝ ਆਉਂਦਾ ਹੈ, ਠੀਕ ਹੈ। ਸੋ ਇਨ ਆਲ ਸੱਚ ਕੇਸਿਸ ਫੋਲੋਇੰਗ ਅਜ਼ੰਪਸ਼ਨਸ ਆਰ ਵੈਲਿਡ। ਸੋ ਉਸ ਕੇਸਿਸ ਵਿੱਚ ਨਾ ਫੋਲੋਇੰਗ 5 ਤਰ੍ਹਾਂ ਦੀਆਂ ਅਜ਼ੰਪਸ਼ਨਸ ਹੈ, 2 ਇੱਥੇ 3 ਫਰਦਰ ਹੈ, ਉਹਨਾਂ 'ਚ ਆਪਾਂ ਉਹ ਕੀ ਅਜ਼ਿਊਮ ਕਰਦੇ ਹਾਂ, ਵੈਲਿਡ ਹੈ। ਦੇਖੋ, ਇਨ ਕੇਸ ਆਫ ਐਡਵਰਟਾਈਜ਼ਮੈਂਟ ਨੋਟਿਸ ਤੇ ਅਪੀਲ ਇਟ ਡਜ਼ ਹੈਵ ਸਮ ਇਫੈਕਟ ਔਨ ਪੀਪਲ। ਸੋ ਜਦੋਂ ਕੰਪਨੀ ਕੋਈ ਐਡਵਰਟਾਈਜ਼ਮੈਂਟ ਕਰੇ, ਉਹ ਐਡਵਰਟਾਈਜ਼ਮੈਂਟ ਕਿਉਂ ਕਰੇਗੀ, ਕੀ ਉਹ ਇਹ ਅਜ਼ਿਊਮ ਕਰੇਗੀ ਕਿ ਇਹਦਾ ਇਫੈਕਟ ਪਏਗਾ ਲੋਕਾਂ ਤੇ। ਜੇ ਕੋਈ ਅਪੀਲ ਹੁੰਦੀ ਹੈ, ਠੀਕ ਹੈ, ਕੋਈ ਅਪੀਲ ਕਰ ਰਹੀ, ਗਵਰਨਮੈਂਟ ਅਪੀਲ ਕਰ ਰਹੀ ਜਾਂ ਕੋਈ NGO ਅਪੀਲ ਕਰ ਰਿਹਾ, ਉਹ ਕੀ ਅਜ਼ਿਊਮ ਕਰਕੇ ਕਰੇਗੀ ਕਿ ਇਹਦਾ ਇਫੈਕਟ ਹੋਏਗਾ ਲੋਕਾਂ ਤੇ। ਜੇ ਉਹ ਇਹ ਅਜ਼ਿਊਮ ਕਰਨ ਕਿ ਇਹਦਾ ਲੋਕਾਂ ਤੇ ਇਫੈਕਟ ਨਹੀਂ ਹੁੰਦਾ ਤਾਂ ਉਹ ਕਦੀ ਵੀ ਅਪੀਲ ਜਾਂ ਐਡਵਰਟਾਈਜ਼ਮੈਂਟ ਕਰੂਗਾ ਹੀ ਨਹੀਂ। ਦ ਮੋਮੈਂਟ ਕੋਈ ਪਰਸਨ, ਫॉर एग्जांपल ਤੁਹਾਨੂੰ ਕੋਈ ਸਮਾਨ ਚਾਹੀਦਾ, ਤੁਸੀਂ ਘਰੋਂ ਬਾਹਰ ਜਾ ਰਹੇ ਹੋ ਸ਼ਾਪ ਤੇ ਉਹ ਸਮਾਨ ਲੈਣ ਜਾ ਰਹੇ ਹੋ, ਤੁਸੀਂ ਕੀ ਅਜ਼ਿਊਮ ਕਰਕੇ ਜਾਓਗੇ, ਉੱਥੇ ਸਮਾਨ ਮਿਲੇਗਾ ਕਿ ਨਹੀਂ ਮਿਲੇਗਾ। ਦ ਮੋਮੈਂਟ ਤੁਸੀਂ ਉਹਦੇ ਲਈ ਜਾ ਰਹੇ ਹੋ ਨਾ, ਸਮਾਨ ਲੈਣ ਦੇ ਲਈ, ਤੁਸੀਂ ਇਹ ਸੋਚ ਰਹੇ ਹੋ ਕਿ ਐਕਚੁਅਲੀ ਸਮਾਨ ਉੱਥੇ ਮਿਲੇਗਾ। ਜੇ ਤੁਸੀਂ ਇਹ ਸੋਚੋ ਨਾ ਸਮਾਨ ਤਾਂ ਉੱਥੇ ਮਿਲਣਾ ਹੀ ਨਹੀਂ, ਤੁਸੀਂ ਜਾਣਾ ਹੀ ਨਹੀਂ। ਤੁਸੀਂ ਕੋਈ ਵੀ ਕੰਮ ਕਰੋਗੇ ਤਾਂ ਉਹ ਕੀ ਸੋਚ ਕੇ ਕਰੋਗੇ, ਇਹ ਹੋਏਗਾ ਕਿ ਨਹੀਂ ਹੋਏਗਾ। ਜੇ ਹੋਏਗਾ ਤਾਂ ਕਰ ਰਹੇ ਹੋ ਨਾ, ਯੈਸ অর ਨੋ। ਜੇ ਤੁਹਾਨੂੰ ਪਤਾ ਹੀ ਹੈ, ਤੁਸੀਂ ਅਜ਼ਿਊਮ ਹੀ ਕਰੋਗੇ ਤਾਂ ਹੋਣਾ ਹੀ ਨਹੀਂ, ਤੁਸੀਂ ਕਿਸ ਖੁਸ਼ੀ 'ਚ ਕਰੋਗੇ ਫਿਰ। ਇਹ ਸਮਝ ਆਇਆ। ਸੋ ਓਕੇ, ਸੋ ਜਦੋਂ ਵੀ ਕੋਈ ਚੀਜ਼ ਕੀਤੀ ਜਾਂਦੀ ਹੈ, ਸੋ ਫॉर एग्जांपल ਐਡਵਰਟਾਈਜ਼ਮੈਂਟ ਨੋਟਿਸ ਤੇ ਅਪੀਲ, ਉਹਦੇ ਵਿੱਚ ਆਪਾਂ ਅਜ਼ਿਊਮ ਕਰਦੇ ਹਾਂ ਇਹਦਾ ਲੋਕਾਂ ਤੇ ਅਸਰ ਹੋਏਗਾ। ਸੋ ਜੇ ਕੰਪਨੀ ਇਹ ਸੋਚ ਕੇ ਬੈਠ ਜਾਏ ਕਿ ਬਈ ਇਹਦਾ ਤਾਂ ਲੋਕਾਂ ਤੇ ਅਸਰ ਹੁੰਦਾ ਹੀ ਨਹੀਂ, ਕੀ ਉਹ ਐਡਵਰਟਾਈਜ਼ਮੈਂਟ ਕਰੇਗੀ, ਨਹੀਂ ਕਰੇਗੀ। ਜੇ ਗਵਰਨਮੈਂਟ ਇਹ ਸੋਚ ਕੇ ਬੈਠ ਜਾਏ ਕਿ ਅਸੀਂ ਜਿੰਨਾ ਮਰਜ਼ੀ ਪਬਲਿਕ ਨੋਟਿਸ ਲਗਾ ਲਈਏ ਵੀ ਡੇਂਜਰ ਹੈ, ਬਿਵੇਅਰ ਆਫ ਡੌਗਸ ਜਾਂ ਕੁਛ ਇਸ ਤਰ੍ਹਾਂ, ਬਚ ਕੇ ਰਹੋ, ਤਾਂ ਆਪਾਂ ਜੇ ਇਹ ਸੋਚੀਏ ਜੀ ਲੋਕੀ ਤਾਂ ਦੇਖਦੇ ਹੀ ਨਹੀਂ, ਨਹੀਂ ਆਪਾਂ ਇੱਦਾਂ ਥੋੜੀ ਸੋਚਾਂਗੇ, ਗਵਰਨਮੈਂਟ ਇਹ ਥੋੜੀ ਸੋਚੇਗੀ ਉੱਥੇ ਲਿਖਿਆ ਹੋਇਆ ਡੇਂਜਰ, ਤਾਂ ਗਵਰਨਮੈਂਟ ਇਹ ਸੋਚੇਗੀ ਨਾ ਕਿ ਲੋਕੀ ਇੱਥੇ ਨਹੀਂ ਜਾਊਗੇ। ਯੈਸ ਔਰ ਨੋ, ਕਲੀਅਰ ਹੋ ਰਿਹਾ ਕਿ ਨਹੀਂ। In case of advertisement, what is being highlighted is looked for and expected by people। ਜੇ ਕੋਈ ਐਡਵਰਟਾਈਜ਼ਮੈਂਟ ਹੁੰਦੀ ਹੈ ਤੇ ਉਹ 'ਚ ਜੋ ਵੀ ਹਾਈਲਾਈਟ ਕੀਤਾ ਹੈ ਇਹ ਲੋਕੀ ਐਕਸਪੈਕਟ ਕਰ ਰਹੇ ਤੇ ਲੱਭ ਰਹੇ, ਇਹ ਅਜ਼ਿਊਮ ਕੀਤਾ ਜਾਂਦਾ ਹੈ। ਇਹ ਵੀ ਸਹੀ ਹੈ। ਦੇਖੋ ਲੈਟਸ ਸਪੋਜ਼ ਤੁਸੀਂ ਕੋਈ ਐਡਵਰਟਾਈਜ਼ਮੈਂਟ ਦੇਖੀ, ਟੀਵੀ ਤੇ ਦੇਖੀ ਜਾਂ ਕੋਈ ਬੋਰਡ ਤੇ, ਕਿਸੇ ਬਿਲ ਬੋਰਡ ਤੇ ਦੇਖੀ, ਜਿਹੜੇ ਬਾਹਰ ਵੱਡੇ ਵੱਡੇ ਬੋਰਡ ਲੱਗੇ ਹੁੰਦੇ ਨਾ, ਬਿਲ ਬੋਰਡ, ਇੱਥੇ ਬਾਹਰ ਜਾਓਗੇ ਤੁਸੀਂ ਦੇਖੋਗੇ ਵੱਡੇ ਵੱਡੇ ਬੋਰਡਸ ਜਿਹੜੇ ਲੱਗੇ ਹੋਏ ਹੈ, ਠੀਕ ਹੈ। ਸੋ ਉਹ ਬਿਲ ਬੋਰਡ ਤੇ ਕੁਛ ਨਾ ਹਾਈਲਾਈਟ ਕੀਤਾ ਹੋਇਆ, ਜਾਂ ਟੀਵੀ ਤੇ ਜਦੋਂ ਤੁਸੀਂ ਕੋਈ ਐਡ ਦੇਖ ਰਹੇ ਹੋ ਜਾਂ ਕੋਈ ਪੈਂਫਲੇਟ ਤੇ ਐਡ ਦੇਖ ਰਹੇ ਹੋ, ਉੱਤੇ ਕੁਛ ਕੀ ਕੀਤਾ ਹੋਇਆ, ਹਾਈਲਾਈਟ ਕੀਤਾ ਹੋਇਆ। ਹਾਈਲਾਈਟ ਕਿਸ ਖੁਸ਼ੀ 'ਚ ਕੀਤਾ ਹੋਇਆ, ਇਸੇ ਕਰਕੇ ਨਾ ਕਿ ਉਹ ਇੰਪੋਰਟੈਂਟ ਹੋਏਗਾ। ਨਹੀਂ, ਕਿਹੜੀ ਚੀਜ਼ ਨੂੰ ਹਾਈਲਾਈਟ ਕੀਤਾ ਹੋਏਗਾ, ਉਹੀ ਚੀਜ਼ ਜਿਹੜੀ ਐਡਵਰਟਾਈਜ਼ਮੈਂਟ ਜਾਂ ਕੋਈ ਅਪੀਲ ਕਰ ਰਿਹਾ, ਉਹ ਐਡਵਰਟਾਈਜ਼ਮੈਂਟ ਕਰ ਰਿਹਾ, ਉਹ 'ਚੋਂ ਹਾਈਲਾਈਟ ਕੀਤੀ, ਉਹ ਇਹ ਸੋਚੇਗਾ ਨਾ ਕਿ ਇਹ ਚੀਜ਼ ਚਾਹੀਦੀ ਲੋਕਾਂ ਨੂੰ, ਇਹ ਚੀਜ਼ ਲੱਭ ਰਿਹਾ। ਆਈ ਹੋਪ ਤੁਹਾਨੂੰ ਸਮਝ ਆਉਂਦਾ ਹੈ। ਹਾਈਲਾਈਟ ਕਿਹੜੀ ਚੀਜ਼ ਹੁੰਦੀ ਹੈ, ਉਹੀ ਨਾ ਜਿਹੜੀ ਸਭ ਨੂੰ ਇੰਪੋਰਟੈਂਟ ਹੁੰਦੀ ਹੈ ਤੇ ਉਹ ਪਰਸਨ ਐਕਸਪੈਕਟ ਕਰਦਾ ਹੈ ਕਿ ਇਹੀ ਪਰਸਨ ਦੇ ਲਈ ਇੰਪੋਰਟੈਂਟ ਹੈ। ਅਟਰੈਕਟ ਕਰਨ ਦੀ ਕਰਕੇ ਨਹੀਂ ਹੁੰਦਾ,
ਨੀਡ ਕੀ ਹੈ, ਕਿਹੜੀ ਚੀਜ਼ ਚਾਹੀਦੀ ਹੈ, ਉਹਨੂੰ ਹਾਈਲਾਈਟ ਕੀਤਾ ਜਾਂਦਾ। ਹਾਂ ਤੁਸੀਂ ਇਦਾਂ ਕਹਿ ਸਕਦੇ ਹੋ, ਬਟ ਉਹ ਅਟਰੈਕਟ ਕਰੇਗੀ, ਹਾਈਲਾਈਟ ਕਰਕੇ ਅਟਰੈਕਟ ਕਰੇਗੀ, ਬਟ ਉਹ ਚੀਜ਼ ਜ਼ਰੂਰੀ ਵੀ ਤਾਂ ਹੋਣੀ ਚਾਹੀਦੀ ਨਾ। ਫਾਲਤੂ ਚ ਕੁਝ ਵੀ ਹਾਈਲਾਈਟ ਕਰ ਦੋ ਤਾਂ ਕੋਈ ਫਾਇਦਾ। ਨਹੀਂ ਉਹ ਲੀਡ ਐਡ ਵਾਲਿਆਂ ਦੀ ਐਡ ਥੋੜੀ ਹੈ। ਉਸ ਲੀਡ ਐਡ ਨੂੰ ਲੀਡ ਐਡ ਕਿਹਾ ਜਾਂਦਾ ਹੈ, ਇਟਸ ਬਿਲਬੋਰਡ, ਉਹਨੂੰ ਬਿਲਬੋਰਡ ਕਿਹਾ ਜਾਂਦਾ ਹੈ, ਜਿਹੜਾ ਚੌਰਾਹੇ ਤੇ ਕਿਤੇ ਲੱਗਾ ਹੋਵੇ ਜਾਂ ਜਿਹੜਾ ਮੇਨ ਰੋਡ ਤੇ ਹੋਵੇ। ਹਾਂ ਸੋ ਉਹ 'ਚ ਜੇ ਉਹ ਖਾਲੀ ਹੈ ਤਾਂ ਫਿਰ ਉੱਥੇ ਕੋਈ ਐਡਵਰਟਾਈਜ਼ਮੈਂਟ ਥੋੜੀ ਹੈ, ਉਹ ਤਾਂ ਕੋਈ ਐਡਵਰਟਾਈਜ਼ਮੈਂਟ ਦੇਏਗਾ ਉੱਥੇ। ਉਹ ਐਡਵਰਟਾਈਜ਼ਮੈਂਟ 'ਚ ਕੀ ਹਾਈਲਾਈਟ ਕੀਤਾ ਮੈਂ ਉਹਦੀ ਗੱਲ ਕਰ, ਕੀ ਸਮਝ ਆ ਰਿਹਾ? ਮੈਨੂੰ ਲੱਗਦਾ ਨਹੀਂ ਇਹ ਕਨਫਰਮ ਹੋਇਆ ਤੁਹਾਨੂੰ, ਪਤਾ ਲੱਗਾ? ਮੈਂ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਜੇ ਨਾ ਕਿਸੇ ਐਡਵਰਟਾਈਜ਼ਮੈਂਟ 'ਚ ਕੋਈ ਚੀਜ਼ ਹਾਈਲਾਈਟਡ ਹੋਵੇ, ਉਹ ਹਾਈਲਾਈਟਡ ਪਰਸਨ ਜਾਂ ਕੋਈ ਐਡਵਰਟਾਈਜ਼ਰ ਇਸ ਕਰਕੇ ਕਰ ਰਿਹਾ ਕਿ ਉਹ ਅਸਿਊਮ ਕਰਦਾ ਵੀ ਇਹ ਚੀਜ਼ ਲੋਕੀ ਐਕਸਪੈਕਟ ਕਰਦੇ, ਇਹ ਚੀਜ਼ ਚਾਹੀਦੀ ਲੋਕਾਂ ਨੂੰ, ਤੇ ਫਿਰ ਉਹ ਹਾਈਲਾਈਟ ਕੀਤੀ ਹੈ, ਉਹ ਸਿੱਧਾ ਹੀ ਉਹ ਦੇਖ ਲੋਗੇ ਇਹਨੂੰ, ਅੱਛਾ ਆਹ ਚੀਜ਼ ਹੈਗੀ ਇੱਥੇ। ਕੀ ਸਮਝ ਆ ਰਿਹਾ ਮੈਂ ਕੀ ਕਹਿ ਰਿਹਾ? ਨੈਕਸਟ ਪੋਰਸ਼ਨ ਕੀ ਹੈ? In case of public notice, what is being advised is beneficial for public and its non-practice harmful in some way। ਜੇ ਕੋਈ ਪਬਲਿਕ ਨੋਟਿਸ ਦਿੱਤਾ ਹੈ ਨਾ ਗਵਰਨਮੈਂਟ ਨੇ, ਤਾਂ ਐਡਵਾਈਜ਼ ਕੀਤਾ ਜਾਂਦਾ, ਇਹ ਜੋ ਵੀ ਐਡਵਾਈਜ਼ ਕੀਤਾ ਨਾ ਉਹ ਪਬਲਿਕ ਦੇ ਲਈ ਬੈਨੀਫੀਸ਼ੀਅਲ ਹੈ, ਤੇ ਉਹ ਜੋ ਪ੍ਰੈਕਟਿਸ ਨਹੀਂ ਕਰੋਗੇ ਉੱਤੇ ਤਾਂ ਉਹ ਕਿਸੇ ਨੇ ਤਰ੍ਹਾਂ ਉਹਨਾਂ ਲਈ ਨੁਕਸਾਨਦੇਹ ਹੋਏਗਾ, ਇਹ ਵੀ ਅਸਿਊਮ ਕੀਤਾ ਜਾਂਦਾ ਹੈ। ਫੋਰ ਐਗਜ਼ਾਮਪਲ ਜੇ ਅੱਗੇ ਲਿਖਿਆ ਹੋਇਆ ਵਰਕ ਇਨ ਪ੍ਰੋਗਰੈਸ, ਕੋਈ ਪਰਸਨ ਰੋਡ ਤੇ ਜਾ ਰਿਹਾ, ਅੱਗੇ ਲਿਖਿਆ ਹੋਇਆ ਹੈ ਵਰਕ ਇਨ ਪ੍ਰੋਗਰੈਸ ਤੇ ਨਾਲ ਡਿਵਰਜਨ ਸਾਈਨ ਹੈ, ਕੀ ਇਹ ਗਵਰਨਮੈਂਟ ਇਹ ਕਿਹਦੇ ਲਈ ਹੈ? ਉਹ ਜੋ ਲਿਖਿਆ ਹੈ ਉਹ ਕਾਹਦੇ ਲਈ ਹੈ? ਪਬਲਿਕ ਦੀ ਵੈਲਫੇਅਰ ਲਈ? ਯੈਸ ਔਰ ਨੋ? ਸੋ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਅਸਿਊਮ ਕਰਦੇ ਹਾਂ ਕਿ ਲੋਕਾਂ ਤੇ ਇਹਦਾ ਅਸਰ ਪਏਗਾ, ਮਤਲਬ ਲੋਕੀ ਜਿੱਦੇ ਇਹਨੂੰ ਦੇਖੋਗੇ ਨਾਲੇ ਕੀ ਹੋ ਜਾਊਗੇ, ਉਹ ਰੋਕ ਲਓਗੇ, ਅੱਗੇ ਨਹੀਂ ਜਾਓਗੇ ਜਾਂ ਡਿਵਰਟ ਹੋ ਜਾਓਗੇ। ਆ ਸਮਝਦੇ ਹੋ? ਦੂਸਰਾ ਕਿ ਜੇ ਅੱਛਾ ਲੋਕੀ ਉਹਨੂੰ ਨਾ ਦੇਖਣ ਜਾਂ ਉਹ ਤੇ ਅਮਲ ਨਾ ਕਰਨ ਤਾਂ ਉਹ ਨੁਕਸਾਨ ਹੋਏਗਾ ਉਹਨਾਂ ਨੂੰ, ਬਿਲਕੁਲ ਨੁਕਸਾਨ ਹੋਏਗਾ। ਠੀਕ ਹੈ, ਸੋ ਲੋਕਾਂ ਦੇ ਬੈਨੀਫਿਟ ਲਈ ਹੁੰਦਾ ਹੈ, ਤੇ ਜੇ ਲੋਕੀ ਉਹਨੂੰ ਨਹੀਂ ਐਕਸੈਪਟ ਕਰਦੇ ਤਾਂ ਉਹਦਾ ਕੀ ਹੋ ਸਕਦਾ ਹੈ? ਨੁਕਸਾਨ ਹੋ ਸਕਦਾ। ਫੋਰ ਐਗਜ਼ਾਮਪਲ ਅੱਗੇ ਲਿਖਿਆ ਹੈ ਕਿ ਬੋਰਡ ਲੱਗਾ ਹੋਇਆ ਬਿਵੇਅਰ ਆਫ ਡੌਗਸ, ਸੋ ਉੱਥੇ ਉਹਨੂੰ ਫਿਰ ਸਾਵਧਾਨ ਹੋ ਜਾਣਾ ਚਾਹੀਦਾ ਹੈ ਕਿ ਨਹੀਂ? ਨਹੀਂ ਹੋਏਗਾ ਤਾਂ ਉਹਦਾ ਨੁਕਸਾਨ ਹੋਏਗਾ। ਜਾਂ ਅੱਗੇ ਡੇਂਜਰ ਸਾਈਨ ਹੈ ਤਾਂ ਨਹੀਂ ਜਾਣਾ ਚਾਹੀਦਾ ਉਹਨੂੰ ਅੱਗੇ। ਆਈ ਹੋਪ ਤੁਹਾਨੂੰ ਸਮਝ ਆਉਂਦਾ ਹੈ। ਸੋ ਜੇ ਉਹ ਪਬਲਿਕ ਦੇ ਬੈਨੀਫਿਟ ਲਈ ਹੈ, ਬਿਲਕੁਲ ਆਪਾਂ ਅਸਿਊਮ ਕਰਦੇ ਹੋ ਪਬਲਿਕ ਦੇ ਬੈਨੀਫਿਟ ਲਈ ਹੈ, ਤੇ ਜੇ ਉਹ ਪਬਲਿਕ ਉੱਤੇ ਨॉन ਪ੍ਰੈਕਟਿਸ ਨਹੀਂ ਕਰੇਗੀ ਤਾਂ ਉਹਨਾਂ ਨੂੰ ਨੁਕਸਾਨ ਹੋਏਗਾ, ਡੈਫੀਨੇਟਲੀ ਆਪਾਂ ਅਸਿਊਮ ਕਰਦੇ ਹੋਏਗਾ। In case of public notice, it is duty of those who issue it to issue such notices। ਇਹ ਵੀ ਇੰਪੋਰਟੈਂਟ ਹੈ। ਜੇ ਕੋਈ ਪਬਲਿਕ ਨੋਟਿਸ ਲੱਗਾ ਹੈ ਤੇ ਨੀਚੇ ਅਜ਼ੰਪਸ਼ਨ ਦਿੱਤੀ ਹੈ ਕਿ ਜਿਨ੍ਹਾਂ ਨੇ ਲਾਇਆ ਉਹਨੇ ਇਹ ਡਿਊਟੀ ਬਣਦੀ ਹੈ, ਇਹ ਵੀ ਅਜ਼ੰਪਸ਼ਨ ਸਹੀ ਹੈ। ਫੋਰ ਐਗਜ਼ਾਮਪਲ ਕੋਈ ਬਹੁਤ ਭੀੜ ਵਾਲੀ ਜਗ੍ਹਾ ਹੈ, ਜਿਵੇਂ ਕਿ ਬੱਸ ਸਟੈਂਡ ਹੋ ਗਿਆ, ਰੇਲਵੇ ਸਟੇਸ਼ਨ ਹੋ ਗਿਆ, ਜਾਂ ਕੋਈ ਵੀ ਇੱਦਾਂ ਦੀ ਪਲੇਸ ਜਿੱਥੇ ਭੀੜ ਰਹਿੰਦੀ ਹੈ, ਉੱਥੇ ਪਤਾ ਹੈ ਕਿ ਨਾਰਮਲੀ ਪਿਕ ਪॉकेटिंग ਦੀ ਪ੍ਰੋਬਲਮ ਹੈਗੀ ਹੈ। ਸੋ ਉੱਥੇ ਜੇ ਨੋਟਿਸ ਲੱਗਾ ਹੈ ਜਾਂ ਫਿਰ ਜੇ ਆਪਾਂ ਨਹੀਂ, ਸਾਨੂੰ ਇਹ ਕਲੀਅਰ ਹੋ ਜਾਂਦਾ ਕਿ ਇੱਥੇ ਡਿਊਟੀ ਹੈ ਲੋਕਲ ਐਡਮਿਨਿਸਟ੍ਰੇਸ਼ਨ ਦੀ ਕਿ ਇੱਥੇ ਬੋਰਡ ਹੋਣਾ ਚਾਹੀਦਾ ਬਿਵੇਅਰ ਆਫ ਪਿਕ ਪॉकेटर्स। ਆ ਸਮਝ ਰਹੇ ਹੋ ਕਿ ਨਹੀਂ? ਕਿਸੇ ਪਰਟੀਕੂਲਰ ਜਗ੍ਹਾ ਤੇ ਕੋਈ ਅਰੇਂਜਮੈਂਟਸ ਕੀਤੀਆਂ ਗਈਆਂ ਕਿਸੇ ਦੁਆਰਾ, ਠੀਕ ਹੈ, ਬਟ ਉਹ ਉਸ ਅਰੇਂਜਮੈਂਟ ਦੀ ਪੂਰੀ ਰਿਸਪੌਂਸਿਬਿਲਿਟੀ ਨਹੀਂ ਲੈ ਰਿਹਾ। ਲੈਟਸ ਸਪੋਜ਼ ਉਹ ਕਹਿੰਦਾ ਕਿ ਜੇ ਕੋਈ ਪਰਸਨ ਇੱਥੇ ਆਉਂਦਾ ਹੈ ਤੇ ਉਹ ਆਪਣੇ ਸਮਾਨ ਦਾ ਉਹਨੂੰ ਧਿਆਨ ਰੱਖਣਾ ਚਾਹੀਦਾ ਹੈ। ਸੋ ਮੋਸਟ ਲਾਈਕਲੀ ਉੱਥੇ ਲਿਖਿਆ ਹੋਏਗਾ ਨਾ ਕਿ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਦਾਰ ਹੈ, ਭਾਵੇਂ ਉਹ ਪ੍ਰਾਈਵੇਟ ਹੈ, ਜਾਂ ਤੁਸੀਂ ਕਿਸੇ ਹੋਟਲ 'ਚ ਵੀ ਗਏ ਹੋ, ਭਾਵੇਂ ਉਹ ਪ੍ਰਾਈਵੇਟ ਹੈ, ਉਹ ਹੋਟਲ ਵਾਲਿਆਂ ਨੇ ਰਿਸਪੌਂਸਿਬਿਲਿਟੀ ਨਹੀਂ ਲੈਣੀ। ਅੱਛਾ ਜੀ ਤੁਸੀਂ ਸਾਡੇ ਕੋਲ ਆਏ ਸੀ ਸਾਡੀ ਸਰਵਿਸ ਲੈਣ ਦੇ ਲਈ, ਹਾਂ, ਬਟ ਜੇ ਉਹ ਇੱਦਾਂ ਇਨਸ਼ੋਰ ਕਰਦੇ ਕਿਉਂਕਿ ਇੱਦਾਂ ਦੀ ਪ੍ਰੋਬਲਮ ਆਉਂਦੀ ਹੈ, ਤਾਂ ਦੇ ਕੈਨ ਹੈਵ ਅ ਬੋਰਡ ਸਮਵੇਅਰ ਵੀ ਹਾਂ ਬਈ ਦੇ ਕੈਨ ਹੈਵ ਅ ਨੋਟਿਸ ਸਮਵੇਅਰ। ਕੀ ਸਮਝ ਆ ਰਿਹਾ ਕਿ ਨਹੀਂ? ਯੈਸ ਔਰ ਨੋ? ਅੱਛਾ ਕਈ ਵਾਰ ਨੋਟਿਸ ਜਿਹੜਾ ਹੈ ਇੰਟਰਨਲ ਨੋਟਿਸ ਵੀ ਹੁੰਦਾ ਹੈ। ਇੱਥੇ ਤਾਂ ਚਲੋ ਪਬਲਿਕ ਨੋਟਿਸ ਦੀ ਗੱਲ ਕੀਤੀ ਹੈ, ਇੰਟਰਨਲ ਨੋਟਿਸ ਕਿਹੜਾ ਹੁੰਦਾ ਹੈ? ਜਿਵੇਂ ਕਿ ਕਈ ਸਕੂਲਸ, ਕਾਲਜਸ, ਆਰਗੇਨਾਈਜੇਸ਼ਨਸ, ਜੇ ਕੋਈ ਕੰਪਨੀ ਹੈ, ਉਹ ਕੰਪਨੀ ਦੀ ਐਂਟਰੈਂਸ ਹੁੰਦੀ ਨਾ ਜਿੱਥੇ, ਕੀ ਹੁੰਦੀ ਹੈ?
ਉੱਥੇ ਹਮੇਸ਼ਾ ਬਾਹਰ ਇੱਕ ਬਹੁਤ ਵੱਡਾ ਨੋਟਿਸ ਬੋਰਡ ਹੁੰਦਾ ਹੈ। ਕਿਉਂ ਕਿਉਂਕਿ ਵਰਕਰਸ ਨੇ ਤਾਂ ਉੱਥੋਂ ਹੀ ਜਾਣਾ। ਸੋ ਉਹਨਾਂ ਦਾ ਪਹਿਲਾ ਕੰਮ ਕੀ ਹੁੰਦਾ ਹੈ ਕਿ ਸਭ ਤੋਂ ਪਹਿਲਾਂ ਕੀ ਚੈੱਕ ਕਰਨ, ਨਵੀਂ ਚੀਜ਼ ਕੀ ਹੈ। ਉਹ ਕਿੱਥੋਂ ਪਤਾ ਲੱਗੇਗੀ, ਨੋਟਿਸ ਤੋਂ। ਫੋਰ ਐਗਜ਼ਾਮਪਲ ਕੋਈ ਮੀਟਿੰਗ ਹੈ, ਕੋਈ ਕੁਛ ਵੀ ਹੈ, ਠੀਕ ਹੈ, ਡੇ ਦੀ ਸਟਾਰਟਿੰਗ ਦੇ ਵਿੱਚ ਜਾਂ ਕੋਈ ਪਰਟੀਕੂਲਰ, ਉਹ ਸਭ ਹਮੇਸ਼ਾ ਕਿੱਥੇ ਰੱਖੇ ਇਨਫੋਰਮੇਸ਼ਨ ਹੋਏਗੀ। ਕੋਈ ਨਵੀਂ ਪਾਲਿਸੀ ਇੰਪਲੀਮੈਂਟ ਕੀਤੀ ਗਈ ਹੈ, ਯੈਸ ਔਰ ਨੋ, ਉਹ ਕਿੱਥੇ ਹੋਏਗਾ, ਹਮੇਸ਼ਾ ਨੋਟਿਸ ਬੋਰਡ ਤੇ। ਸੋ ਵਰਕਰ ਆਇਆ, ਐਂਟਰ ਕੀਤਾ, ਸਭ ਤੋਂ ਪਹਿਲਾਂ ਉਹ ਕੀ ਦੇਖੇਗਾ, ਨੋਟਿਸ ਬੋਰਡ, ਉਹਨੂੰ ਪਤਾ ਲੱਗ ਜਾਏਗਾ। ਸੋ ਉਹ ਇੰਟਰਨਲ ਨੋਟਿਸਿਸ ਹੁੰਦੇ, ਉਹ ਪਬਲਿਕ ਦੇ ਲਈ ਨਹੀਂ ਹੈ, ਸਾਰੀ ਦੁਨੀਆ ਦੇ ਲਈ ਨਹੀਂ ਹੈ ਉਹ, ਜਾਂ ਉਸ ਏਰੀਆ 'ਚ ਜਿੰਨੇ ਲੋਕ ਰਹਿੰਦੇ ਉਹਨਾਂ ਲਈ ਨਹੀਂ ਹੈ ਇੱਕ ਤਰ੍ਹਾਂ ਦਾ ਉਹ ਨੋਟਿਸ ਹੈ, ਬਟ ਉਹ ਸਿਰਫ ਇੰਟਰਨਲ ਆਰਗੇਨਾਈਜੇਸ਼ਨ ਦੇ ਲਈ ਹੈ। ਕਿਹਦੇ ਲਈ ਹੈ, ਇੰਟਰਨਲ ਆਰਗੇਨਾਈਜੇਸ਼ਨ, ਮਤਲਬ ਜਿੰਨੇ ਵਰਕਰਸ ਕੰਮ, ਇੰਪਲੋਈਜ਼ ਕੰਮ ਕਰਦੇ, ਉਹਨਾਂ ਦੇ ਲਈ ਹੈ ਵੀ ਇਸ ਟਾਈਮ ਤੇ ਇਦਾਂ ਆਹ ਚੀਜ਼ ਹੋਣੀ ਹੈ। ਆ ਦੇਖੋ ਇੱਥੇ ਲਿਖਿਆ ਹੋਇਆ। ਸੋ ਕਾਹਦੇ ਲਈ ਲਿਖਿਆ ਹੋਇਆ, ਤਾਂ ਕਿ ਉਹਨਾਂ ਨੂੰ ਕਿਸੇ ਨੂੰ ਪ੍ਰੋਬਲਮ ਨਾ ਹੋਏ ਅੰਡਰਸਟੈਂਡਿੰਗ 'ਚ ਜਾਂ ਆਉਣ ਦੇ ਵਿੱਚ, ਉਹਨਾਂ ਨੂੰ ਬੈਨੀਫਿਟ ਰਹੇ। ਹਾਂ, ਕੀ ਸਮਝ ਆ ਰਿਹਾ ਕਿ ਨਹੀਂ। ਤੇ ਜੇ ਇਦਾਂ ਦੀ ਕੋਈ ਚੇਂਜਸ ਹੈਗੇ ਵੀ ਹੈ, ਤੇ ਆਪਾਂ ਇਹ ਵੀ ਅਜ਼ਿਊਮ ਕਰਦੇ ਹਾਂ ਕਿ ਮੈਨੇਜਮੈਂਟ ਦੀ ਜ਼ਿੰਮੇਵਾਰੀ ਹੈ ਕਿ ਇੱਥੇ ਨੋਟਿਸ ਬੋਰਡ ਤੇ ਇਹ ਇਨਫੋਰਮੇਸ਼ਨ ਲਿਖੀ ਹੋਣੀ ਚਾਹੀਦੀ, ਕਿਉਂਕਿ ਇਹ ਚੀਜ਼ ਚੇਂਜ ਹੋਈ ਹੈ। ਕੀ ਇਹ ਸਮਝ ਆ ਰਿਹਾ। ਇਨ ਕੇਸ ਆਫ ਐਨ ਅਪੀਲ ਦ ਰੀਜ਼ਨ ਫॉर ਇਸ਼ੂਇੰਗ ਇਟ ਐਗਜ਼ਿਸਟਸ। ਹੁਣ ਜੇ ਕੋਈ ਅਪੀਲ ਹੋਈ ਹੈ, ਰਿਕੁਐਸਟ ਕਰ ਰਿਹਾ ਕੋਈ, ਸੋ ਆਪਾਂ ਅਜ਼ਿਊਮ ਕਰਦੇ ਹਾਂ ਕਿ ਉਸ ਰਿਕੁਐਸਟ ਦਾ ਰੀਜ਼ਨ ਐਗਜ਼ਿਸਟ ਕਰਦਾ ਹੈ। ਫੋਰ ਐਗਜ਼ਾਮਪਲ ਅਚਾਨਕ ਤੁਸੀਂ ਦੇਖੋ ਕਿਸੇ ਕੋਈ ਪਰਟੀਕੂਲਰ ਪਰਸਨ ਹੈ ਜਾਂ ਕੋਈ ਫਿਲਮ ਸਟਾਰ ਹੈ, ਉਹ ਅਪੀਲ ਕਰ ਰਿਹਾ ਕਿ ਸਾਨੂੰ ਇਸ ਜਗ੍ਹਾ 'ਤੇ ਜਿਹੜੀ ਪ੍ਰੋਬਲਮ ਹੋਈ ਹੈ ਉਹਦੇ ਲਈ ਕੰਟਰੀਬਿਊਟ ਕਰਨਾ ਚਾਹੀਦਾ ਹੈ। ਸੋ ਆਪਾਂ ਕੀ ਅਜ਼ਿਊਮ ਕਰਾਂਗੇ, ਕਿਉਂਕਿ ਪ੍ਰੋਬਲਮ ਹੋਈ ਨਹੀਂ ਕਿ ਆਪਾਂ ਇਹ ਅਜ਼ਿਊਮ ਕਰੋਗੇ ਨਾ, ਹਾਂ, ਕਿ ਉੱਥੇ ਐਕਚੁਅਲੀ ਕੋਈ ਖਰਾਬ ਸਿਚੁਏਸ਼ਨ ਹੋਈ ਹੋਏਗੀ ਤੇ ਲੋਕਾਂ ਨੂੰ ਦਿੱਕਤ ਆ ਰਹੀ ਹੈ ਕਾਫੀ। ਸਮਝ ਆ ਰਿਹਾ ਮੈਂ ਕੀ ਕਹਿ ਰਿਹਾ। ਸੋ ਜਦੋਂ ਕੋਈ ਇੱਕ ਅਪੀਲ ਹੋਈ ਹੈ, ਖਾਸ ਅਪੀਲ ਕੌਣ ਕਰਦਾ, ਮੋਸਟਲੀ ਐਨਜੀਓਜ਼ ਜਾਂ ਗਵਰਨਮੈਂਟ ਵੀ ਕਰ ਸਕਦੀ ਹੈ। ਜੇ ਕੋਈ ਗਵਰਨਮੈਂਟ ਅਪੀਲ ਕਰ ਰਹੀ ਹੈ ਤਾਂ ਆਪਾਂ ਕੀ ਸੋਚੀਏ ਕਿ ਇਹ ਅਪੀਲ ਕਰਨ ਦਾ ਰੀਜ਼ਨ ਐਗਜ਼ਿਸਟ ਕਰਦਾ ਹੈ ਕਿ ਐਵੇਂ ਹੀ ਹੋ ਰਹੀ ਹੈ, ਕਰਦਾ ਹੀ ਹੋਏਗਾ ਨਾ, ਆਪਾਂ ਨੂੰ ਦੱਸਣ ਦੀ ਲੋੜ ਥੋੜੀ ਹੈ। ਫਿਰ ਉਸ ਕੇਸ ਆਪਾਂ ਅਜ਼ਿਊਮ ਕਰਦੇ ਹਾਂ ਕਿ ਵੀ ਆਹ ਕਿਸੇ ਚੀਜ਼ ਲਈ ਅਪੀਲ ਹੋ ਰਹੀ ਹੈ, ਤੇ ਫਿਰ ਉਹਦਾ ਰੀਜ਼ਨ ਕੀ ਹੋ ਰਿਹਾ ਹੈ, ਐਗਜ਼ਿਸਟ ਕਰਦਾ। ਇਹ ਫਾਲਤੂ 'ਚ ਨਹੀਂ ਹੈ, ਐਵੇਂ ਨਹੀਂ ਹੈ। ਆਈ ਹੋਪ ਆ ਤੁਹਾਨੂੰ ਸਮਝ ਆਉਂਦਾ। ਸੋ ਇਹ ਸਾਰੇ ਕੇਸਿਸ ਵਿੱਚ ਆਪਾਂ ਅਜ਼ਿਊਮ ਕਰਦੇ ਹਾਂ ਕਿ ਅਜ਼ੰਪਸ਼ਨਸ ਵੈਲਿਡ ਹੈ ਕਿ ਇਨਵੈਲਿਡ ਹੈ, ਵੈਲਿਡ ਹੈ। ਸੋ ਐਡਵਰਟਾਈਜ਼ਮੈਂਟ ਨੋਟਿਸ ਅਪੀਲ ਦੇ ਕੇਸ 'ਚ ਪਹਿਲੀ ਅਜ਼ੰਪਸ਼ਨ, ਸਭ ਤੋਂ ਪਹਿਲੀ ਅਜ਼ੰਪਸ਼ਨ ਕਿਹੜੀ ਹੈ ਕਿ ਐਡਵਰਟਾਈਜ਼ਮੈਂਟ ਨੋਟਿਸ ਦਾ ਅਪੀਲ, ਇਹਦਾ ਲੋਕਾਂ ਤੇ ਅਸਰ ਪੈਂਦਾ। ਸੋ ਦੂਸਰਾ, ਜੋ ਵੀ ਐਡਵਰਟਾਈਜ਼ਮੈਂਟ 'ਚ ਹਾਈਲਾਈਟ ਕੀਤਾ ਹੈ ਉਹ ਲੋਕੀ ਐਕਸਪੈਕਟ ਕਰਦੇ ਆ, ਲੱਭਦੇ ਆ। ਇਜ਼ ਇਟ ਕਲੀਅਰ। ਉਹ ਇੰਪੋਰਟੈਂਟ ਹੈ ਲੋਕਾਂ ਦੇ ਲਈ, ਕਿਹਦੇ ਲਈ, ਕੰਪਨੀ ਲਈ ਨਹੀਂ, ਕਿਹਦੇ ਲਈ, ਲੋਕਾਂ ਦੇ ਲਈ। ਇਹ ਅਜ਼ਿਊਮ ਕੀਤਾ ਜਾਂਦਾ ਹੈ। ਸੋ ਪਬਲਿਕ ਨੋਟਿਸ ਹੈ, ਉਹ 'ਚ ਜੋ ਵੀ ਐਡਵਾਈਸ ਕੀਤਾ ਹੈ ਉਹ ਲੋਕਾਂ ਦੇ ਬੈਨੀਫਿਟ ਲਈ ਹੈ, ਠੀਕ ਹੈ। ਤੇ ਜੇ ਲੋਕੀ ਉੱਤੇ ਪ੍ਰੈਕਟਿਸ ਨਹੀਂ ਕਰੋਗੇ ਤਾਂ ਉਹਨਾਂ ਨੂੰ ਨੁਕਸਾਨ ਹੋਏਗਾ। ਚੌਥਾ ਕਿ ਪਬਲਿਕ ਨੋਟਿਸ ਦੇ ਕੇਸ ਦੇ ਵਿੱਚ ਇਹ ਡਿਊਟੀ ਹੈ ਉਹਨਾਂ ਦੀ ਇਸ ਤਰ੍ਹਾਂ ਦੇ ਨੋਟਿਸ ਨੂੰ ਇਸ਼ੂ ਕਰਨਾ। ਸਮਝ ਰਹੇ ਹੋ, ਠੀਕ ਹੈ। ਫੋਰ ਐਗਜ਼ਾਮਪਲ ਰੇਲਵੇਜ਼ ਹੈ ਜਾਂ ਬੱਸ ਸਟੈਂਡ ਹੈ, ਸੋ ਉੱਤੇ ਜਾਂ ਬੱਸਿਸ ਹੈ, ਉਹਦੇ ਵਿੱਚ ਕਈ ਲਿਖਿਆ ਹੁੰਦਾ ਨਾ, ਜਿਵੇਂ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਦਾਰ ਹੈ। ਸੋ ਦੈਟ ਮੀਨਸ ਬੱਸ ਵਾਲੇ ਦੀ ਰਿਸਪੌਂਸਿਬਿਲਿਟੀ ਜੇ ਨਹੀਂ ਲੈਂਦੇ, ਸੋ ਇਟਸ ਬੈਟਰ ਕਿ ਉਹਨਾਂ ਨੇ ਕੀ ਰੱਖਿਆ ਹੋਇਆ ਉੱਪਰ, ਨੋਟਿਸ ਲਗਾਇਆ ਹੋਇਆ। ਜਾਂ ਕਈ ਵਾਰ ਪਬਲਿਕ ਨੋਟਿਸ ਹੁੰਦਾ ਜਿਵੇਂ ਬੱਸਿਸ 'ਚ ਲਿਖਿਆ ਹੁੰਦਾ ਕਿ ਆਪਣਾ ਹੱਥ ਜਾਂ ਸਿਰ ਜਾਂ ਕਿਸੇ ਜਗ੍ਹਾ 'ਤੇ ਲੀਨ ਨਹੀਂ ਕਰਨਾ ਜਾਂ ਬਾਹਰ ਨਹੀਂ ਕੱਢਣਾ। ਉਹ ਕਾਹਦੇ ਲਈ ਹੈ, ਪਬਲਿਕ ਦੇ ਵੈਲਫੇਅਰ ਲਈ, ਤਾਂ ਕਿ ਉਹਨਾਂ ਨੂੰ ਕੋਈ ਨੁਕਸਾਨ ਨਾ ਹੋਵੇ। ਸਮਝ ਰਹੇ ਹੋ। ਤੇ ਜੇ ਕੋਈ ਅਪੀਲ ਹੋਈ ਹੈ ਤਾਂ ਆਪਾਂ ਅਜ਼ਿਊਮ ਕਰਦੇ ਹਾਂ ਕਿ ਉਹਦਾ ਰੀਜ਼ਨ ਐਗਜ਼ਿਸਟ ਕਰਦਾ, ਐਵੇਂ ਨਹੀਂ ਹੈ। ਕੀ ਸਮਝ ਆਉਂਦਾ ਹੈ। ਹੁਣ ਇੱਕ ਕੁਐਸਚਨ ਚੈੱਕ ਕਰਦੇ ਹਾਂ ਆਪਾਂ। ਦ ਗਵਰਨਮੈਂਟ ਹੈਜ਼ ਅਪੀਲਡ। ਸੋ ਇੱਥੇ ਅਪੀਲ ਹੋਈ ਹੈ, ਕੀ ਹੋਈ ਹੈ, ਕਿਹਨੇ ਕੀਤੀ, ਗਵਰਨਮੈਂਟ ਨੇ, ਟੂ ਆਲ ਸਿਟੀਜ਼ਨ, ਸਾਰੇ ਸਿਟੀਜ਼ਨਸ ਨੂੰ ਕੀਤੀ ਹੈ, ਟੂ ਯੂਜ਼ ਪੋਰਟੇਬਲ ਵਾਟਰ ਜੁਡੀਸ਼ੀਅਸਲੀ। ਪੋਰਟੇਬਲ ਕਿਹੜਾ ਹੁੰਦਾ ਹੈ, ਡਰਿੰਕਿੰਗ, ਕਿਹੜਾ ਹੁੰਦਾ ਹੈ, ਪੀਣ ਵਾਲਾ ਪਾਣੀ, ਠੀਕ ਹੈ। ਜੁਡੀਸ਼ੀਅਸਲੀ ਕੀ ਹੁੰਦਾ ਹੈ, ਵਾਈਜ਼ਲੀ, ਕੀ ਹੁੰਦਾ ਹੈ, ਵਾਈਜ਼ਲੀ, ਸਮਝਦਾਰੀ ਨਾਲ, ਥਾਟਫੁਲੀ। ਐਜ਼ ਦੇयर ਇਜ਼ ਐਕਿਊਟ ਸ਼ਾਰਟੇਜ ਇਨ ਸਪਲਾਈ। ਐਕਿਊਟ ਮਤਲਬ ਬਹੁਤ ਜ਼ਿਆਦਾ, ਸ਼ਾਰਟੇਜ ਕਿਹਦੇ ਵਿੱਚ, ਸਪਲਾਈ ਦੇ ਵਿੱਚ। ਐਕਸੈਸਿਵ ਯੂਜ਼ ਮੇ ਲੀਡ ਟੂ ਹਿਊਜ ਸਕੇਰਸਿਟੀ ਇਨ ਫਿਊਚਰ ਮੰਥਸ। ਸਕੇਰਸਿਟੀ ਮਤਲਬ ਕਮੀ, ਥੋੜ, ਆਉਣ ਵਾਲੇ ਮਹੀਨਿਆਂ ਦੇ ਵਿੱਚ। ਫਿਊਚਰ ਮੰਥਸ ਵਿੱਚ ਬਹੁਤ ਜ਼ਿਆਦਾ ਕੀ ਹੋ ਸਕਦੀ ਹੈ, ਕਮੀ, ਸਕੇਰਸਿਟੀ ਹੋ ਸਕਦੀ ਹੈ ਐਕਸੈਸਿਵ ਯੂਜ਼ ਦੇ ਨਾਲ।
ਕੀ ਇਹ ਸਮਝ ਆ ਰਿਹਾ ਹੈ? Which of the assumption is implicit in the above statement? ਇਹਨਾਂ ਵਿੱਚੋਂ ਕਿਹੜੀ statement implicit ਹੈ? Implicit means clear ਹੈ, ਜੋ ਆਪਾਂ assume ਕਰਦੇ ਹਾਂ. An assumption is something supposed or taken for granted. ਸੋ ਇਹਦੀ assumption ਕੀ ਹੋਏਗੀ? ਗਵਰਨਮੈਂਟ ਅਪੀਲ ਕੀਤੀ ਹੈ ਸਾਡੇ ਸਿਟੀਜ਼ਨਸ ਨੂੰ ਕਿ ਜਿਹੜਾ ਪੀਣ ਵਾਲਾ ਪਾਣੀ ਹੈ ਉਹਨੂੰ ਧਿਆਨ ਨਾਲ ਸਮਝਦਾਰੀ ਦੇ ਨਾਲ ਯੂਜ਼ ਕਰੋ, ਕਿਉਂਕਿ ਉਹਦੀ ਕਾਫੀ ਕੀ ਹੈ, ਸ਼ਾਰਟੇਜ ਹੈ, ਤੇ ਜੇ ਜ਼ਿਆਦਾ ਯੂਜ਼ ਕੀਤਾ ਜਾਏਗਾ ਤਾਂ ਫਿਊਚਰ ਮੰਥਸ ਦੇ ਵਿੱਚ ਉਹਦੀ ਕਮੀ ਹੋ ਜਾਏਗੀ. ਸੋ ਇਹਦਾ ਅਜ਼ੰਪਸ਼ਨ, ਹੁਣ ਇਹ ਅਜ਼ੰਪਸ਼ਨ ਆਪਾਂ ਕੀ ਅਜ਼ੂਮ ਕਰਨਾ ਹੈ? ਤੇ ਪੀਪਲ ਮੇ ਇਗਨੋਰ ਦ ਅਪੀਲ ਐਂਡ ਕੰਟੀਨਿਊ ਯੂਜ਼ ਵਾਟਰ ਐਜ਼ ਪਰ ਦੇਅਰ ਕੰਸੀਡਰੇਸ਼ਨ. ਲੋਕੀ ਅਪੀਲ ਨੂੰ ਇਗਨੋਰ ਕਰੋਗੇ, ਇਹ ਅਜ਼ੰਪਸ਼ਨ ਨਹੀਂ ਹੋਏਗੀ. ਕਿਉਂ? ਕਿਉਂਕਿ ਗਵਰਨਮੈਂਟ ਨੂੰ, ਜਾਂ ਜੇ ਇਹ ਅਜ਼ੰਪਸ਼ਨ ਇਹ ਹੋਵੇ ਕਿ ਲੋਕੀ ਇਗਨੋਰ ਕਰੋਗੇ ਤਾਂ ਫਿਰ ਕੀ ਅਪੀਲ ਕੀਤੀ ਜਾਏਗੀ? ਨਹੀਂ. ਗਵਰਨਮੈਂਟ ਮੇ ਬੀ ਏਬਲ ਟੂ ਟੈਪ ਦੋਜ਼ ਹੂ ਡੂ ਨਾਟ ਰਿਸਪੌਂਡ ਟੂ ਦ ਅਪੀਲ. ਟੈਪ ਦਾ ਮਤਲਬ ਹੁੰਦਾ ਫੜ ਲੈਣਾ. ਗਵਰਨਮੈਂਟ ਹੈ ਉਹਨਾਂ ਨੂੰ ਫੜ ਲਏਗੀ ਜਿਨ੍ਹਾਂ ਨੇ ਅਪੀਲ ਤੇ ਰਿਸਪੌਂਡ ਨਹੀਂ ਕੀਤਾ. ਕੀ ਆਪਾਂ ਇਹ ਅਜ਼ਿਊਮ ਕਰਦੇ? ਨੋ. ਗਵਰਨਮੈਂਟ ਮੇ ਬੀ ਏਬਲ ਟੂ ਪੁੱਟ ਇਨ ਪਲੇਸ ਅਲਟਰਨੇਟ ਸੋਰਸ ਆਫ ਵਾਟਰ ਇਨ ਦ ਇਵੈਂਟ ਆਫ ਦ ਇਹ ਕ੍ਰਾਈਸਿਸ ਸਿਚੁਏਸ਼ਨ. ਜਿਹੜਾ ਗਵਰਨਮੈਂਟ ਹੈ ਜਿਹੜੀ, ਉਹ ਅਲਟਰਨੇਟ ਸੋਰਸ ਆਫ ਵਾਟਰ ਦੇ ਦੇਗੀ ਜੇ ਕੋਈ ਇੱਦਾਂ ਦੀ ਸਿਚੁਏਸ਼ਨ ਆਉਂਦੀ ਹੈ, ਕ੍ਰਾਈਸਿਸ ਜੇ ਹੁੰਦਾ. ਕੀ ਆਪਾਂ ਇਹ ਅਜ਼ਿਊਮ ਕਰਦੇ ਹਾਂ? ਇਹ ਵੀ ਆਪਾਂ ਅਜ਼ਿਊਮ ਨਹੀਂ ਕਰਦੇ. ਕਿਉਂ? ਕਿਉਂਕਿ ਜੇ ਗਵਰਨਮੈਂਟ ਕੋਲ ਅਲਟਰਨੇਟਿਵ ਆਲਰੇਡੀ ਹੈਗਾ ਹੈ ਤੇ ਸਾਨੂੰ ਫਿਰ ਕਿਉਂ ਐਡਵਾਈਜ਼ ਕਰ ਰਿਹਾ? ਸਾਨੂੰ ਕਾਹਲੀ ਅਪੀਲ ਕਰ ਰਿਹਾ? ਅਪੀਲ ਕਦੋਂ ਕੀਤੀ ਜਾਂਦੀ ਹੈ? ਜਦੋਂ ਕੋਈ ਸੋਲਿਊਸ਼ਨ ਹੋਵੇ? ਨਹੀਂ ਹੋਵੇ ਨਾ. ਹੈਲਪ ਤਾਂ ਹੀ ਚਾਹੀਦੀ ਹੈ. ਕੀ ਇਹ ਸਮਝ ਆ ਰਿਹਾ? ਸੋ ਜੇ ਉਹ ਕੋ ਅਲਟਰਨੇਟ ਸੋਰਸ ਆਫ ਵਾਟਰ ਹੈਗਾ ਤੇ ਫਿਰ ਸਾਨੂੰ ਅਪੀਲ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ. ਸੋ ਅਪੀਲ ਕਰ ਰਿਹਾ, ਦੈਟ ਮੀਨਸ ਫਿਰ ਸਿਚੁਏਸ਼ਨ ਠੀਕ ਨਹੀਂ ਹੈ ਨਾ. ਸੋ ਕੀ ਆਪਾਂ ਇਹ ਅਜ਼ਿਊਮ ਕਰਾਂਗੇ? ਨਹੀਂ. ਆਪਾਂ ਇਹ ਥੋੜੀ ਅਜ਼ਿਊਮ ਕਰਾਂਗੇ ਅਲਟਰਨੇਟ ਸੋਰਸ ਦੇ ਦੇਗਾ ਉਹ. ਅਪੀਲ ਕੱਲ ਹੀ ਕਰ ਰਿਹਾ ਫਿਰ ਉਹ. ਲਾਰਜ ਨੰਬਰ ਆਫ ਪੀਪਲ ਮੇ ਪੋਜ਼ਿਟਿਵਲੀ ਰਿਸਪੌਂਡ ਟੂ ਦ ਗਵਰਨਮੈਂਟਸ ਅਪੀਲ ਐਂਡ ਹੈਲਪ ਟਾਈਡ ਓਵਰ ਦ ਕ੍ਰਾਈਸਿਸ. ਇਹਨੂੰ ਆਪਾਂ ਅਜ਼ਿਊਮ ਕਰ ਸਕਦੇ ਬਿਲਕੁਲ. ਸੋ ਗਵਰਨਮੈਂਟ ਅਪੀਲ ਕੀਤੀ ਹੈ ਤੇ ਸਾਰੇ ਸਿਟੀਜ਼ਨਸ ਨੂੰ ਕਹਿ ਰਿਹਾ, ਤਾਂ ਆਪਾਂ ਇਹ ਅਜ਼ਿਊਮ ਕਰਦੇ ਹਾਂ ਕਿ ਫਿਰ ਲੋਕੀ ਅਮਲ ਕਰੂਗੇ ਇਹਦੇ ਤੇ. ਐਮ ਆਈ ਕਲੀਅਰ? ਓਨਲੀ ਪੂਅਰ ਆਰ ਗੋਇੰਗ ਟੂ ਸਫਰ ਫਰੋਮ ਦ ਸ਼ਾਰਟੇਜ ਆਫ ਵਾਟਰ ਸਪਲਾਈ. ਸਿਰਫ ਜਿਹੜੇ ਪੂਅਰ ਹੈ ਉਹ ਇਸ ਸ਼ਾਰਟੇਜ ਆਫ ਵਾਟਰ ਸਪਲਾਈ ਤੋਂ ਸਫਰ ਕਰੋਗੇ. ਇੱਥੇ ਵਰਡ ਕਿਹੜਾ ਯੂਜ਼ ਕੀਤਾ ਹੈ? ਸੋ ਆਪਾਂ ਇੱਦਾਂ ਥੋੜੀ ਕਹਿ ਸਕਦੇ ਹਾਂ ਸਿਰਫ ਪੂਅਰ ਹੀ ਸਫਰ ਕਰੋਗੇ, ਇੱਦਾਂ ਕੋਈ ਗਰੰਟੀ ਹੈ ਨਹੀਂ. ਸੋ ਆਪਾਂ ਇੱਦਾਂ ਤਾਂ ਨਹੀਂ ਕਹਿ ਸਕਦੇ ਵੀ ਆਹ ਅਜ਼ੰਪਸ਼ਨ ਆਪਾਂ ਲੈਂਦੇ ਹਾਂ. ਇਹ ਰਿਸਟ੍ਰਿਕਟਿਵ ਵਰਡ ਯੂਜ਼ ਕਰ ਲਿਆ. ਸੋ ਆਪਾਂ ਇੱਦਾਂ ਅਜ਼ਿਊਮ ਨਹੀਂ ਕਰਦੇ. ਸੋ ਕਈ ਵਾਰ ਬੱਚੇ ਜਿਹੜੇ ਉਹ 5th ਨੂੰ ਆਨਸਰ ਨੂੰ ਟਿਕ ਕਰ ਦਿੰਦੇ, 5th ਵੀ ਕਰ ਦਿੰਦੇ, ਕਈ ਵਾਰ ਆ ਵੀ ਕਰ ਦਿੰਦੇ, 3rd ਵੀ ਕਰ ਦਿੰਦੇ, ਕਈ ਵਾਰ 1st ਵੀ ਕਰ ਦਿੰਦੇ. ਇਹ ਆਪਾਂ ਅਜ਼ਿਊਮ ਥੋੜੀ ਕਰ ਸਕਦੇ ਹਾਂ ਇੱਦਾਂ. ਕੀ ਕਲੀਅਰ ਹੋ ਗਿਆ? ਸੋ ਇਹ 'ਚ ਸੂਟੇਬਲ ਆਨਸਰ ਕਿਹੜਾ ਹੈ? ਉਹ ਜਿਹੜਾ ਫਸਟ ਆਪਾਂ ਕੀਤਾ ਸੀ, ਇਹਦਾ ਲੋਕਾਂ ਦੇ ਅਸਰ ਪਏਗਾ ਤੇ ਉਹ ਇੰਪਲੀਮੈਂਟ ਕਰੋਗੇ ਇਹਨੂੰ. ਕੀ ਕਲੀਅਰ ਹੋ ਗਿਆ? ਸੋ ਇਹਦੇ ਵਿੱਚ ਜੋ ਆਨਸਰ ਹੈ ਉਹ ਕੀ ਹੋਏਗਾ? 4th. ਸੋ ਨੈਕਸਟ ਹੈ ਜਿਹੜਾ, ਹੁਣ ਆਪਾਂ ਇੱਦਾਂ ਕੁਐਸਚਨ ਕਰਨੇ ਆ. ਸੋ ਜਾਂ ਤਾਂ ਇੱਦਾਂ ਕੁਐਸਚਨ ਆ ਸਕਦਾ ਜਿਵੇਂ ਕਿ ਇੱਕ ਕੁਐਸਚਨ ਪੁੱਛਿਆ ਤੇ ਨੀਚੇ ਕਿੰਨੀਆਂ ਆਪਸ਼ਨਸ ਹੈ? 5 ਆਪਸ਼ਨਸ ਹੈ ਤੇ ਉਹਨਾਂ ਚੋਂ ਆਪਾਂ ਕੋਈ ਇੱਕੋ ਹੀ ਸਿਲੈਕਟ ਕਰਨੀ ਹੈ. ਦੂਸਰਾ ਆਪਸ਼ਨ ਕੀ ਹੈ? ਸਾਨੂੰ ਕੁਐਸਚਨ ਇੱਦਾਂ ਆ ਜਾਂਦਾ ਹੈ ਕਿ ਇੱਕ ਕੁਐਸਚਨ ਹੈ, ਇੱਕ ਸਟੇਟਮੈਂਟ ਹੈ, ਉਹਦੇ ਨੀਚੇ ਕਿੰਨੀਆਂ ਅਜ਼ੰਪਸ਼ਨਸ ਦਿੱਤੀਆਂ ਹੋਈਆਂ? 2 ਅਜ਼ੰਪਸ਼ਨਸ ਦਿੱਤੀਆਂ ਹੈ ਤੇ ਆਪਾਂ ਉਹਨਾਂ ਚੋਂ ਦੱਸਣਾ ਕਿਹੜੀ ਸਹੀ ਹੈ. ਜੇ ਤਾਂ ਪਹਿਲੀ ਸਹੀ ਹੈ ਤਾਂ ਆਨਸਰ ਕੀ ਹੈ? ਫਸਟ. ਬਟ ਦੂਜੀ ਸਹੀ ਨਹੀਂ ਹੋਣੀ ਚਾਹੀਦੀ ਫਿਰ. ਪਰ ਜੇ ਕੱਲੀ ਦੂਜੀ ਸਹੀ ਹੈ, ਪਹਿਲੀ ਸਹੀ ਨਹੀਂ ਹੈ ਤਾਂ ਆਨਸਰ ਕੀ ਹੈ? ਜੇ ਦੋਨੋਂ ਚੋਂ ਕੋਈ ਇੱਕ ਸਹੀ ਹੈ ਤਾਂ ਆਨਸਰ ਕੀ ਹੈ? ਜੇ ਦੋਨੋਂ ਹੀ ਗਲਤ ਹੈ ਤਾਂ ਆਨਸਰ ਕੀ ਹੈ? ਜੇ ਦੋਨੋਂ ਹੀ ਸਹੀ ਹੈ ਤਾਂ ਆਨਸਰ ਕੀ ਹੈ? 5th. ਕੀ ਇਹ ਕਲੀਅਰ ਹੋ ਗਿਆ ਕਿ ਨਹੀਂ? क्वेश्चन चेक करते हैं. जिवें फर्स्ट है, लेट द सैकटरी प्रिपेयर पावर पॉइंट प्रेजेंटेशन फॉर आशीष. सैकटरी ਨੂੰ प्रिपेयर ਕਰਨ ਦੋ पावर पॉइंट प्रेजेंटेशन ਕਿਹਦੇ ਲਈ? आशीष ਦੇ ਲਈ. ਕੀ ਆ ਸਟੇਟਮੈਂਟ ਕਲੀਅਰ ਹੋ ਰਹੀ ਹੈ? ਸੋ ਇਹ ਤੋਂ ਸਾਨੂੰ ਸਟੇਟਮੈਂਟ ਨੂੰ ਕੀ ਸਮਝ ਆਉਂਦਾ ਹੈ ਕਿ ਸੈਕਟਰੀ ਨੂੰ प्रिपेयर ਕਰਨ ਦੋ, लेट द सैकटरी प्रिपेयर पावर पॉइंट प्रेजेंटेशन फॉर आशीष. आशीष is incapable of preparing a PowerPoint presentation himself. आशीष अपने आप PowerPoint presentation बना नहीं सकता. Second, the secretary is well versed with the operations of PowerPoint. Secretary है वो को PowerPoint presentations ਦੇ ਲਈ ਉਹਦੇ ਕੋਲ ਚੰਗੇ skills ਹੈਗੇ. इन दोनों ਚੋਂ ਕਿਹੜਾ ਵੈਲਿਡ ਹੋਏਗਾ?
कि दोनों वैलिड है कि दोनों ही इनवैलिड है। सो जो ये क्या गया है कि अच्छा इस परसन की जगह ये जी पावर पॉइंट प्रेजेंटेशन है आशीष की, ये इस सैकटरी को बना दो, ਇਹਦਾ मतलब इदा क्यों किया जाएगा कि सैकटरी बना सकती होएगी, वो को वधिया स्किल होएगा। सो मैं कਹਾਂ अच्छा ये वाला काम इनू करन लई दो, ये वाला काम इनू करन लई दो, मैं जो कहूँगा इनू करन लई दो, बट ऑब्वियसली मैं की अज्यूम करना कि आ वधिया करदा कि होर कोई रीजन थोड़ी करके दूंगा, यही रीजन करके दूंगा कि हाँ भाई ਉਹਨੂੰ ਕੰਮ ਕਰਨ दो, बट ऑब्वियसली फिर जो मैं कਹਾਂ अच्छा ਉਹਨੂੰ ਕੰਮ ਕਰਨ ਲਈ दो, तो असम्पशन क्लीयर होंगी ना कि फिर वो वधिया काम करता है, वो कोई स्किल होएगा वो काम करन दा। बट ਇਹਦਾ मतलब कि ये है कि ਜਿਹੜਾ ਪਹਿਲਾ ਬੰਦਾ ਉਹਨੂੰ ਕੰਮ ਕਰਨਾ ਹੀ ਨਹੀਂ ਆਉਂਦਾ, नहीं ਆਪਾਂ ਇਹ ਅਸਿਊਮ नहीं कर सकते, ਉਹ ਕਰ ਸਕਦਾ ਨਹੀਂ ਕਰ ਸਕਦਾ ਆਪਾਂ ਨੂੰ ਉਹਦਾ ਨਹੀਂ ਪਤਾ, मे भी कर सकता ਹੋਵੇ, मे भी ਉਹਨਾਂ ਵਧੀਆ ਨਾ ਕਰ ਸਕਦਾ ਹੋਵੇ, ਬਟ ਇਹਦਾ मतलब ਇਹ ਥੋੜੀ ਕਿ ਉਹ ਕਰ ਹੀ ਨਹੀਂ ਸਕਦਾ ਆਪ, ਇਹ ਆਪਾਂ ਅਸਿਊਮ ਕਰ ਸਕਦੇ ਹਾਂ। जो आप कर ही नहीं सकता फिर तो करना ही होने हैं दूसरे ने। देखो जे मैं कਹਾਂ कि इस परसन आ ਜਿਹੜਾ ਕੰਮ ਹੈ ਇਹਦਾ ਇਹਨੂੰ ਕਰਨ ਨੂੰ ਕਹੋ, दैट मीनस मैं जे कह रहा कि दूसरे परसन ਨੂੰ ਕਰਨ ਨੂੰ ਕਹੋ ਤਾਂ ਉਹ ਜ਼ਿਆਦਾ ਬੈਟਰ ਕਰ ਸਕਦਾ, ਇਹ 'ਚ ਕੋਈ ਡਾਊਟ ਨਹੀਂ ਹੈ, ਇਹ ਆਪਾਂ ਅਸਿਊਮ ਕਰਦੇ ਹਾਂ, ਸਿੱਧੀ ਅਸੰਪਸ਼ਨ ਹੁੰਦੀ ਹੈ ਸਾਡੀ। ਬਟ ਜਿਸ ਪਰਸਨ ਦਾ ਕੰਮ ਹੈ ਕਿ ਆਪਾਂ ਇਹ ਕਹੀਏ ਕਿ ਉਹਨੂੰ ਕਰਨਾ ਹੀ ਨਹੀਂ ਆਉਂਦਾ, ਇਹ ਆਪਾਂ ਅਸਿਊਮ ਨਹੀਂ ਕਰ ਸਕਦੇ। ਸੋ ਦਾ ਆਨਸਰ ਕੀ ਟਿਕ ਕਰਾਂਗੇ, ਸੈਕਿੰਡ। ਕੀ ਆ ਕਲੀਅਰ ਹੁੰਦਾ? स्टेटमेंट है कार फाउंड पार्कड इन VIP पार्किंग एरिया वुड बी टोड अवे, ਜਿਹੜੀ ਕਾਰ ਪਾਰਕ ਹੋਏਗੀ VIP ਏਰੀਆ ਦੇ ਵਿੱਚ, VIP ਤਾਂ ਪਤਾ ਨਾ ਆਪਾਂ ਨੂੰ ਕੀ ਹੁੰਦਾ, ਉਹ ਟੋ ਕਰ ਲਿੱਤੀ ਜਾਏਗੀ। ਸੋ ਇਹ ਤੋਂ ਆਪਾਂ ਨੂੰ ਕੀ ਪਤਾ ਲੱਗਦਾ, ਸਮ ਪੀਪਲ ਹੈਵ ਡਿਫਰੈਂਟ ਪਾਰਕਿੰਗ ਪ੍ਰਿਵਿਲੇजेस ਦੈਨ ਅਦਰਸ, ਕੁਝ ਲੋਕਾਂ ਨੂੰ ਵਧੀਆ ਡਿਫਰੈਂਟ ਪਾਰਕਿੰਗ ਪ੍ਰਿਵਿਲੇजेस ਹੁੰਦੀਆਂ ਬਾਕੀਆਂ ਨਾਲੋਂ, ਬਿਲਕੁਲ ਸਹੀ ਹੈ। ਜੇ ਸਾਨੂੰ ਪਤਾ ਲੱਗਾ ਇੱਥੇ VIP ਏਰੀਆ ਅਲੱਗ ਹੈ, ਜੇ ਆਪਾਂ ਨੂੰ ਕੀ ਪਤਾ ਲੱਗਾ VIP ਏਰੀਆ ਅਲੱਗ ਹੈ, ਸੋ ਸਾਨੂੰ ਪਤਾ ਲੱਗ ਗਿਆ ਨਾ ਕਿ ਕੁਝ ਲੋਕਾਂ ਨੂੰ ਡਿਫਰੈਂਟ ਪ੍ਰਿਵਿਲੇजेस ਮਿਲੇ ਹੋਏ। ਯੈਸ ਔਰ नो? ਪਾਰਕਿੰਗ ਸਪੇਸ ਫॉर VIP ਐਂਡ ਜਨਰਲ ਪਬਲਿਕ ਆਰ ਸੈਪਰੇਟ, ਬਿਲकुल ਇਹ ਵੀ ਸਹੀ ਹੈ। ਸੋ ਪਾਰਕਿੰਗ ਸਪੇਸ ਜਿਹੜੀ ਹੋਏਗੀ ਉਹ VIP ਲਈ ਅਲੱਗ ਹੋਏਗੀ, ਜਨਰਲ ਪਬਲਿਕ ਲਈ ਕੀ ਹੋਏਗੀ, ਅਲੱਗ ਹੋਏਗੀ, ਬਿਲकुल ਸਹੀ ਹੈ। ਕੀ ਇਹ ਕਲੀਅਰ ਹੁੰਦਾ ਹੈ ਕਿ ਨਹੀਂ? ਨੈਕਸਟ ਕੀ ਹੈ, ਇਹ ਫਲਾਈਓਵਰ ਵੁੱਡ ਈਜ਼ ਦ ਟ੍ਰੈਫਿਕ ਔਨ ਮੋਤੀ ਲਾਲ ਨਗਰ ਰੋਡ, ਇੱਕ ਫਲਾਈਓਵਰ ਹੈ ਜਿਹੜਾ ਉਹ ਮੋਤੀ ਲਾਲ ਨਗਰ ਰੋਡ ਦੇ ਉੱਤੇ ਜਿਹੜਾ ਟ੍ਰੈਫਿਕ ਹੈ ਉਹਨੂੰ ਕੀ ਕਰਦਾ ਹੈਗਾ, ਸੌਖਾ ਕਰਦਾ ਹੈਗਾ। ਸੋ ਆਪਾਂ ਨੂੰ ਕੀ ਸਮਝ ਆਉਂਦਾ ਹੈ ਇੱਥੇ, ਮੋਤੀ ਲਾਲ ਨਗਰ ਰੋਡ ਯੂਜ਼ਲੀ ਹੈਵ ਲੋਟ ਆਫ ਟ੍ਰੈਫਿਕ, ਬਿਲਕੁਲ ਜੇ ਟ੍ਰੈਫਿਕ ਨੂੰ ਠੀਕ ਕਰਨਾ ਹੈ ਤਾਂ ਹੀ ਕਿਉਂ ਉੱਥੇ ਪ੍ਰੋਬਲਮ ਹੋਏਗੀ ਤਾਂ ਉਹਨੂੰ ਠੀਕ ਕਰਨਾ ਹੈ, ਜੇ ਉੱਥੇ ਟ੍ਰੈਫਿਕ ਹੀ ਹੈ ਨਹੀਂ ਤਾਂ ਫਿਰ ਆਪਾਂ ਠੀਕ ਕੀ ਕਰਨਾ। ਬਿਲਕੁਲ ਆ ਤਾਂ ਸਾਨੂੰ ਸਮਝ ਆਉਂਦਾ ਹੈ, ਮੈਂ ਕਹਾਂ ਜੇ ਉੱਥੇ ਦੀ ਟ੍ਰੈਫਿਕ ਘਟ ਸਕਦੀ, ਠੀਕ ਹੋ ਸਕਦੀ ਜੇ ਉੱਥੇ ਫਲਾਈਓਵਰ ਬਣ ਜਾਏ। ਸੋ ਬਟ ਵੀ ਐਸੇ ਪਰਸਨ ਨੂੰ ਪਤਾ ਲੱਗੇ ਨਾ ਉੱਥੇ ਟ੍ਰੈਫਿਕ ਹੁੰਦੀ ਹੈ। ਕਰੰਟਲੀ ਆਲਸੋ ਦੇਰ ਇਜ਼ ਅ ਫਲਾਈਓਵਰ ਔਨ ਮੋਤੀ ਲਾਲ ਨਗਰ ਰੋਡ, ਇਹ ਥੋੜੀ ਆਪਾਂ ਨੂੰ ਪਤਾ ਹੈ, ਇਹ ਅਸਿਊਮ ਕਰ ਲਈਏ ਕਿ ਹੱਲੇ ਵੀ ਉੱਥੇ ਪ੍ਰੈਜ਼ੈਂਟਲੀ ਵੀ ਉੱਥੇ ਫਲਾਈਓਵਰ ਹੈਗਾ, ਪਤਾ ਨਹੀਂ ਹੈਗਾ ਕਿ ਨਹੀਂ ਹੈਗਾ, ਹੋ ਵੀ ਸਕਦਾ ਨਹੀਂ ਵੀ ਹੋ ਸਕਦਾ। ਸੋ ਆਪਾਂ ਨੂੰ ਆ ਤਾਂ ਸਮਝ ਆਉਂਦਾ 100%। आई होप तुहानूं समझ आंदा। सो इत्थे आंसर आपां की टिक करांगे, फस्ट द न्यूली लॉन्च्ड बुक इज मेकिंग इंडिया रीड लाइक नेवर बिफोर, जिहड़ी नवीं लॉन्च हुई है ना बुक, वो इज मेकिंग इंडिया रीड लाइक नेवर बिफोर, वो मतलब इंडियन जिहड़े है उहनूं बहुत ज़्यादा की कर रहे हैं, रीड कर रहे हैं। इंडिया आ समझ रहे हो कि नहीं? सो जी नवी लॉन्च हुई है ना बुक, वो बहुत सारे इंडियन उन्होंने रीड कर रहे हैं, अज तक पहला कभी इन्नी रीड नहीं की थी इंडियंस ने। इंडिया डिड नॉट हैव एविड रीडर बिफोर द लॉन्च ऑफ दिस बुक, एविड होंदा कीन या इंटरस्टिड, इंडिया चो कहता इंटरस्टिड लीडर सीगे ही नहीं इस बुक की लॉन्च तो पहला, कि आप इदा अज्यूम कर सकते हैं। जे कोई एक किताब, बट वैसे कोई ना कोई तो किताब ज़्यादा पढ़ी जाएगी, जे कोई किताब है वो बहुत ज़्यादा पढ़ी गई है, बहुत सारे लोगों ने उन्होंने पढ़िया है, तो मतलब यह है कि उस तो पहला लोग पढ़न वाले लोग ही नहीं सीगे, कि आप एज्यूम कर सकते हैं? नो, द बुक हैज़ नॉट बीन एज सक्सैसफुल एज अदर बुक्स बाय द सेम ऑथर, वो कहता जी बुक है वो इन्नी सक्सैसफुल नहीं हुई जिन्नियां बाकी बुक्स है सेम ऑथर दियां। ये भी गलत हो गया, क्यों?
क्योंकि जो बुक बहुत ज़्यादा पढ़ी गई है तो फिर वो सक्सैसफुल होएगी कि सक्सैसफुल नहीं होएगी? सक्सैसफुल होएगी। सो इत्थे आंसर क्या आएगा? फोर्थ, टू अवॉइड स्टैंडिंग इन लॉन्ग क्यूज, लंबिया क्यूज ਦੇ ਵਿੱਚ ਸਟੈਂਡ ਕਰਨ ਤੋਂ ਬਚਣ ਦੇ ਲਈ ਬੁੱਕ ਯੂਰ ਟਿਕਟਸ ਔਨ ਦਾ ਇੰਟਰਨੈਟ, ਆਪਣੀਆਂ ਟਿਕਟਸ ਨੂੰ ਇੰਟਰਨੈਟ ਤੇ ਬੁੱਕ ਕਰੋ। ਸੋ ਜਿੱਦੀ ਇਹਦਾ ਲਿਖਿਆ ਹੈ ਬੁੱਕ ਯੂਰ ਟਿਕਟਸ ਔਨ ਦਾ ਇੰਟਰਨੈਟ, ਆਪਣੀਆਂ ਟਿਕਟਸ ਨੂੰ ਇੰਟਰਨੈਟ ਤੇ ਬੁੱਕ ਕਰੋ, ਇਹਦਾ ਮਤਲਬ ਫਿਰ ਇੰਟਰਨੈਟ ਤੇ ਬੁੱਕ ਹੁੰਦੀਆਂ ਹੋਗੀਆਂ। ਸੋ ਮੈਨੀ ਪੀਪਲ ਪ੍ਰੈਫਰ ਟੂ ਬੁੱਕ ਟਿਕਟਸ ਔਨ ਦਾ ਇੰਟਰਨੈਟ ਦੀਸ ਡੇਜ਼। ਸੋ ਬਹੁਤ ਸਾਰੇ ਲੋਕ ਇੰਟਰਨੈਟ ਤੇ ਟਿਕਟ ਬੁੱਕ ਕਰਦੇ ਹੋਗੇ। ਸੋ ਬਿਲਕੁਲ ਆਪਾਂ ਇਹ ਕਹਿ ਸਕਦੇ ਹਾਂ। क्या समझ रहा हूँ कि नहीं? सो जिदा लिखे है कि इंटरनेट तो बुक कर लो, सो दैट मीन्स लोग करते ही होगे फिर। क्या समझ पा रहे होंगे नहीं? इंटरनेट तो इलावा टिकट्स अवेलेबल है होर किते भी, बिल्कुल ये भी है। जद ये क्या है कि लंबियां क्विज तो स्टैंड करन तो बचन दे लई इंटरनेट ते बुक करो, ਇਹਦਾ मतलब फिर होर भी किते तो मिलती होएगी, इंटरनेट ते तो मिलती है, समझ आंदा है? होर भी तो किते मिलती होएगी, बिल्कुल ये भी सही है। सो इत्थे आंसर क्या आएगा? 5। स्टेटमेंट है इफ पार्किंग स्पेस इज नॉट अवेलेबल इन ऑफिस, पार्किंग स्पेस जो ऑफिस च अवेलेबल नहीं है, पार्क योर व्हीकल्स इन द मॉल एंड वॉक टू द ऑफिस, अपने व्हीकल्स ਨੂੰ ਪਾਰਕ ਕਰੋ ਮॉल ਦੇ ਵਿੱਚ ਤੇ ਆਫਿਸ ਚ ਵਾਕ ਕਰਕੇ ਆਓ। द मॉल इज एट वॉकेबल डिस्टेंस फ्रॉम द ऑफिस, ਜਿਹੜਾ मॉल है वो वॉकेबल डिस्टेंस ਤੇ ਆ ऑफिस ਤੋਂ। ਕੀ ਇਹ सही है? बिल्कुल सही है। क्यों? क्योंकि जो ये किया गया है कि जो पार्किंग स्पेस ऑफिस अवेलेबल नहीं है तो मॉल च अपने पार्क करो व्हीकल्स तो उतों तुर के आओ ऑफिस के विच, ते जे तुर के आ सकता होएगा ਤਾਂ ਹੀ ਉਹ ਕਹੂਗੇ। ਇੱਦਾਂ ਇੱਦਾਂ ਤਾਂ ਨਹੀਂ ਹੈ ਕਿ ਅੱਛਾ ਉੱਥੋਂ ਫਿਰ ਆਉਣ ਦੇ ਲਈ ਸਾਨੂੰ ਆਟੋ ਜਾਂ ਰਿਕਸ਼ਾ ਚਾਹੀਦਾ। ਆ ਸਮਝ ਰਹੇ ਹੋ ਕਿ नहीं? बिल्कुल वो वॉकेबल डिस्टेंस ਤੇ ਹੋਏਗਾ, ਬਿਲਕੁਲ वॉकेबल डिस्टेंस ਤੇ ਹੋਏਗਾ। द ऑफिस डज नॉट अलाउ विजिटर्स व्हीकल इन इट्स प्रीमिसेस, ਜਿਹੜਾ ਆਫਿਸ ਹੈ ਉਹ ਵਿਜ਼ਟਰ ਦੇ ਵਹੀਕਲਸ ਨੂੰ ਪ੍ਰੀਮਿਸਿਸ ਆਪਣੇ ਆਫਿਸ ਦੇ ਵਿੱਚ ਅਲਾਉ ਨਹੀਂ ਕਰਦਾ, ਆਪਣੀ ਜਗ੍ਹਾ ਤੇ ਅਲਾਉ ਨਹੀਂ ਕਰਦਾ। ਇਹ ਆਪਾਂ ਅਸਿਊਮ ਨਹੀਂ ਕਰਦੇ ਕਿਉਂਕਿ ਇੱਦਾਂ ਤਾਂ ਕੁਝ ਨਹੀਂ ਲਿਖਿਆ। ਵਹੀਕਲ ਜਿਹੜਾ ਹੈ ਉਹ ਮਾਲ 'ਚ ਪਾਰਕ ਉਦੋਂ ਕਰਨਾ ਹੈ ਤੇ ਤੁਰ ਕੇ ਆਉਣਾ ਹੈ ਜੇ ਪਾਰਕਿੰਗ ਸਪੇਸ ਆਫਿਸ 'ਚ ਅਵੇਲੇਬਲ ਨਹੀਂ ਹੈ। ਸੋ ਇਹ ਤੋਂ ਸਾਨੂੰ ਇਹ ਸਮਝ ਆਉਂਦਾ ਹੈ ਕਿ ਮਾਲ ਵਾਕੇਬਲ ਡਿਸਟੈਂਸ ਤੇ ਹੈਗਾ, ਬਟ ਇਨ ਵਿਜ਼ਟਰਸ ਨੂੰ ਅਲਾਉ ਨਹੀਂ ਕਰਦੇ। ਇਹ ਥੋੜੀ ਅਸਿਊਮ ਕਰ ਸਕਦੇ ਹਾਂ ਆਪਾਂ ਕਿ ਉਹ ਪਾਰਕ ਕਰਨ। ਕੀ ਇਹ ਸਮਝ ਆ ਰਿਹਾ? नेक्स्ट की है फार्मर्स मस्ट इमीडिएटली स्विच ओवर टू ऑर्गेनिक फर्टिलाइजर्स फ्रॉम केमिकल फर्टिलाइजर्स फॉर बेटर यील्ड। ਜਿਹੜੇ ਫਾਰਮਰਸ ਹੈ ਉਹਨਾਂ ਨੂੰ ਇਮੀਡੀਏਟਲੀ ਸਵਿਚ ਓਵਰ ਕਰਨਾ ਚਾਹੀਦਾ ਹੈ, ਕਰਨ ਉਹ ਫਾਰਮਰਸ ਮਸਟ ਇਮੀਡੀਏਟਲੀ ਸਵਿਚ ਓਵਰ ਟੂ ऑर्गेनिक फर्टिलाइजर फ्रॉम केमिकल फर्टिलाइजर फॉर बेटर यील्ड। आ समझते हो? खाद ਜਿਹੜੀ ਹੁੰਦੀ ਹੈ ਉਹ ऑर्गेनिक भी ਹੁੰਦੀ ਹੈ ਤੇ ਕੈਮੀਕਲਸ ਦੇ ਥਰੂ ਵੀ ਬਣੀ ਹੁੰਦੀ ਹੈ। ठीक है, वो कहते हैं फार्मर्स ਨੂੰ ਕਹਿੰਦੇ ਹੈ ਕਿ ਉਹ ਇਮੀਡੀਏਟਲੀ ਉਹ ਸਵਿਚ ਕਰ ਦੇਣ ਆਰਗੈਨਿਕ ਫਰਟੀਲਾਈਜ਼ਰ ਤੇ, ਜਿਹੜੀ ਆਰਗੈਨਿਕ ਖਾਦ ਹੈ ਉੱਤੇ ਕੈਮੀਕਲ ਨਾਲੋਂ ਚੰਗੀ ਪੈਦਾਵਾਰ ਲਈ। ਅੱਛਾ, ਜਦੋਂ ਮੈਂ ਇੱਦਾਂ ਤੁਹਾਨੂੰ ਕਹਾਂ ਕਿ ਇਮੀਡੀਏਟਲੀ ਇਸ ਚੀਜ਼ ਤੇ ਸ਼ਿਫਟ ਕਰ ਜਾਓ, ਸਮਝ ਰਹੇ ਹੋ? ਉਹ ਚੀਜ਼ ਅਵੇਲੇਬਲ ਹੋਏਗੀ ਤਾਂ ਹੀ ਮੈਂ ਕਹੂੰਗਾ ਸ਼ਿਫਟ ਕਰ ਜਾਓ। ਜੋ ਅਵੇਲੇਬਲ ਹੀ ਨਹੀਂ ਹੈ ਮੈਂ ਕਹੂੰਗਾ ਤੁਹਾਨੂੰ ਸ਼ਿਫਟ ਕਰ ਜਾਓ। ਆ ਸਮਝ ਪਾ ਰਹੇ ਹੋ ਕਿ ਨਹੀਂ? ਆਲ ਦ ਫਾਰਮਰਸ ਯੂਜ਼ਡ ਓਨਲੀ ਕੈਮੀਕਲ ਫਰਟੀਲਾਈਜ਼ਰਸ, ਇਹ ਤਾਂ ਆਪਾਂ ਨਹੀਂ ਕਹਿ ਸਕਦੇ क्योंकि इतने वर्ड ऑल आ गया ना, सारे ही करते हैं, फिर रिस्ट्रिक्टिव हो गया। समझ रहे हो कि सारे ही करते, कोई इदा है ही नहीं जो नहीं करता। नहीं आप इदा अज्यूम कर सकते हैं? नहीं कर सकते। ऑर्गेनिक फर्टिलाइजर्स आर रेडिली अवेलेबल टू द फार्मर्स। की आ सही है? रेडिली की दा मतलब की हुंदा है इमीडिएटली, मतलब अवेलेबल है फार्मर्स के लिए ऑर्गेनिक फर्टिलाइजर। बिल्कुल ये सही है। आंसर क्या है? सेकेंड। ये समझ आ रहा है? आ सही क्यों है? क्योंकि जो किया गया है कि इमीडिएटली स्विच ओवर कर जाओ, फार्मर्स ਨੂੰ किया गया है तो स्विच ओवर फार्मर उदो ही करोगे जो अवेलेबल होएगा, तो दैट मीन्स अवेलेबल होना चाहिए। यस और नो? इंफॉर्मेशन क्लियर हुई मैं की कह रहे हैं? नेक्स्ट की है एन एडवर्टाइजमेंट बाय बैंक एक्स। सो एक एडवर्टाइजमेंट है बैंक एक्स द्वारा, our interest rate for education loan are lower than any other bank। ਜਿਹੜੇ ਸਾਡੇ ਇੰਟਰਸਟ ਰੇਟ ਹੈ ਐਜੂਕੇਸ਼ਨ ਲੋਨ ਦੇ ਲਈ ਉਹ ਕਿਸੇ ਵੀ ਹੋਰ ਬੈਂਕ ਨਾਲੋਂ ਕੀ ਹੈ,
ਘੱਟ ਹੈ, ਸਾਨੂੰ ਇਹ ਪਤਾ ਲੱਗ ਗਿਆ, ਫਿਰ ਬਾਕੀ ਵੀ ਲੋਨ ਦਿੰਦੇ। ਅਦਰ ਸਮ ਅਦਰ ਬੈਂਕਸ ਆਲਸੋ ਪ੍ਰੋਵਾਈਡ ਐਜੂਕੇਸ਼ਨ ਲੋਨ। ਬਿਲਕੁਲ, ਜੇ ਮੈਂ ਇਹ ਕਹਾਂ ਜੀ ਬਾਕੀ ਸਾਰਿਆਂ ਨਾਲੋਂ ਸਾਡੇ ਲੋਨ ਘੱਟ ਹੈ, ਜੇ ਕੋਈ ਬੈਂਕ ਕਹਿ ਰਿਹਾ ਹੈ, ਸੋ ਇਹਦਾ ਮਤਲਬ ਸਾਨੂੰ ਇਹ ਸਮਝੇਗਾ ਅੱਛਾ ਲੋਨ ਤਾਂ ਫਿਰ ਕਈਆਂ ਬੈਂਕਾਂ 'ਚੋਂ ਮਿਲਦਾ। ਅੱਛਾ, ਇੰਟਰਸਟ ਰੇਟ ਚਾਰਜ ਔਨ ਐਜੂਕੇਸ਼ਨ ਲੋਨ ਆਰ ਡਿਫਰੈਂਟ ਫॉर ਡਿਫਰੈਂਟ ਬੈਂਕਸ, ਇਹ ਵੀ ਸਾਨੂੰ ਪਤਾ ਲੱਗਦਾ ਹੈ। ਮਤਲਬ ਸਾਰਿਆਂ ਦਾ ਰੇਟ ਇੱਕੋ ਨਹੀਂ ਹੈ, ਡਿਫਰੈਂਟ ਹੈ, ਕਿਸੇ ਬੈਂਕ ਦਾ ਕੁਛ ਹੋ ਸਕਦਾ, ਕਿਸੇ ਦਾ, ਇਹ ਵੀ ਸਾਨੂੰ ਪਤਾ ਲੱਗ ਜਾਏਗਾ। ਕਿਉਂ? ਕਿਉਂਕਿ ਉਹ ਕਹਿੰਦਾ ਹੈ ਕਿ ਵੀ ਸਾਡਾ ਇੰਟਰਸਟ ਰੇਟ ਸਾਰੇ ਬੈਂਕਸ ਦੇ ਇੰਟਰਸਟ ਰੇਟ ਨਾਲੋਂ ਕੀ ਹੈ, ਘੱਟ ਹੈ। ਸੋ ਦੈਟ ਮੀਨਸ ਫਿਰ ਡਿਫਰੈਂਟ ਹੋਏਗਾ ਇੰਟਰਸਟ ਰੇਟ, ਤੇ ਕਈਆਂ ਕੋਲ ਅਵੇਲੇਬਲ ਵੀ ਹੋਏਗਾ ਐਜੂਕੇਸ਼ਨ ਲੋਨ। ਕੀ ਕਲੀਅਰ ਹੋ ਗਿਆ? ਸਮਝ ਵੀ ਆ ਰਿਹਾ ਕਿ ਨਹੀਂ? ਨੈਕਸਟ ਦੇਖਦੇ हैं। For any kind of problem with your mobile phone, contact our desk help desk immediately। ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਤੁਹਾਡੇ ਮੋਬਾਈਲ ਫੋਨ ਨਾਲ, ਤੇ ਸਾਡੇ ਹੈਲਪ ਡੈਸਕ ਨਾਲ ਕੰਟੈਕਟ ਕਰੋ immediately। Help desk has a solution to all kinds of problems related to mobile phone or will guide accordingly। ਜਦ ਲਿਖਿਆ ਕਿ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਸਾਡੇ ਹੈਲਪ ਡੈਸਕ ਨੂੰ ਕੰਟੈਕਟ ਕਰੋ, ਤੇ ਇਹਦਾ ਮਤਲਬ ਫਿਰ ਉਹ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਨੂੰ ਠੀਕ ਕਰ ਸਕਦੇ ਹੋਗੇ, ਠੀਕ ਹੈ। ਜਾਂ ਫਿਰ ਜੇ ਨਹੀਂ ਠੀਕ ਕਰ ਸਕਦੇ ਕੁਛ ਤਾਂ ਦੱਸੂਗੇ, ਯੈਸ ਔਰ ਨੋ। ਇੱਥੇ ਲਿਖੇ ਨਾ ਔਰ ਵਿਲ ਗਾਈਡ ਅਕੋਰਡਿੰਗਲੀ, ਬਟ ਇਹਨਾਂ ਇੱਦਾਂ ਨਹੀਂ ਕਿ ਸਾਰੀਆਂ ਪ੍ਰੋਬਲਮਸ ਦਾ ਹੈਗਾ, ਜੇ ਨਹੀਂ ਹੈਗਾ ਤਾਂ ਫਿਰ ਕੁਛ ਨਾ ਕੁਛ ਤਾਂ ਦੱਸੂਗੇ ਵੀ ਕੀ ਕਰੀਏ, ਗਾਈਡ ਕਰੂਗੇ। ਕੀ ਆਪਾਂ ਐਜ਼ਿਊਮ ਕਰਦੇ ਹਾਂ? ਯੈਸ। ਜੇ ਕੋਈ ਪ੍ਰੋਬਲਮ ਆਉਂਦੀ ਮੋਬਾਈਲ ਫੋਨ 'ਚ, ਜੇ ਆਪਾਂ ਹੈਲਪ ਡੈਸਕ ਜਾਵਾਂਗੇ ਸਾਨੂੰ ਹੈਲਪ ਮਿਲੇਗੀ ਕਿ ਨਹੀਂ ਮਿਲੇਗੀ, ਜਾਂ ਤਾਂ ਸੋਲਵ ਹੋ ਜਾਏਗੀ ਜਾਂ ਫਿਰ ਸਾਨੂੰ ਪਤਾ ਲੱਗਿਆ ਕੀ ਕਰੀਏ। Unless the problem is reported immediately, it cannot be solved। ਜੇ ਉਹ immediately ਰਿਪੋਰਟ ਨਹੀਂ ਕੀਤੀ ਜਾਂਦੀ ਤਾਂ ਇਹਨੂੰ ਸੋਲਵ ਹੀ ਨਹੀਂ ਕੀਤਾ ਜਾ ਸਕਦਾ। ਕੀ ਇਹ ਵੈਲਿਡ ਹੋਏਗਾ? ਨਹੀਂ, ਇਹ ਤਾਂ ਵੈਲਿਡ ਨਹੀਂ ਹੋਏਗਾ। ਆਪਾਂ ਇਹ ਤਾਂ ਜ਼ਰੂਰ ਕਹਿ ਸਕਦੇ ਹਾਂ ਕਿ ਜੇ ਪ੍ਰੋਬਲਮ ਇਮੀਡੀਏਟਲੀ ਸੋਲਵ ਨਹੀਂ ਕੀਤੀ ਗਈ ਤਾਂ ਸ਼ਾਇਦ ਇਹ ਸੋਲਵ ਨਹੀਂ ਹੋ ਸਕਦਾ, ਬਟ ਉਹ ਹੋ ਹੀ ਨਹੀਂ ਸਕਦਾ ਸੋਲਵ। ਕੀ ਆਪਾਂ ਇੱਦਾਂ ਐਜ਼ਿਊਮ ਕਰ ਸਕਦੇ ਹਾਂ? ਨੋ। ਕੀ ਇਹ ਸਮਝ ਆ ਰਿਹਾ ਕਿ ਨਹੀਂ? ਰਿਸਟ੍ਰਿਕਟਿਵ ਸਟੇਟਮੈਂਟ ਆ ਗਏ। ਯੂਜ਼ ਅਵਰ ਮੈਡੀਸਿਨ ਟੂ ਫਾਈਟ ਦਾ ਪ੍ਰੋਬਲਮ ਆਫ ਓਬੇਸਿਟੀ। ਸਾਡੀ ਮੈਡੀਸਿਨ ਨੂੰ ਯੂਜ਼ ਕਰੋ ਮੋਟਾਪੇ ਦੀ ਪ੍ਰੋਬਲਮ ਤੋਂ ਨੂੰ ਫਾਈਟ ਕਰਨ ਦੇ ਲਈ। ਅਦਰ ਸਲਿਮਿੰਗ ਮੈਡੀਸਿਨਸ ਅਵੇਲੇਬਲ ਇਨ ਦਾ ਮਾਰਕੀਟ ਡੂ ਨਾਟ ਰਿਡਿਊਸ weight। ਬਾਕੀ ਜਿਹੜੀਆਂ ਮੈਡੀਸਿਨਸ ਹੈ, ਕਿ ਆਪਾਂ ਨੂੰ ਇਹ ਤੋਂ ਐਜ਼ਿਊਮ ਆਪਾਂ ਕਰ ਲਈਏ ਕਿ ਬਾਕੀ ਮੈਡੀਸਿਨਸ ਕੰਮ ਹੀ ਨਹੀਂ ਕਰਦੀਆਂ? ਨਹੀਂ। ਸੋ ਜੇ ਕਿਤੇ ਲਿਖਿਆ ਕਿ ਇਸ ਮੈਡੀਸਿਨ ਨਾਲ ਪ੍ਰੋਬਲਮ ਸੋਲਵ ਹੋ ਜਾਂਦੀ ਹੈ ਕੋਈ, ਇਹਦਾ ਮਤਲਬ ਇਹ ਹੋ ਜਾਏਗਾ ਕਿ ਹੋਰ ਕੋਈ ਮੈਡੀਸਿਨ ਕੰਮ ਹੀ ਨਹੀਂ ਕਰਦੀ? ਨਹੀਂ, ਇਹ ਗਲਤ ਹੈ। ਓਬੇਸਿਟੀ ਕੈਨ ਨਾਟ ਬੀ ਕੰਟਰੋਲਡ ਵਿਦਾਊਟ ਮੈਡੀਸਿਨ। ਓਬੇਸਿਟੀ ਕੰਟਰੋਲ ਹੀ ਨਹੀਂ ਹੋ ਸਕਦੀ ਮੈਡੀਸਿਨ ਨਾਲ, ਇਹ ਵੀ ਗਲਤ ਹੈ ਮੈਡੀਸਿਨ ਤੋਂ ਬਿਨਾਂ। ਦੇਖੋ, ਆਪਾਂ ਨੂੰ ਇਹ ਜ਼ਰੂਰ ਸਮਝ ਆਉਂਦਾ ਹੈ ਕਿ ਆਹ ਜਿਹੜੀ ਦਵਾਈ ਹੈ ਇਹ ਮੋਟਾਪੇ ਨੂੰ ਕੰਟਰੋਲ ਕਰ ਸਕਦੀ ਹੈ, ਆਪਾਂ ਨੂੰ ਇਹ ਸਮਝ ਆਉਂਦਾ ਹੈ, ਬਟ ਇਹਦਾ ਮਤਲਬ ਇਹ ਨਹੀਂ ਹੈ ਕਿ ਹੋਰ ਕੋਈ ਆਪਸ਼ਨ ਹੀ ਨਹੀਂ ਹੈ। ਇਹ ਕੰਮ ਕਰਦੀ ਹੈ, ਸਹੀ ਹੈ, ਤਾਂ ਸਾਨੂੰ ਪਤਾ ਲੱਗਦਾ ਨਾ ਉੱਥੇ ਲਿਖਿਆ ਹੈ, ਤਾਂ ਬਟ ਵਿੱਚ ਲਿਖਿਆ ਤਾਂ ਕੰਮ ਕਰਦੀ ਹੋਏਗੀ। ਬਟ ਆਪਾਂ ਇਹ ਸੋਚ ਲਈਏ ਕਿ ਹੋਰ ਕੋਈ ਮੈਡੀਸਿਨ ਹੀ ਨਹੀਂ ਕੰਮ ਕਰਦੀ ਜਾਂ ਹੋਰ ਕੋਈ ਤਰੀਕਾ ਹੀ ਨਹੀਂ ਹੈ, ਇੱਦਾਂ ਆਪਾਂ ਅਜ਼ਿਊਮ ਨਹੀਂ ਕਰ ਸਕਦੇ। ਸਮਝ ਆਉਂਦਾ ਹੈ? ਸੋ ਆਨਸਰ ਇਹਦਾ ਕੀ ਹੋ ਜਾਏਗਾ? 4th ਹੋ ਜਾਏਗਾ। ਸਾਰੇ ਕੁਐਸਚਨਸ ਤੁਹਾਨੂੰ ਇੱਕ ਵਾਰ ਚੈੱਕ ਕਰਨੇ ਪੈਣੇ ਸਾਰੇ ਡਿਟੇਲ ਦੇ ਵਿੱਚ, ਕਿ ਮੈਂ ਕਿਸ ਤਰ੍ਹਾਂ ਐਕਸਪਲੇਨ ਕਰ ਰਿਹਾ ਇਹਨੂੰ, ਤਾਂ ਕਿ ਤੁਸੀਂ ਸਮਝ ਪਾਓਗੇ ਆਪਾਂ ਸੋਲਵ ਕਿਵੇਂ ਕਰਨਾ। ਕੀ ਕਲੀਅਰ ਹੋ ਰਿਹਾ? The number of people living below poverty line in urban area has increased since last year। ਜਿਹੜੇ number of people ਹੈ ਜਿਹੜੇ below poverty line 'ਚ ਰਹਿੰਦੇ ਹੈ urban areas ਵਿੱਚ, ਉਹ ਪਿਛਲੇ ਸਾਲ ਨਾਲੋਂ ਵੱਧ ਗਏ ਹੈ। ਇਹ ਸਾਡੀ ਸਟੇਟਮੈਂਟ ਹੈ। ਅੱਛਾ, ਸਾਨੂੰ ਕਿੱਦਾਂ ਪਤਾ ਲੱਗੇਗਾ ਪਿਛਲੇ ਸਾਲ ਨਾਲੋਂ ਵੱਧ ਗਏ ਹੈ? ਕਿ ਸਾਡੇ ਕੋਲ ਪਿਛਲੇ ਸਾਲ ਦਾ ਵੀ ਡਾਟਾ ਹੋਣਾ ਚਾਹੀਦਾ ਹੈ ਤੇ ਇਸ ਸਾਲ ਦਾ ਵੀ ਡਾਟਾ ਹੋਣਾ ਚਾਹੀਦਾ ਹੈ, ਤਾਂ ਹੀ ਦੱਸ ਸਕਦੇ ਹਾਂ ਆਪਾਂ। ਸਮਝ ਆਇਆ? ਸੋ ਪੀਪਲ ਲਿਵਿੰਗ ਇਨ ਰੂਰਲ ਏਰੀਆਜ਼ ਆਰ ਨਾਟ ਬਿਲੋ ਦਾ ਪਾਵਰਟੀ ਲਾਈਨ, ਇਹ ਤਾਂ ਆਪਾਂ ਅਜ਼ਿਊਮ ਨਹੀਂ ਕਰ ਸਕਦੇ ਕਿਉਂਕਿ ਉਹਦੇ ਬਾਰੇ ਤਾਂ ਗੱਲ ਹੀ ਨਹੀਂ ਹੋਈ ਕੋਈ। ਇਹ ਸਿਮਿਲਰ ਸਰਵੇ ਵਾਸ ਕੰਡਕਟਡ ਲਾਸਟ ਈਅਰ। ਬਿਲਕੁਲ ਇੱਦਾਂ ਆਪਾਂ ਕਹਿ ਸਕਦੇ ਹਾਂ। ਕੀ ਕਲੀਅਰ ਹੋਇਆ ਕਿ ਨਹੀਂ? ਸੋ ਇਹਦਾ ਆਨਸਰ ਕੀ ਆਏਗਾ? ਸੈਕਿੰਡ। ਨੈਕਸਟ ਹੈ, ਟਰੈਵਲਿੰਗ ਬਾਈ ਟ੍ਰੇਨ ਰੈਦਰ ਦੈਨ ਕੈਬਸ ਇਜ਼ ਮੋਰ ਕਨਵੀਨੀਅੰਟ ਐਂਡ ਇਕਨੋਮਿਕਲ ਇਨ ਪੈਰਿਸ। ਜੇ ਆਪਾਂ ਟਰੈਵਲ ਕਰੀਏ ਟ੍ਰੇਨ ਨਾਲੋਂ, ਟ੍ਰੇਨ ਦੇ ਵਿੱਚ ਕੈਬ ਨਾਲੋਂ, ਉਹ ਜ਼ਿਆਦਾ ਕਨਵੀਨੀਅੰਟ ਹੈ, ਸੌਖਾ ਹੈ ਤੇ ਸਸਤਾ ਹੈ ਪੈਰਿਸ ਦੇ ਵਿੱਚ। ਸੋ ਇੱਥੇ ਆਪਾਂ ਕੀ ਅਜ਼ਿਊਮ ਕਰੀਏ? ਤੁਸੀਂ ਆਨਸਰ ਦੱਸੋ। ਪੈਰਿਸ ਇੱਕ ਐਕਸਪੈਂਸਿਵ ਸਿਟੀ ਹੈ ਪਹਿਲੀ, ਟ੍ਰੇਨ ਸਰਵਿਸਿਜ਼ ਆਰ ਰੀਜ਼ਨੇਬਲੀ ਗੁੱਡ ਇਨ ਪੈਰਿਸ। ਦੋਨਾਂ ਚੋਂ ਕਿਹੜੀ ਅਜ਼ੰਪਸ਼ਨ ਸਹੀ ਹੈ? ਸੈਕਿੰਡ ਸਹੀ ਹੈ, ਟ੍ਰੇਨ ਸਸਤੀਆਂ ਹੈ, ਰੀਜ਼ਨੇਬਲੀ ਗੁੱਡ ਹੈ ਪੈਰਿਸ ਦੇ ਵਿੱਚ। ਬਿਲਕੁਲ, ਕਿਉਂਕਿ ਉਹਨਾਂ ਨੇ ਕਿਹਾ ਨਾ ਕਿ ਕੈਬਸ ਨਾਲੋਂ ਟ੍ਰੇਨ ਕਰੋ ਤਾਂ ਟ੍ਰੇਨ ਸਸਤੀਆਂ ਹੋ ਗਈਆਂ, ਤਾਂ ਹੀ ਕਹੋਗੇ, ਕਿਉਂਕਿ ਉਹ ਲਿਖਿਆ ਵੀ ਹੈ ਕਿ ਉਹ ਸਸਤੀਆਂ ਹੈ ਤੇ ਇਕਨੋਮਿਕਲ ਹੈ। ਸੋ ਚੰਗੀ ਹੋਏਗੀ ਸਰਵਿਸ, ਫਿਰ ਕਨਵੀਨੀਅੰਟ ਹੈ, ਸੌਖੀ ਹੈ।
अच्छा पहली असम्पशन पेरिस इज एन एक्सपेंसिव सिटी। हाँ कई बार बच्चे ना इस स्टेटमेंट ਨੂੰ ਸਹੀ ਕਰ ਦਿੰਦੇ ਆ ਬਟ ਯਾਦ ਰੱਖੋ ਆਪਾਂ ਇਹਨੂੰ ਇਸ ਸਟੇਟਮੈਂਟ ਦੇ ਬੇਸ ਤੇ ਅਸਿਊਮ ਨਹੀਂ ਕਰ ਸਕਦੇ ਪੈਰਿਸ ਇੱਕ ਐਕਸਪੈਂਸਿਵ ਸਿਟੀ। ਯਾਦ ਰੱਖੋ ਆਪਾਂ ਆਪਣੀ ਪਰਸਨਲ ਓਪੀਨੀਅਨ ਨੂੰ ਨਹੀਂ ਦੱਸਣਾ ਹੁੰਦਾ ਕਿ ਸਾਨੂੰ ਮੇਰੇ ਹਿਸਾਬ ਨਾਲ ਜੇ ਮੈਂ ਦੇਖਾਂ ਪੈਰਿਸ ਐਕਸਪੈਂਸਿਵ ਹੈ ਕਿ ਸਸਤਾ ਹੈ। ਅੱਛਾ ਮੈਂ ਇੱਕ ਵਾਰ ਪੈਰਿਸ ਗਿਆ ਸੀ ਉੱਥੇ ਬਹੁਤ ਹੀ ਮਹਿੰਗਾ ਸੀ ਸੋ ਮੈਂ ਹੁਣ ਇਹਨੂੰ ਐਕਸਪੈਂਸਿਵ ਲਗਾ ਦਿੰਦਾ। ਮੈਂ ਆਪਣਾ ਪਰਸਨਲ ਐਕਸਪੀਰੀਅੰਸ ਇੱਥੇ ਨਹੀਂ ਲਗਾ ਸਕਦਾ। ਕੀ ਸਮਝ ਆਇਆ? ਇੱਦਾਂ ਲਿਖਿਆ ਹੈ। ਅੱਛਾ ਜੇ ਇੱਥੇ ਪੈਰਿਸ ਦੀ ਜਗ੍ਹਾ 'ਚ ਫਗਵਾੜਾ ਲਿਖਿਆ ਹੋਵੇ ਠੀਕ ਹੈ ਸੋ ਆਪਾਂ ਨੂੰ ਸਟਿਲ ਪਤਾ ਲੱਗਦਾ ਜੀ ਟ੍ਰੇਨ ਸਰਵਿਸ ਤਾਂ ਵਧੀਆ ਹੈ। ਹੁਣ ਕੀ ਕਹੀਏ ਫਗਵਾੜਾ ਐਕਸਪੈਂਸਿਵ ਹੈ। ਆਪਾਂ ਇਦਾਂ ਨਹੀਂ ਕਹਿ ਇਸ ਸਟੇਟਮੈਂਟ ਦੇ ਬੇਸ ਤੇ ਤਾਂ ਨਹੀਂ ਕਹਿ ਸਕਦੇ ਕਿ ਫਗਵਾੜਾ ਐਕਸਪੈਂਸਿਵ ਹੈ। ਜੇ ਕੈਬਸ ਐਕਸਪੈਂਸਿਵ ਹੈ ਤੇ ट्रेन सस्तियां भी तो है। एक चीज़ एक्सपेंसिव है दूसरी चीज़ सस्ती है फिर आप इतना थोड़ी कह देंगे कि भाई पूरी सिटी एक्सपेंसिव है। आई होप ਤੁਹਾਨੂੰ ਕਲੀਅਰ ਹੁੰਦਾ। ਸੋ ਆਨਸਰ ਕੀ ਆਏਗਾ ਇੱਥੇ ਸੈਕਿੰਡ। ਨੈਕਸਟ ਕੁਐਸਚਨ ਕੀ ਹੈ एक गवर्नमेंट एडवर्टाइजमेंट पब्लिक गवर्नमेंट ने एडवर्टाइजमेंट की थी ठीक है पब्लिक इंटरेस्ट ਵਿੱਚ फॉर ए चाइल्ड्स बेटर मैंटल हेल्थ एडमिट हिम और हर टू ए ਸਕੂਲ ਓਨਲੀ ਆਫਟਰ 5 ਇਅਰਸ ਆਫ ਏਜ। ਚੰਗੀ ਮੈਂਟਲ ਹੈਲਥ ਦੇ ਲਈ ਬੱਚੇ ਦੀ ਉਹਨੂੰ ਸਕੂਲ 'ਚ ਐਡਮਿਟ ਕਰੋ 5 ਸਾਲ ਤੋਂ ਬਾਅਦ ਠੀਕ ਹੈ ਓਕੇ। ਅ ਚਾਈਲਡ ਕੈਨ ਨਾਟ ਲਰਨ ਬਿਫੋਰ ਹੀ ਔਰ ਸ਼ੀ ਟਰਨਸ 5 ਬੱਚਾ ਸਿੱਖ ਹੀ ਨਹੀਂ ਸਕਦਾ 5 ਸਾਲ ਤੋਂ ਪਹਿਲਾਂ ਨਹੀਂ। ਆਪਾਂ ਇਹ ਕਹਿੰਦੇ ਕਿ ਬੈਟਰ ਮੈਂਟਲ ਹੈਲਥ ਲਈ ਉਹਨੂੰ ਸਕੂਲ 'ਚ 5 ਸਾਲ ਤੋਂ ਬਾਅਦ ਪਾਓ ਬਟ ਇਹਦਾ ਮਤਲਬ ਇਹ ਥੋੜੀ ਹੈ ਕਿ ਉਹ ਸਿੱਖ ਹੀ ਨਹੀਂ ਸਕਦਾ 5 ਸਾਲ ਤੋਂ ਪਹਿਲਾਂ। ਇਹ ਅਜ਼ੂਮ ਕਰਦੇ ਆਪਾਂ ਨਹੀਂ ਆਪਾਂ ਇਹ ਤਾਂ ਅਜ਼ੂਮ ਨਹੀਂ ਕਰਦੇ। ਕੀ ਕਲੀਅਰ ਹੋ ਰਿਹਾ ਕਿ ਨਹੀਂ? ਸਮ ਸਕੂਲਸ ਐਡਮਿਟ ਚਿਲਡਰਨ ਹੂ ਆਰ ਬਿਲੋ 5 ਇਅਰਸ ਆਫ ਏਜ। ਕੁਝ ਸਕੂਲ ਹੈ ਨਾ ਉਹ ਬੱਚੇ ਨੂੰ ਐਡਮਿਟ ਕਰ ਲੈਂਦੇ ਜਿਹੜੇ 5 ਸਾਲ ਤੋਂ ਛੋਟੇ ਹੈ। ਕੀ ਇਹ ਸਹੀ ਹੈ? ਇਹ ਡੈਫੀਨੇਟਲੀ ਸਹੀ ਹੈ। ਇਹ ਡੈਫੀਨੇਟਲੀ ਸਹੀ ਕਿਉਂ ਹੈ? ਅੱਛਾ ਜੇ 5 ਸਾਲ ਤੋਂ ਪਹਿਲਾਂ ਬੱਚੇ ਨੂੰ ਐਡਮਿਟ ਕਰਦਾ ਹੀ ਨਹੀਂ ਕੋਈ ਸਕੂਲ ਤਾਂ ਮੈਂ ਫਾਲਤੂ 'ਚ ਐਡਵਰਟਾਈਜ਼ਮੈਂਟ ਕਿਉਂ ਦੇਖ ਰਹੇ ਨੇ ਕਿਉਂ ਕੀਤੀ ਹੈ ਗਵਰਨਮੈਂਟ ਨੇ ਐਡਵਰਟਾਈਜ਼ਮੈਂਟ ਕਿਉਂ ਕੀਤੀ ਹੋਏਗੀ ਕਿ ਬੱਚੇ ਦੀ ਬੈਟਰ ਮੈਂਟਲ ਹੈਲਥ ਦੇ ਲਈ 5 ਸਾਲ ਤੋਂ ਨਾ ਬਾਅਦ 'ਚ ਉਹਨੂੰ ਸਕੂਲ 'ਚ ਪਾਓ। ਕਿਸ ਖੁਸ਼ੀ 'ਚ ਕੀਤੀ ਹੋਏਗੀ? ਉਹ ਕੁਝ ਕਰਦੇ ਹੋਗੇ ਤਾਂ ਹੀ ਕੀਤੀ ਹੋਏਗੀ ਨਾ। ਗਵਰਨਮੈਂਟ ਨੂੰ ਜ਼ਿਆਦਾ ਸਿਆਣੀ ਥੋੜੀ ਵੀ ਹਾਂ ਬਈ ਪ੍ਰੋਬਲਮ ਕੋਈ ਹੈ ਨਹੀਂ ਐਡਵਰਟਾਈਜ਼ਮੈਂਟ ਕਰ ਰਿਹਾ। ਨਹੀਂ ਸਮਝ ਆਈ? ਕਲੀਅਰ ਹੋਇਆ ਕਿ ਨਹੀਂ? आई होप ਤੁਹਾਨੂੰ ਸਮਝ ਆ ਰਿਹਾ। ਸੋ ਉਹ ਜੇ ਆ ਚੀਜ਼ ਹੋ ਰਹੀ ਹੈ ਤਾਂ ਅਜ਼ਿਊਮ ਕਰਦੇ ਨਾ ਕੋਈ ਕੁਝ ਐਦਾਂ ਹੁੰਦਾ ਹੀ ਹੋਏਗਾ ਤਾਂ ਹੀ ਉਹ ਐਜੂਕੇਟ ਕਰ ਰਹੀ ਹੈ ਐਦਾਂ। ਯੈਸ ਔਰ ਨੋ? ਸੋ ਜੇ ਕੋਈ ਸਕੂਲ ਐਡਮਿਟ ਕਰਦਾ ਹੀ ਨਹੀਂ ਹੈ ਜੇ ਇਦਾਂ ਦੀ ਸਿਚੁਏਸ਼ਨ ਹੈ ਹੀ ਨਹੀਂ ਤਾਂ ਫਿਰ ਉਹ ਇਦਾਂ ਕਿਉਂ ਕਰਕੇ ਸਾਨੂੰ ਦੱਸ ਰਹੀ ਹੈ ਜਦ ਕੋਈ ਕਰਦਾ ਹੀ ਨਹੀਂ। ਫਿਰ ਅਸੀਂ ਫਿਰ ਤਾਂ ਫੋਟੋ ਵੀਜ਼ੇ ਸਾਰਿਆਂ ਨੇ 5 ਸਾਲ ਤੋਂ ਬਾਅਦ ਹੀ ਐਡਮਿਟ ਹੋਣਾ ਤੇ ਫਿਰ ਐਡਵਰਟਾਈਜ਼ਮੈਂਟ ਦੀ ਕੀ ਲੋੜ ਹੈ? ਇਹ ਕਲੀਅਰ ਹੋ ਗਿਆ? ਸੋ ਆਪਾਂ ਨੂੰ ਕਲੀਅਰ ਹੁੰਦਾ ਹੈ ਆ ਸਟੇਟਮੈਂਟ। ਸੋ ਜੇ ਸਾਨੂੰ ਕੋਈ ਐਡਵਰਟਾਈਜ਼ਮੈਂਟ ਆਈ ਕਿ ਵੀ 5 ਸਾਲ ਤੋਂ ਬਾਅਦ ਹੀ ਬੱਚੇ ਨੂੰ ਐਡਮਿਟ ਕਰੋ ਇਹਦਾ ਮਤਲਬ ਕਿਤੇ ਨਾ ਕਿਤੇ 5 ਸਾਲ ਤੋਂ ਪਹਿਲਾਂ ਵੀ ਹੁੰਦਾ ਹੋਏਗਾ। ਜੇ ਕਿਤੇ ਹੁੰਦਾ ਹੀ ਨਹੀਂ 5 ਸਾਲ ਤੋਂ ਪਹਿਲਾਂ ਤਾਂ ਫਿਰ ਸਾਨੂੰ ਕਿਉਂ ਦੱਸ ਰਿਹਾ? ਆਈ ਹੋਪ ਤੁਹਾਨੂੰ ਕਲੀਅਰ ਹੋ ਜਾਂਦਾ ਹੈ ਠੀਕ ਹੈ। ਸੋ ਇਹਦਾ ਆਨਸਰ ਆਪਾਂ ਕੀ ਟਿਕ ਕਰਨਾ ਹੈ ਸੈਕਿੰਡ। Although he has done MBA through a correspondence course, he is as smart as a person from college X। ਹਾਲਾਂਕਿ ਉਹਨੇ MBA ਕਿੱਥੋਂ ਕੀਤੀ ਹੈ? correspondence course ਤੋਂ ਬਟ ਉਹ ਇੰਨਾ ਹੀ ਸਮਾਰਟ ਹੈ ਜਿੰਨਾ ਕਾਲਜ X ਦਾ ਹੈ। ਇਹਦਾ ਮਤਲਬ ਸਾਨੂੰ ਪਤਾ ਲੱਗ ਗਿਆ ਕਾਲਜ X ਦੇ ਵਿੱਚ ਕੋਈ ਵਿਸ਼ੇਸ਼ਤਾ ਹੈ। ਕੀ ਵਿਸ਼ੇਸ਼ਤਾ ਹੈ ਕਿ ਕਾਲਜ X ਦੇ ਲੋਕ ਕੀ ਹੈ? ਸਮਾਰਟ। ਯੈਸ ਔਰ ਨੋ? ਸੋ ਜੇ ਮੈਂ ਕਹਾਂ ਅੱਛਾ ਹਾਲਾਂਕਿ ਉਹ ਇੱਥੋਂ ਪੜ੍ਹਿਆ ਹੈ ਬਟ ਉਹ ਇੰਨਾ ਹੀ ਸਮਾਰਟ ਹੈ ਜਿਹੜਾ ਉਸ ਕਾਲਜ ਤੋਂ ਪੜ੍ਹਿਆ ਹੋਵੇ ਉਹਦੇ ਬਰਾਬਰ। ਸੋ ਦੈਟ ਮੀਨ ਉਹ ਕਾਲਜ ਦੇ ਬੱਚੇ ਤਾਂ ਸਮਾਰਟ ਹੈ ਇਹ ਤਾਂ ਪਤਾ ਲੱਗ ਗਿਆ। ਅੱਛਾ ਸਟੂਡੈਂਟਸ ਫਰਮ ਕਾਲਜ ਐਕਸ ਆਰ ਨੋਨ ਫॉर देयर ਸਮਾਰਟ। ਬਿਲਕੁਲ ਐਡਜੈਕਟਿਵ ਲੱਗਾ ਹੋਇਆ ਨਾਲ ਸਾਨੂੰ ਦੱਸਣ ਦੀ ਲੋੜ ਨਹੀਂ ਹੈ ਹੁਣ। ਸੋ ਪਤਾ ਹੀ ਆਪਾਂ ਨੂੰ ਪਤਾ ਲੱਗ ਗਿਆ। ਸਟੂਡੈਂਟਸ ਸ਼ੁੱਡ ਡੂ MBA ਥਰੂ ਕੋਰਸਪੋਂਡੈਂਸ ਇਨ ਆਰਡਰ ਟੂ ਬਿਕਮ ਸਮਾਰਟ। ਇਹ ਤਾਂ ਨਹੀਂ ਕਹਿ ਸਕਦੇ ਆਪਾਂ ਕਿਉਂਕਿ ਦੇਖੋ ਉਹਨੇ ਕਿਹਾ ਵੀ ਇੱਦਾਂ ਹੈ ਹਾਲਾਂਕਿ ਉਹਨੇ MBA ਕੋਰਸਪੋਂਡੈਂਸ ਤੋਂ ਕੀਤੀ ਹੈ ਬਟ ਫਿਰ ਵੀ ਉਹ ਕਾਲਜ X ਦੇ ਬੱਚਿਆਂ ਵਾਂਗੂ ਸਮਾਰਟ ਹੈ। ਇਹਦਾ ਮਤਲਬ ਫਿਰ ਉਹ ਕੋਰਸਪੋਂਡੈਂਸ ਨੂੰ ਸਮਾਰਟ ਨਹੀਂ ਕਹਿ ਰਿਹਾ ਠੀਕ ਹੈ। ਉਹ ਡਿਪੈਂਡ ਕਰਦੇ ਆਪਾਂ ਨੂੰ ਨਹੀਂ ਪਤਾ ਉਹਦੇ ਬਾਰੇ। ਸੋ ਆਪਾਂ ਇਹ ਜ਼ਰੂਰ ਪਤਾ ਹੈ ਕਿ ਕਾਲਜ X ਵਾਲੇ ਕੀ ਹੈ ਸਮਾਰਟ ਹੈ। ਹਾਲਾਂਕਿ ਉਹਨੇ ਕੋਰਸਪੋਂਡੈਂਸ ਕੋਰਸ ਨੂੰ ਬੈਟਰ ਨਹੀਂ ਦੱਸਿਆ ਇਸ ਕੇਸ 'ਚ। ਕੀ ਸਮਝ ਆ ਰਿਹਾ ਕਿ ਨਹੀਂ? ਮਤਲਬ ਉਹ ਕਹਿੰਦਾ ਹਾਲਾਂਕਿ ਉਹਨੇ ਕੋਰਸਪੋਂਡੈਂਸ ਕੀਤੀ ਹੈ ਫਿਰ ਵੀ ਉਹ ਸਮਾਰਟ ਹੈ। ਇਹਦਾ ਮਤਲਬ ਉਹ ਫਿਰ ਕੋਰਸਪੋਂਡੈਂਸ ਨੂੰ ਸਮਾਰਟ ਨਹੀਂ ਸਮਝਦਾ।
ਕੀ ਸਮਝ ਆ ਰਿਹਾ ਕਿ ਨਹੀਂ? ਸੋ ਕੀ ਇਹ ਫਸਟ ਕਲੀਅਰ ਹੁੰਦਾ ਹੈ? ਇੱਥੇ ਆਪਾਂ ਆਨਸਰ ਕੀ ਟਿਕ ਕਰਾਂਗੇ? ਫਸਟ। ਕਨਵੇਂਸ ਫੈਸਿਲਿਟੀਜ਼ ਪ੍ਰੋਵਾਈਡਡ ਬਾਈ ਆਰਗੇਨਾਈਜੇਸ਼ਨ ਹੈਲਪ EMPLOYEE ਰਿਪੋਰਟ ਟੂ ਵਰਕ ਔਨ ਟਾਈਮ। ਜਿਹੜੀ ਕਨਵੇਂਸ ਫੈਸਿਲਿਟੀ ਹੈ ਨਾ ਆਰਗੇਨਾਈਜੇਸ਼ਨ ਜਿਹੜੀ ਪ੍ਰੋਵਾਈਡ ਕਰਦਾ, ਉਹ ਹੈਲਪ ਕਰਦਾ EMPLOYEES ਨੂੰ ਕਿ ਉਹ ਟਾਈਮ ਤੇ ਰਿਪੋਰਟ ਕਰਨ। ਆਹ ਸਟੇਟਮੈਂਟ ਹੈ ਪਹਿਲੀ assumption। conveyance facility which is provided by the organization always reaches on time। सही है? सही है? assumption गलत है। क्यों? क्योंकि इत्थे word use किया गया always, जो कि restrictive word है। तो restrictive word वाले ਜਿਹੜੇ sentence ਹੁੰਦੇ ਹੈ, assumptions ਹੁੰਦੀਆਂ, ਉਹ ਕਿਉਂ valid ਹੁੰਦੀਆਂ? ਨਹੀਂ। ਆਪਾਂ ਕਿੱਦਾਂ ਕਹੀਏ ਹਮੇਸ਼ਾ ਹੀ ਟਾਈਮ ਤੇ ਪਹੁੰਚਦੀ ਹੈ? ਕਿਸੇ ਇੱਕ ਦਿਨ ਤਾਂ ਲੇਟ ਹੋ ਸਕਦੀ ਕਿ ਨਹੀਂ, ਕਿਸੇ ਰੀਜ਼ਨ ਕਰਕੇ, ਟ੍ਰੈਫਿਕ ਕਰਕੇ, ਕੋਈ ਆਪਾਂ ਇੱਦਾਂ ਕਿ ਹਮੇਸ਼ਾ ਹੀ ਟਾਈਮ ਤੇ ਪਹੁੰਚਦੀ, ਪੋਸੀਬਲ ਹੀ ਨਹੀਂ ਹੈ। It is not possible to report to work on time unless conveyance facility is provided by the organization। ਇੱਥੇ ਵੀ restrictive word ਆ ਗਿਆ ਵੈਸੇ। ਉਹ ਕਹਿੰਦੇ possible ਹੀ ਨਹੀਂ ਹੈ ਕਿ ਇੱਕ ਟਾਈਮ ਤੇ ਰਿਪੋਰਟ ਕੀਤਾ ਜਾ ਸਕੇ ਜੇ ਕਨਵੇਂਸ ਫੈਸਿਲਿਟੀ ਹੈ ਨਹੀਂ ਆਰਗੇਨਾਈਜੇਸ਼ਨ ਦੀ। ਆਪਾਂ ਇੱਦਾਂ ਤਾਂ ਨਹੀਂ ਕਹਿ ਸਕਦੇ ਕਿ ਪੋਸੀਬਲ ਹੀ ਹੈ ਨਹੀਂ, ਕਨਵੇਂਸ ਫੈਸਿਲਿਟੀ ਹੋਏਗੀ ਤਾਂ ਪੋਸੀਬਲ ਹੈ, ਨਹੀਂ ਤਾਂ ਪੋਸੀਬਲ ਹੀ ਨਹੀਂ ਹੈ। ਦੇਖੋ ਆਪਾਂ ਨੂੰ ਸਟੇਟਮੈਂਟ ਪੜ੍ਹ ਕੇ ਪਤਾ ਲੱਗ ਜਾਂਦਾ ਕਿ ਇਹ ਰਿਸਟ੍ਰਿਕਟਿਵ ਸਟੇਟਮੈਂਟ ਤਾਂ ਨਹੀਂ ਹੈ, ਕਿ ਇੱਦਾਂ ਤਾਂ ਨਹੀਂ ਕਹਿ ਰਿਹਾ ਉਹ ਕਿ ਹੋ ਹੀ ਨਹੀਂ ਸਕਦਾ। ਕੀ ਸਮਝ ਆ ਰਿਹਾ? ਹਮੇਸ਼ਾ ਯਾਦ ਰੱਖੋ, ਕੋਈ ਇੱਦਾਂ ਦੀ ਸਟੇਟਮੈਂਟ ਆ ਜਾਏ ਕਿ ਇੱਦਾਂ ਹੀ ਹੋਏਗਾ ਜਾਂ ਇੱਦਾਂ ਹੋ ਹੀ ਨਹੀਂ ਸਕਦਾ, ਹੋਰ ਕੋਈ ਆਪਸ਼ਨ ਹੀ ਹੈ ਨਹੀਂ, ਇੱਦਾਂ ਦੇ ਅਜ਼ੰਪਸ਼ਨਸ ਨਹੀਂ ਹੁੰਦੇ ਕਦੀ ਵੈਲਿਡ। ਇਹ ਬੜਾ ਸੌਖਾ ਹੈ। ਆਈ ਹੋਪ ਤੁਹਾਨੂੰ ਸਮਝ ਆਉਂਦਾ। ਤੁਸੀਂ ਮੇਬੀ ਇਹਨੂੰ ਟਿਕ ਕਰ ਦੇਣਾ ਜਿਵੇਂ ਕਿ ਹੁਣ ਤੁਸੀਂ ਇਹਨੂੰ ਟਿਕ ਕਰ ਰਹੇ ਹੋ। ਕੀ ਸਮਝ ਆ ਰਿਹਾ ਕਿ ਨਹੀਂ? ਇੱਥੇ ਆਨਸਰ ਐਕਚੁਅਲੀ ਕੀ ਆਣਾ? ਫੋਰਥ। ਕੀ ਪੱਕਾ ਪਤਾ ਲੱਗ ਰਿਹਾ ਕਿ ਨਹੀਂ? ਜਿਹੜਾ ਥਿਓਰੈਟੀਕਲ ਪੋਰਸ਼ਨ ਕੀਤਾ ਨਾ ਆਪਾਂ, ਕਿਹੜਾ ਵਾਲਾ ਜਿਹੜਾ ਆਪਾਂ ਕੀਤਾ ਕਾਜ਼ ਐਂਡ ਇਫੈਕਟ ਵਾਲਾ, ਕਿ ਆਪਸ 'ਚ ਉਹਦਾ ਰਿਲੇਸ਼ਨਸ਼ਿਪ ਬਣ ਜਾਏ ਤੇ ਇਹ ਚੀਜ਼ ਹੋਵੇ ਤਾਂ ਇਹੀ ਹੁੰਦੀ ਹੈ, ਜਾਂ ਇਹ ਚੀਜ਼ ਹਾਲਾਂਕਿ ਹੋਈ ਨਹੀਂ ਫਿਰ ਵੀ ਆਹ ਹੋ ਗਈ। ਸੋ ਦੈਟ ਮੀਨਸ ਇੱਥੇ ਸਾਨੂੰ ਪਤਾ ਲੱਗ ਜਾਂਦਾ ਕਿ ਆਪਸ 'ਚ ਉਹਨਾਂ 'ਚ ਰਿਲੇਸ਼ਨਸ਼ਿਪ ਐਗਜ਼ਿਸਟ ਕਰਦਾ ਹੈ। ਜਦੋਂ ਆਹ ਹੋਵੇ ਉਦੋਂ ਆਹ ਹੁੰਦਾ ਹੈ। ਜਾਂ ਫਿਰ ਕੋਈ ਐਡਜੈਕਟਿਵ ਲੱਗਾ ਹੋਵੇ ਕਿਸੇ ਦੇ ਨਾਲ, ਆਪਾਂ ਇਹ ਵੀ ਅਜ਼ਿਊਮ ਕਰਦੇ ਹਾਂ ਕਿ ਇਹ ਵਿਸ਼ੇਸ਼ਤਾ ਇਹਦੇ 'ਚ ਮੌਜੂਦ ਹੈਗੀ ਹੈ ਕਿ ਨਹੀਂ ਹੈਗੀ? ਹੈਗੀ ਹੈ। ਨਹੀਂ ਸਮਝ ਆਇਆ? ਉਹਨੇ ਕੁਐਸਚਨ ਕੀਤਾ ਨਾ ਕਿ ਅੱਛਾ ਉਹ ਕਾਲਜ ਐਕਸ ਵਾਲਾ ਹੈ ਵਾਂਗੂ ਸਮਾਰਟ ਹੈ, ਸੋ ਕਾਲਜ ਐਕਸ ਵਾਲੇ ਤਾਂ ਸਮਾਰਟ ਵਾਂਗੂ ਲਈ ਜਾਣੇ ਜਾਂਦੇ ਫਿਰ, ਯੈਸ ਔਰ ਨੋ? ਜਾਂ ਕੁਐਸਚਨ ਇੱਦਾਂ ਆ ਜਾਏ ਕਿ ਕੋਈ ਐਡਵਰਟਾਈਜ਼ਮੈਂਟ ਹੋਈ ਜਾਂ ਅਪੀਲ ਹੋਈ, ਹੁਣ ਆਪਾਂ ਨੂੰ ਪਤਾ ਹੈ ਨਾ ਕਿ ਆਪਾਂ ਕੀ ਟਿਕ ਕਰਨਾ, ਜਾਂ ਨੋਟਿਸ ਆਇਆ ਕੋਈ ਕਿ ਇਹਦਾ ਲੋਕਾਂ ਤੇ ਅਸਰ ਪਏਗਾ। ਕੀ ਸਮਝ ਆ ਰਿਹਾ ਮੈਂ ਕੀ ਕਹਿ ਰਿਹਾ? ਇਹ ਲੋਕਾਂ ਦੇ ਬੈਨੀਫਿਟ ਲਈ ਹੁੰਦੀ ਹੈ, ਸਮਝ ਰਹੇ ਹੋ? ਨੁਕਸਾਨ ਦੇ ਲਈ ਨਹੀਂ। ਗਵਰਨਮੈਂਟ ਆਪਾਂ ਅਜ਼ਿਊਮ ਕਰਦੇ ਗਵਰਨਮੈਂਟ ਜੇ ਕੋਈ ਕੰਮ ਕਰ ਰਹੀ ਹੈ ਉਹ ਕਿਹਦੇ ਲਈ ਕਰ ਰਹੀ ਹੈ? ਲੋਕਾਂ ਦੇ ਬੈਨੀਫਿਟ ਲਈ ਕੰਮ ਕਰ ਰਹੀ ਹੈ। ਹਾਂ, ਤੁਸੀਂ ਆਪਣਾ ਪਰਸਨਲ ਐਕਸਪੀਰੀਅੰਸ ਇੱਥੇ ਵਿੱਚ ਨਹੀਂ ਲਿਆਉਣਾ। ਕੋਈ ਬੰਦਾ ਕਹਿ ਸਕਦਾ ਗਵਰਨਮੈਂਟ ਤਾਂ ਜੋ ਕਰਦੀ ਪੁੱਠਾ ਹੀ ਕਰਦੀ ਹੈ। ਆਪਾਂ ਨੂੰ ਪਤਾ ਨਾ ਪ੍ਰੋਟੈਸਟ ਚੱਲ ਰਿਹਾ, ਦਿੱਲੀ ਦੇ ਵਿੱਚ ਵੀ ਪੰਗੇ ਚੱਲ ਰਹੇ, ਠੀਕ ਹੈ। ਸੋ ਬਾਟੋ ਵਿੱਚ ਗਵਰਨਮੈਂਟ ਦੇ ਡਿਸੀਜ਼ਨ ਦੇ ਅਗੇਂਸਟ ਹੀ ਹੈ, ਠੀਕ ਹੈ, ਜੋ ਵੀ ਉਹ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਲਾਜ਼ ਨੂੰ। ਸੋ ਹੁਣ ਆਪਾਂ ਕਹੀਏ ਜੇ ਗਵਰਨਮੈਂਟ ਕਰਦੀ ਉਹ ਗਲਤ ਹੀ ਕਰਦੀ ਸੀ, ਆਪਾਂ ਆਪਣਾ ਪਰਸਨਲ ਐਕਸਪੀਰੀਅੰਸ ਵਿੱਚ ਨਹੀਂ ਲਿਆਉਣਾ। ਆਪਾਂ ਅਜ਼ਿਊਮ ਕਰਦੇ ਹਾਂ ਜੇ ਗਵਰਨਮੈਂਟ ਨੇ ਕੋਈ ਡਿਸੀਜ਼ਨ ਲਿਆ ਹੈ ਤੇ ਉਹ ਕਾਹਦੇ ਲਈ ਹੋਏਗਾ? ਲੋਕਾਂ ਦੇ ਬੈਨੀਫਿਟ ਲਈ ਕਿ ਨੁਕਸਾਨ ਦੇ ਲਈ? ਬੈਨੀਫਿਟ ਲਈ ਹੋਏਗਾ ਨਾ। ਅੱਛਾ ਚਲੋ ਛੱਡੋ, ਉਹ ਤਾਂ ਗੱਲ ਅਲੱਗ। ਤੁਸੀਂ ਗਵਰਨਮੈਂਟ ਇੰਪਲੋਈ ਬਣਨਾ, ਜੋ ਬੈਂਕ 'ਚ ਜਾਓਗੇ ਜਾਂ ਕਿਸੇ ਆਰਗੇਨਾਈਜੇਸ਼ਨ ਜਾਓਗੇ, ਗਵਰਨਮੈਂਟ ਇੰਪਲੋਈ ਬਣੋਗੇ ਕਿ ਨਹੀਂ? ਹੁਣ ਗਵਰਨਮੈਂਟ ਨੇ ਜਿਹੜਾ ਐਕਸ਼ਨ ਲਿਆ ਤੁਸੀਂ ਉਹਦੇ ਅਗੇਂਸਟ ਜਾਓਗੇ ਕਿ ਉਹਨੂੰ ਸਪੋਰਟ ਕਰੋਗੇ? ਸਪੋਰਟ ਹੀ ਕਰੋਗੇ ਨਾ। ਅਗੇਂਸਟ ਜਾਓਗੇ ਤਾਂ ਉਹਨਾਂ ਤੋਂ ਕੱਢ ਕੇ ਚੱਕ ਕੇ ਬਾਹਰ ਮਾਰਨੇ। ਗਵਰਨਮੈਂਟ ਨੂੰ ਇੱਦਾਂ ਦੇ ਬੰਦੇ ਚਾਹੀਦੇ। ਮੈਂ ਇਨ ਜਨਰਲ ਗੱਲ ਕਰ ਰਿਹਾ, ਮੈਂ ਇਹ ਨਹੀਂ ਕਹਿ ਰਿਹਾ, ਮੈਂ ਇਹ ਚੀਜ਼ ਕਹਿ ਰਿਹਾ ਕਿ ਤੁਸੀਂ ਇਹ ਸਮਝਣਾ ਹੈ ਕਿ ਤੁਸੀਂ ਗਵਰਨਮੈਂਟ ਦੇ ਅਗੇਂਸਟ ਨਹੀਂ ਜਾ ਸਕਦੇ। ਕੀ ਕਲੀਅਰ ਹੋਇਆ? ਫॉर एग्जांपल ਇੱਥੇ ਸਟੇਟਮੈਂਟ ਲਿਖੀ ਕਿ ਗਵਰਨਮੈਂਟ ਨੇ ਆ ਚੀਜ਼ ਇੰਪਲੀਮੈਂਟ ਕੀਤੀ ਹੈ ਤੇ ਤੁਸੀਂ ਨੀਚੇ ਕਹੋ ਕਿ ਨਹੀਂ ਇਹ ਚੀਜ਼ ਨਹੀਂ ਇੰਪਲੀਮੈਂਟ ਹੋਣੀ ਚਾਹੀਦੀ, ਉੱਧਰ ਲਿਖਿਆ ਹੋਇਆ ਤੇ ਤੁਸੀਂ ਉਹਨੂੰ ਟਿਕ ਕਰ ਰਹੇ ਹੋ, ਫਿਰ ਤੁਹਾਨੂੰ ਗਵਰਨਮੈਂਟ ਨੇ ਥੋੜੀ ਰੱਖਣਾ ਹੈ। ਆ ਥੋੜਾ ਕਲੀਅਰ ਹੋ ਰਿਹਾ ਕਿ ਨਹੀਂ? ਚਲੋ। Sometimes a person acting out of conviction, pursuing a dream, represents the spirit of an entire generation। ਇਹਦਾ ਮਤਲਬ ਕੀ ਹੈ? ਕਈ ਵਾਰ ਇੱਕ ਪਰਸਨ ਐਕਟਿੰਗ ਆਊਟ ਆਫ ਕਨਵਿਕਸ਼ਨ, ਐਕਟਿੰਗ ਆਊਟ ਆਫ ਕਨਵਿਕਸ਼ਨ, ਕਨਵਿਕਸ਼ਨ ਕੀ ਹੁੰਦਾ ਹੈ? ਸਟਰੋਂਗ ਬਿਲੀਵ। ਕਨਵਿਕਸ਼ਨ ਕੀ ਹੁੰਦਾ ਹੈ?
strong belief acting out of ਕਈ ਵਾਰ ਇੱਕ ਪਰਸਨ strong belief ਦੇ ਹਿਸਾਬ ਨਾਲ ਕੀ ਕਰਦਾ ਹੈ, ਐਕਟ ਕਰਦਾ ਹੈ। pursuing a dream, pursue ਹੁੰਦਾ ਫੋਲੋ ਕਰਨਾ। ਕੀ ਕਰਨਾ? ਆਪਣੇ ਡ੍ਰੀਮ ਨੂੰ ਫੋਲੋ ਕਰਦੇ ਹੋਏ represents the spirit of an entire generation, ਉਹ ਪੂਰੀ entire generation ਦੀ spirit ਨੂੰ represent ਕਰਦਾ ਹੈ। ਇਹ ਸਾਡੀ ਸਟੇਟਮੈਂਟ ਹੈ। ਆ ਪੂਰੀ ਇੰਟਾਇਰ ਜਨਰੇਸ਼ਨ ਦੀ ਸਪਿਰਿਟ ਨੂੰ ਰਿਪਰੈਜ਼ੈਂਟ ਕਰਦਾ, ਇਹਦਾ ਮਤਲਬ ਕੀ ਹੋ ਸਕਦਾ? ਉਹ ਸਾਰੀ ਜਨਰੇਸ਼ਨ ਦੀ ਸਪਿਰਿਟ। ਸਪਿਰਿਟ ਕੀ ਹੁੰਦਾ? ਮਨਸ਼ਾ। ਸਪਿਰਿਟ ਸਮਝਦੇ ਹੋ? ਇਹ ਭੂਤ ਨਹੀਂ ਹੈ। ਸਪਿਰਿਟ ਸਮਝ ਰਹੇ ਹੋ ਇੱਥੇ ਕੀ ਹੋਏਗਾ? ਮਨਸ਼ਾ। ਮਨਸ਼ਾ ਸਮਝਦੇ ਹੋ? ਵਿਲਿੰਗਨੈਸ, ਇੱਛਾ। ਕੀ ਸਮਝ ਆ ਰਿਹਾ? ਸਟੇਟਮੈਂਟ ਪਹਿਲਾਂ ਫਿਰ ਸਮਝ ਲੈਂਦੇ ਹਾਂ ਕਿ ਕਈ ਵਾਰ ਕੋਈ ਪਰਸਨ ਆਪਣੀ ਪੂਰੇ ਸਟਰੋਂਗ ਬਿਲੀਵ ਨਾਲ ਕੋਈ ਐਕਸ਼ਨ ਕਰਦਾ ਹੈ ਆਪਣੇ ਡ੍ਰੀਮ ਨੂੰ ਫੋਲੋ ਕਰਦੇ ਹੋਏ, ਉਹ ਪੂਰੀ ਜਨਰੇਸ਼ਨ ਦੀ ਸਪਿਰਿਟ ਨੂੰ ਦਰਸਾਉਂਦਾ ਹੈ। ਕੀ ਸਮਝ ਆਇਆ? ਸੋ ਮਤਲਬ ਕੰਮ ਕੋਈ ਕਰ ਰਿਹਾ ਬਟ ਉਹ ਪੂਰੀ ਜਨਰੇਸ਼ਨ ਦੀ ਇੱਛਾ ਨੂੰ ਸ਼ੋ ਕਰ ਰਿਹਾ ਵੀ ਸਾਰੇ ਇੱਦਾਂ ਕਰਨਾ ਚਾਹੁੰਦੇ। ਕੀ ਸਮਝ ਆ ਰਿਹਾ ਕਿ ਨਹੀਂ? ਸੋ one gets conviction out of one's action, ਕਿਸੇ ਇੱਕ ਨੂੰ strong belief ਮਿਲਦਾ ਹੈ ਕਿਸੇ ਇੱਕ ਦੇ ਐਕਸ਼ਨ ਨਾਲੋਂ। ਦੂਸਰਾ, expectations of different generations are not the same, different generation ਦੀਆਂ expectations same ਨਹੀਂ ਹੈ। ਇਹਨਾਂ ਦੋਨਾਂ ਚੋਂ ਕੋਈ ਫੋਲੋ ਕਰਦਾ? ਇੱਕ ਨੂੰ ਜਾਂ ਕਿਸੇ ਪਰਸਨ ਨੂੰ ਦੂਸਰੇ ਦੇ ਐਕਸ਼ਨ ਨਾਲੋਂ strong belief ਮਿਲਦਾ ਹੈ, ਇਹ ਤੋਂ ਆਪਾਂ ਕੀ ਅਜ਼ਿਊਮ ਕਰ ਸਕਦੇ ਹਾਂ? ਇਹ देखो मैं एक एग्जाम्पल लेना, लेट सपोज, ये शायद तुहानू समझ आएगा। लेट सपोज इंडियन क्रिकेट मैच चल रहा है पाकिस्तान नाल, किन्ना इंडियन क्रिकेट मैच चल रहा है पाकिस्तान नाल। हुण इंडियन टीम हैगी है, सो आप अज्यूम करते हैं विराट कोहली खेल रहा है, तो विराट कोहली दा ड्रीम है कि वो की करना चाहता है? पाकिस्तान नू हराउणा चाहता है। ठीक है, ओहदा है, किहदा? ओहदा है। कुछ समझ रहे हो? सो हुण ਉਹ ਜੇ ਚਾਹੁੰਦਾ ਹੈ ਕਿ ਬਈ ਮੈਂ ਪਾਕਿਸਤਾਨ ਹਰਾਉਣਾ ਹੈ ਤੇ ਹੁਣ ਉਹ ਉਹਦੇ ਹਿਸਾਬ ਨਾਲ ਫਿਰ ਕੰਮ ਕਰ ਰਿਹਾ, ਖੇਲ ਰਿਹਾ, ਵਧੀਆ ਖੇਲਣ ਦੀ ਕੋਸ਼ਿਸ਼ ਕਰ ਰਿਹਾ, ਵਧੀਆ ਖੇਲ ਰਿਹਾ। ਸਮਝ ਰਹੇ ਹੋ ਕਿ ਨਹੀਂ? ਕਿਉਂਕਿ ਉਹ ਚਾਹੁੰਦਾ ਕਿ ਉਹ ਬਈ ਉਹ ਪੂਰੇ ਵਧੀਆ ਢੰਗ ਨਾਲ ਕਿ ਹਾਂ ਵੀ ਮੈਂ ਇੱਕ ਚੀਜ਼ ਕਰਨੀ ਹੈ, ਉਹ ਕਰ ਰਿਹਾ। ਕੀ ਸਮਝ ਆ ਰਿਹਾ ਕਿ ਨਹੀਂ? ਹੁਣ ਲੈਟ ਸਪੋਜ਼ ਜਦੋਂ ਉਹ ਖੇਲ ਰਿਹਾ ਜਾਂ ਉਹ 6 ਜਾਂ 4 ਮਾਰ ਰਿਹਾ, ਠੀਕ ਹੈ, ਮਾਰ ਤਾਂ ਹੋ ਰਿਹਾ, ਜਿੱਤਣਾ ਤਾਂ ਉਹ ਚਾਹੁੰਦਾ ਹੈ, ਖੁਸ਼ ਪੂਰਾ ਇੰਡੀਆ ਹੀ ਹੋ ਰਿਹਾ, क्योंकि सारा इंडिया भी चाहता है कि हो जाए। मतलब सारा इंडिया चाहता है ना कि मैं भी छक्के मारा। समझ रहे हो कि नहीं? सो छक्का वो मार रहा है, खुशी किनू हो रही है? इंडिया ਨੂੰ। ਅੱਛਾ, ਜਦੋਂ ਉਹ ਇਦਾਂ ਕਰੇਗਾ, ਪਲੇ ਕਰੇਗਾ, ਤਾਂ ਸਾਡਾ ਜਿਹੜਾ ਬਲੀਵ ਹੈ ਜਾਂ ਲੋਕਾਂ ਦਾ ਬਲੀਵ ਹੈ ਸਟਰੋਂਗ ਹੋ ਜਾਂਦਾ। ਅੱਛਾ, ਹੁਣ ਤਾਂ ਜਿੱਤ ਗਏ, ਯੈਸ ਔਰ ਨੋ? ਅੱਛਾ, ਜੇ ਆਊਟ ਹੋ ਗਿਆ ਟੁੱਟ ਵੀ ਜਾਣਾ। ਬਈ ਕੰਮ ਤਾਂ ਉਹ ਕਰ ਰਿਹਾ, ਠੀਕ ਹੈ, ਆਪਣਾ ਕੁਛ ਉਹ 'ਚ ਕੰਮ ਹੈ ਨਹੀਂ। अच्छा, एक और चीज देखते हैं, समझते हैं, थोड़ा समझना है। कोई देखो, जो कोई पर्सन है वो किसी स्ट्रॉन्ग बिलीव दे नाल अपना कोई एक्शन कर रहा है अपने किसी ड्रीम ਨੂੰ ਪੂਰਾ ਕਰਨ ਦੇ ਲਈ, ਉਹ ਸਾਰੀ ਇੰਟਾਇਰ ਜਨਰੇਸ਼ਨ ਦੀ ਸਪਿਰਿਟ ਨੂੰ ਸ਼ੋ ਕਰਦਾ ਹੈ। ਇਹਦਾ ਮਤਲਬ ਕਿ ਬਾਕੀ ਵੀ ਫਿਰ ਉਹਨਾਂ ਅਟੈਚ ਫੀਲ ਕਰਦੇ ਕਿ ਨਹੀਂ? ਐਕਸ਼ਨ ਉਹ ਲੈ ਰਿਹਾ ਬਟ ਇਫੈਕਟ ਨਾਲ ਜੁੜ ਰਹੇ ਦੂਸਰੇ ਪਰਸਨਸ ਕਿ ਅੱਛਾ ਇਹ ਇੱਦਾਂ ਹੋ ਸਕਦਾ, ਸੋ ਉਹਨਾਂ ਨੂੰ ਵੀ ਮੋਟੀਵੇਸ਼ਨ ਮਿਲ ਰਿਹਾ। ਕੀ ਸਮਝ ਪਾ ਰਹੇ ਹੋ ਮੈਂ ਕੀ ਕਹਿ ਰਿਹਾ? ਸੋ ਡੈਫੀਨੇਟਲੀ ਆਪਾਂ ਫਸਟ ਕਹਿ ਸਕਦੇ ਇਹ ਨਾਲ ਕਰੈਕਟ ਹੈ, ਬਟ ਆਪਾਂ ਇਹ ਕਹਿ ਸਕਦੇ ਹਾਂ ਕਿ ਡਿਫਰੈਂਟ ਜਨਰੇਸ਼ਨ ਦੀਆਂ ਐਕਸਪੈਕਟੇਸ਼ਨਸ ਸੇਮ ਨਹੀਂ ਹੁੰਦੀਆਂ। ਇਹ ਸਾਨੂੰ ਪਤਾ ਲੱਗਦਾ ਇੱਥੋਂ ਕਿਤੋਂ? नो। सो आप आंसर की टिक करिए फस्ट। थोड़ा एक बार फिर समझते हैं कि जो कोई परसन अपने ड्रीम ਨੂੰ पूरा ਕਰਨ ਦੇ ਲਈ पूरे स्ट्रॉन्ग बिलीव ਦੇ ਨਾਲ कोई काम करता है तो वो पूरे जनरेशन की स्पिरिट ਨੂੰ रिप्रजेंट करता है कई बार। सो ਦਾ मतलब बाकी जनरेशन है ਜਿਹੜੀ पूरी ਦੀ पूरी ਉਹਨਾਂ ਅਟੈਚਡ फील करती है। समझ रहे हो? आई होप ਤੁਹਾਨੂੰ समझ आ रहा है। सो फॉर एग्जाम्पल, चलो पता नहीं मैंने तुम सुनिया कि नहीं, अन्ना हज़ारे लेट सपोज जो वो कोई पर्टिकुलर ईवेंट के लिए लेट सपोज उन्होंने जिमें कि पहला करप्शन के अगेंस्ट
ਇੱਕ ਮੁਹਿੰਮ ਸਟਾਰਟ ਕੀਤੀ ਸੀ, ਸਮਝ ਰਹੇ ਹੋ। ਸਾਰੇ ਲੋਕੀ ਉੱਥੇ ਨਹੀਂ ਪਹੁੰਚ ਪਾਏ, ਕੁਝ ਪਹੁੰਚੇ, ਠੀਕ ਹੈ। ਸੋ ਬਟ ਕਿ ਲੋਕੀ ਫੀਲ ਤਾਂ ਕਰ ਰਹੇ ਸੀ ਉਹਨਾਂ ਨਾਲ ਅਟੈਚਡ, ਤੇ ਉਹ ਜੋ ਕੰਮ ਕਰ ਰਹੇ ਉਹਨਾਂ ਨਾਲ ਸਟਰੋਂਗ ਬਿਲੀਫ ਦੂਸਰਿਆਂ ਨੂੰ ਮਿਲੇਗਾ ਕਿ ਨਹੀਂ, ਕਿਉਂਕਿ ਸਾਰੇ ਪੂਰੀ ਇੰਡੀਆ ਦੀ ਮਨਸ਼ਾ ਨੂੰ ਰਿਪਰੈਜ਼ੈਂਟ ਕਰ ਰਹੇ ਨਾ ਉਹ। ਕੀ ਸਮਝ ਆ ਰਿਹਾ ਕਿ ਨਹੀਂ? ਮਤਲਬ ਮੈਂ ਮੰਨਦਾ ਕਿ ਡ੍ਰੀਮ ਉਹਨਾਂ ਦਾ ਹੀ ਆ ਉਹ, ਕਿ ਵੀ ਮੈਂ ਆਹ ਚੀਜ਼ ਇੰਡੀਆ 'ਚ ਕਰਾਵਾਂ ਜਾਂ ਇੱਦਾਂ ਹੋਵੇ, ਬਟ ਬਾਕੀ ਵੀ ਤਾਂ ਉਹਨਾਂ ਨਾਲ ਫੀਲ ਕਰ ਰਹੇ। ਸੋ ਕਈ ਵਾਰ ਇੱਦਾਂ ਹੁੰਦਾ ਹੈ ਕਿ ਪਰਸਨ ਕੋਈ ਆਪਣੇ ਡ੍ਰੀਮ ਨੂੰ ਪੂਰਾ ਕਰਨ ਲਈ ਪੂਰੀ ਕਨਵਿਕਸ਼ਨ ਨਾਲ ਕੋਈ ਕੰਮ ਕਰਦਾ ਹੈ, ਤੇ ਉਹ ਪੂਰੀ ਜਨਰੇਸ਼ਨ ਦੀ ਸਪਿਰਿਟ ਨੂੰ ਸ਼ੋਅ ਕਰਦਾ ਹੈ, ਕਿਉਂਕਿ ਸਾਰਾ ਹੀ ਉੱਦਾਂ ਕਰਨਾ ਚਾਹੁੰਦਾ ਹੈ। ਕੀ ਸਮਝ ਆ ਰਿਹਾ ਕਿ ਨਹੀਂ? ਸੋ ਇੱਥੇ ਆਪਣਾ ਫਸਟ ਕਲੀਅਰ ਹੋ ਗਿਆ। ਨੈਕਸਟ ਕੁਐਸਚਨ ਚੈੱਕ ਕਰਦੇ ਹਾਂ। ਟੇਕ ਅ ਰਿਕਰੂਟਮੈਂਟ ਸਿਸਟਮ, ਫॉर एग्जांपल ਟੇਕ ਅ ਰਿਕਰੂਟਮੈਂਟ ਸਿਸਟਮ। ਰਿਕਰੂਟਮੈਂਟ ਸਿਸਟਮ ਪਤਾ ਹੈ ਕੀ ਹੁੰਦਾ ਹੈ? ਜਿੱਥੇ ਪਰਸਨਸ ਨੂੰ ਸਿਲੈਕਟ ਕੀਤਾ ਜਾਂਦਾ ਹੈ, ਰਿਕਰੂਟ ਕੀਤਾ ਜਾਂਦਾ ਹੈ। ਫॉर एग्जांपल ਮਤਲਬ ਐਗਜ਼ਾਮਪਲ ਦੇ ਤੌਰ ਤੇ। ਸੋ ਇੱਕ ਰਿਕਰੂਟਮੈਂਟ ਸਿਸਟਮ ਨੂੰ ਲੈਣੇ ਐਗਜ਼ਾਮਪਲ ਦੇ ਤੌਰ ਤੇ। The company would make an offer to somebody it had rejected 3 months ago. Exclamation sign ਪਾਇਆ, that means a kind of ਐਕਸਪ੍ਰੈਸ ਕਰ ਰਿਹਾ ਆਪਣੀ ਕਿਸੇ ਇਨਫੋਰਮੇਸ਼ਨ ਨੂੰ, ਹੈਰਾਨੀ ਨੂੰ, ਜਾਂ ਕਿਸੇ ਨੂੰ। ਕਹਿੰਦਾ ਕੰਪਨੀ ਕਿਸੇ ਨੂੰ ਆਫਰ ਕਰੇਗੀ ਜਿਹਨੂੰ ਉਹਨੇ 3 ਮਹੀਨੇ ਪਹਿਲਾਂ ਰਿਜੈਕਟ ਕਰ ਦਿੱਤਾ। ਮਤਲਬ 3 ਮਹੀਨੇ ਪਹਿਲਾਂ ਰਿਜੈਕਟ ਕੀਤਾ ਸੀ, ਹੁਣ ਉਹਨੂੰ ਜੌਬ ਆਫਰ ਕਰ ਰਹੀ। ਐਦਾਂ ਹੋਏਗਾ। there was no recruitment database that kept record of that. ਐਦਾਂ ਦਾ ਕੋਈ ਰਿਕਰੂਟਮੈਂਟ ਡਾਟਾਬੇਸ ਸੀਗਾ ਹੀ ਨਹੀਂ ਜਿਹੜਾ ਇਹ ਰਿਕਾਰਡ ਰੱਖ ਸਕੇ ਤੇ ਕੰਪਨੀ ਨੇ ਐਦਾਂ ਕੀਤਾ। 3 ਮਹੀਨੇ ਪਹਿਲਾਂ ਉਹਨੂੰ ਰਿਜੈਕਟ ਕੀਤਾ ਸੀ, ਉਹਨੂੰ ਜੌਬ ਆਫਰ ਕਰਤੀ। ਕੀ ਸਮਝ ਆ ਰਿਹਾ ਕਿ ਨਹੀਂ? ਸੋ ਇਹ 'ਚ ਦੋ ਸਾਡੇ ਕੋਲ ਅਜ਼ੰਪਸ਼ਨਸ ਹੈ। ਪਹਿਲਾ ਕੀ ਹੈ? It is possible to devise a system which would indicate those applicants who were rejected earlier. This company considers 3 months time too short a period to reconsider recruitment decision about a candidate. ਆ ਤਾਂ ਫਸਟ ਆਫ ਆਲ ਸਿੱਧੇ ਪਤਾ ਲੱਗਦਾ ਗਲਤ ਹੈ, ਕਿਉਂਕਿ ਇਹ 'ਚ ਲਿਖਿਆ ਕਿ ਕੰਪਨੀ 3 ਮਹੀਨੇ ਦਾ ਪੀਰੀਅਡ ਨਾ ਬਹੁਤ ਛੋਟਾ ਸਮਝਦੀ ਹੈ ਕਿਸੇ ਕੈਂਡੀਡੇਟ ਨੂੰ ਰੀਕਨਸੀਡਰ ਕਰਨ ਦੇ ਲਈ। ਤੇ ਜੇ ਬਹੁਤ ਛੋਟਾ ਸਮਝਦੀ ਹੈ 3 ਮਹੀਨੇ ਦਾ ਟਾਈਮ, ਤਾਂ ਫਿਰ 3 ਮਹੀਨੇ ਦੇ ਵਿੱਚ ਉਹਨੇ ਦੁਬਾਰਾ ਉਹਨੂੰ ਸਿਲੈਕਟ ਕਿੱਦਾਂ ਕਰ ਲਿਆ ਜਿਹਨੂੰ ਰਿਜੈਕਟ ਕੀਤਾ ਸੀ? ਆਹ ਇਨਫੋਰਮੇਸ਼ਨ ਕਲੀਅਰ ਹੋ ਰਹੀ ਹੈ ਮੈਂ ਕੀ ਕਹਿ ਰਿਹਾ? ਜੇ ਕੋਈ ਕੰਪਨੀ 3 ਮਹੀਨੇ 'ਚ ਕਿਸੇ ਰਿਜੈਕਟਡ ਪਰਸਨ ਨੂੰ ਇੰਪਲੋਈ ਕਰੇਗੀ, ਆਫਰ ਕਰੇਗੀ, ਤਾਂ ਫਿਰ ਉਹਦੇ ਲਈ 3 ਮਹੀਨੇ ਦਾ ਟਾਈਮ ਤਾਂ ਕਾਫੀ ਹੋ ਗਿਆ ਨਾ। ਫਿਰ ਚਲੋ 3 ਮਹੀਨੇ ਹੋ ਗਏ, ਹੁਣ ਇਹਨੂੰ ਕੰਸੀਡਰ ਕਰ ਸਕਦੇ। ਛੋਟਾ ਹੋਏਗਾ ਟਾਈਮ ਪੀਰੀਅਡ ਉਹਦੇ ਲਈ? ਨਹੀਂ ਸਮਝ ਆ ਰਿਹਾ? ਉਹਦੇ ਲਈ ਤੁਸੀਂ ਦੱਸੋ ਛੋਟਾ ਹੋਏਗਾ? ਨਹੀਂ ਨਾ। ਯੈਸ ਔਰ ਨੋ? It is possible to devise a system which would indicate those applicants who were rejected earlier. ਕੀ ਇਹ ਪੋਸੀਬਲ ਹੈ ਕਿ ਇਦਾਂ ਦਾ ਡਿਵਾਈਸ ਕੀਤਾ ਜਾ ਸਕਦਾ ਸਿਸਟਮ ਜਿਹੜਾ ਐਪਲੀਕੈਂਟਸ ਜਿਹੜੇ ਰਿਜੈਕਟ ਹੋਏ ਸੀਗੇ ਉਹਨਾਂ ਨੂੰ ਦੱਸ ਸਕੇ? ਠੀਕ ਹੈ, ਇਹਨੂੰ ਆਪਾਂ ਕਰੈਕਟ ਕਰ ਸਕਦੇ ਹਾਂ, ਕਿਉਂਕਿ ਦੇਖੋ ਆਪਾਂ ਨੂੰ ਜੇ ਦੱਸਿਆ ਗਿਆ ਹੈ ਕਿ 3 ਮਹੀਨੇ ਪਹਿਲਾਂ ਜਿਹਨੂੰ ਰਿਜੈਕਟ ਕੀਤਾ ਸੀ ਕਿ ਉਹਨੂੰ ਕੰਪਨੀ ਨੇ ਆਫਰ ਕੀਤਾ ਜੌਬ ਦੇ ਲਈ। ਸੋ ਦੈਟ ਮੀਨਸ ਫਿਰ ਇੱਦਾਂ ਪੋਸੀਬਲ ਹੀ ਹੋਏਗਾ ਕਿ ਆਪਾਂ ਉਹਨੂੰ ਆਇਡੈਂਟੀਫਾਈ ਕਰ ਸਕੀਏ, ਇੱਦਾਂ ਦਾ ਡਾਟਾਬੇਸ ਆਪਾਂ ਨੂੰ ਮਿਲ ਸਕੇ, ਜਾਂ ਡਾਟਾਬੇਸ ਆਪਾਂ ਲਗਾ ਸਕੀਏ ਜਿਹਨਾਂ ਆਪਾਂ ਨੂੰ ਇਹ ਪਤਾ ਲੱਗ ਸਕਦਾ ਹੋਏ ਕਿ ਜਿਹੜੇ ਪਹਿਲੇ ਐਪਲੀਕੈਂਟਸ ਹੈ ਕਿਹਨੂੰ ਰਿਜੈਕਟ ਕੀਤਾ ਹੋਇਆ। ਮਤਲਬ ਡਾਟਾਬੇਸ ਰੱਖਿਆ ਜਾ ਸਕਦਾ ਕਿ ਨਹੀਂ? ਸੋ ਜਦੋਂ ਇਹਦੀ ਇਨਫੋਰਮੇਸ਼ਨ ਸਾਨੂੰ ਡਿਲੀਵਰ ਕੀਤੀ ਹੈ ਕਿ ਇਹਦਾ ਕੋਈ ਡਾਟਾਬੇਸ ਨਹੀਂ ਸੀਗਾ, ਇਹਦਾ ਮਤਲਬ ਰੱਖਿਆ ਜਾ ਸਕਦਾ ਸੀ ਫਿਰ? ਯੈਸ ਔਰ ਨੋ? ਕੀ ਇਹ ਸਮਝ ਆ ਰਿਹਾ ਕਿ ਨਹੀਂ? ਦੇਖੋ ਜੇ ਮੈਂ ਕਹਾਂ ਕਿ ਇਹਦਾ ਡਾਟਾਬੇਸ ਸਾਡੇ ਕੋਲ ਹੈ ਹੀ ਨਹੀਂ, ਇਸ ਵਾਰ ਸਾਨੂੰ ਪਤਾ ਹੀ ਨਹੀਂ ਕਿ ਉਹ 3 ਮਹੀਨੇ ਪਹਿਲਾਂ ਜਿਹਨੂੰ ਰਿਜੈਕਟ ਕੀਤਾ ਸੀ ਉਹਨੂੰ ਅਸੈਪਟ ਕੀਤਾ, ਦੈਟ ਮੀਨਸ ਇਹਦਾ ਡਾਟਾਬੇਸ ਰੱਖਿਆ ਤਾਂ ਜਾ ਸਕਦਾ ਸੀ, ਮਤਲਬ ਪੋਸੀਬਲ ਸੀਗਾ। ਯੈਸ ਔਰ ਨੋ? ਕਿ ਪੋਸੀਬਲ ਹੀ ਨਹੀਂ ਸੀਗਾ ਕਿ ਡਾਟਾਬੇਸ ਰੱਖ ਹੀ ਨਹੀਂ ਸਕਦੇ? ਆਪਾਂ ਇਹ ਤਾਂ ਨਹੀਂ ਕਹਿ ਸਕਦੇ। ਸੋ ਇੱਥੇ ਆਨਸਰ ਕੀ ਟਿਕ ਕਰਾਂਗੇ ਆਪਾਂ? ਫਸਟ।
everyone does not need to build a 100 crore or 1000 crore company. Small versus big versus super big is a choice that an entrepreneur makes himself depending upon the ambition, values and what he or she likes doing. ਉਹ ਕਹਿੰਦਾ ਹਰ ਕਿਸੇ ਨੂੰ 100 ਕਰੋੜ 1000 ਕਰੋੜ ਦੀ ਕੰਪਨੀ ਬਣਾਉਣ ਦੀ ਲੋੜ ਨਹੀਂ ਹੈ। ਉਹ ਕਹਿੰਦਾ ਛੋਟੀ ਵੱਡੀ ਜਾਂ ਬਹੁਤ ਵੱਡੀ ਇਹ ਇੱਕ ਚੋਇਸ ਹੁੰਦੀ ਹੈ ਜੋ ਕਿ ਐਂਟਰਪ੍ਰੇਨਿਓਰ ਆਪ ਕਰਦਾ ਹੈ। ਸਮਝ ਰਹੇ ਹੋ ਕਿ ਉਹਨੇ ਛੋਟੀ ਕੰਪਨੀ ਬਣਾਉਣੀ, ਬਹੁਤ ਵੱਡੀ ਬਣਾਉਣੀ ਕਿ ਬਹੁਤ ਵੱਡੀ ਬਣਾਉਣੀ ਹੈ, ਇਹ ਇੱਕ ਚੋਇਸ ਹੁੰਦੀ ਹੈ ਜਿਹੜਾ ਐਂਟਰਪ੍ਰੇਨਿਓਰ ਹੁੰਦਾ ਬਿਜ਼ਨਸਮੈਨ। ਇਹ ਆਪ ਕਰਦਾ ਹੈ ਕਿਤੇ ਡਿਪੈਂਡ ਇਹ ਤੇ ਕਿਤੇ ਡਿਪੈਂਡ ਹੁੰਦਾ ਹੈ ਕਿ ਉਹਦੇ ਅੰਬੀਸ਼ਨਸ ਕੀ ਹੈ, ਵੈਲਿਊਜ਼ ਕੀ ਹੈ ਤੇ ਉਹ ਕੀ ਕਰਨਾ ਚਾਹੁੰਦਾ ਹੈ, ਕੀ ਕਰਨਾ ਉਹਨੂੰ ਪਸੰਦ ਹੈ, ਕਿ ਉਹਨੂੰ ਛੋਟੇ ਨਾਲ ਕੰਮ ਕਰਨਾ ਪਸੰਦ ਹੈ ਜਾਂ ਵੱਡੇ ਤੇ। ਕੀ ਸਮਝ ਆਇਆ? ਮੈਂ ਇੱਕ ਵਾਰ ਫਿਰ ਦੱਸਦਾ ਸਟੇਟਮੈਂਟ ਨੂੰ ਪੜ੍ਹ ਲੈਂਦੇ ਹਾਂ। ਕਹਿੰਦਾ ਐਵਰੀਵਨ ਹਰ ਕਿਸੇ ਨੂੰ ਬਿਲਡ ਕਰਨ ਦੇ ਲਈ ਜ਼ਰੂਰਤ ਨਹੀਂ ਹੈ ਕਿ ਉਹ 100 ਕਰੋੜ 1000 ਕਰੋੜ ਦੀ ਕੰਪਨੀ ਬਿਲਡ ਕਰੇ, ਕਿਉਂਕਿ ਛੋਟੀ ਵੱਡੀ ਜਾਂ ਸੁਪਰ ਬਿਗ ਜਿਹੜੀ ਚੋਇਸ ਹੁੰਦੀ ਹੈ ਨਾ, ਐਂਟਰਪ੍ਰੇਨਿਓਰ ਆਪ ਬਣਾਉਂਦਾ ਹੈ। ਉਹ ਕਿਤੇ ਡਿਪੈਂਡੈਂਟ ਹੁੰਦੀ ਹੈ ਉਹ ਉਹਦੇ ਐਂਬੀਸ਼ਨਸ ਤੇ ਵੈਲਿਊਜ਼ ਤੇ ਕੀ ਉਹਨੂੰ ਕਰਨਾ ਪਸੰਦ ਹੈ। ਕੀ ਆ ਸਟੇਟਮੈਂਟ ਸਮਝ ਆ ਗਈ? ਹੁਣ ਇਹ ਤੋਂ ਕੀ ਆਪਾਂ ਅਸਿਊਮ ਕਰਦੇ ਹਾਂ? ਦ ਫਿਗਰਸ ਆਰ ਫॉर द ਟਰਨਓਵਰ ਆਫ ਦ ਕੰਪਨੀ, देयर इज हार्डली एनी डिस्टिंक्शन बिटवीन अ स्मॉल एंड अ बिग कंपनी। आधा तो नहीं कहांगे आप कि वो कहता है कि छोटी वड्डी या बहुत वड्डी कंपनी डिपेंड करता है एंटरप्रेन्योर ओदी की मर्जी है। ਇਹਦਾ ਮਤਲਬ ਇਹ ਹੈ ਕਿ ਛੋਟੀ ਵੱਡੀ ਕੰਪਨੀ 'ਚ ਕੋਈ ਫਰਕ ਹੀ ਨਹੀਂ ਹੁੰਦਾ? ਨਹੀਂ, ਫਰਕ ਤਾਂ ਹੁੰਦਾ ਹੈ। ਕੀ ਇਹ ਸਮਝ ਪਾ ਰਹੇ ਹੋ ਕਿ ਨਹੀਂ? ਤਾਂ ਹੀ ਤਾਂ ਉਹ ਕਹਿ ਰਿਹਾ ਕਿ ਛੋਟੀ ਕੰਪਨੀ ਬਣਾਉਣੀ ਹੈ ਕਿ ਵੱਡੀ ਕੰਪਨੀ, ਐਂਟਰਪ੍ਰੇਨਿਓਰ ਤੇ ਡਿਪੈਂਡ ਕਰਦਾ। ਸੋ ਉਹ 'ਚ ਫਰਕ ਤਾਂ ਹੋਏਗਾ ਕੁਛ। ਜੇ ਕੋਈ ਫਰਕ ਹੀ ਨਹੀਂ ਹੈ ਤਾਂ ਫਿਰ ਆਪਾਂ ਡਿਫਰੈਂਸ਼ੀਏਟ ਕਿਉਂ ਕਰ ਰਹੇ ਹਾਂ ਕਿ ਛੋਟੀ ਕੰਪਨੀ ਬਣਾਉਣੀ ਕਿ ਵੱਡੀ ਕੰਪਨੀ ਬਣਾਉਣੀ? ਕੀ ਇਹ ਕਲੀਅਰ ਹੋ ਰਿਹਾ? ਉਹ ਕਹਿੰਦਾ देयर इज हार्डली एनी डिस्टिंक्शन बिटवीन स्मॉल एंड बिग कंपनी। ਕੀ ਇਹ ਸਹੀ ਹੈ? ਗਲਤ ਹੈ। डिस्टिंक्शन होएगा ਤਾਂ ਹੀ ਤਾਂ ਕਹਿ ਰਿਹਾ ਉਹ ਉੱਪਰ ਐਕਸਪਲੇਨ ਕੀਤਾ ਹੈ ਕਿ ਛੋਟੀ ਬਣਾਉਣੀ ਕਿ ਵੱਡੀ ਕੰਪਨੀ ਬਣਾਉਣੀ ਹੈ, ਇਹ ਉੱਤੇ ਡਿਪੈਂਡ ਕਰਦਾ ਹੈ ਐਂਟਰਪ੍ਰੇਨਿਓਰ ਤੇ। ਕੀ ਕਲੀਅਰ ਹੋ ਗਿਆ? ਸੈਕਿੰਡ ਗਲਤ ਹੈ। ਫਸਟ ਕੀ ਹੈ? ਉਹ ਕਹਿੰਦਾ ਜਿਹੜੀਆਂ ਫਿਗਰਸ ਹੈ ਉਹ ਕੰਪਨੀ ਦੀ ਟਰਨਓਵਰ ਦੇ ਲਈ ਹੈ। ਟਰਨਓਵਰ ਕੀ ਹੁੰਦਾ ਹੈ? ਜਿੰਨਾ ਰੈਵਨਿਊ ਜਨਰੇਟ ਕੀਤਾ ਹੈ। ਸੋ ਹਰ ਕਿਸੇ ਨੂੰ 100 ਕਰੋੜ 1000 ਕਰੋੜ ਦੀ ਕੰਪਨੀ ਬਣਾਉਣ ਦੀ ਜ਼ਰੂਰਤ ਨਹੀਂ ਹੈ। ਸੋ ਕੀ ਆਪਾਂ ਨੂੰ ਪਤਾ ਲੱਗਦਾ ਕਿ ਕੰਪਨੀ ਦੀ ਟਰਨਓਵਰ ਦੀ ਬਾਰੇ ਗੱਲ ਹੋ ਰਹੀ ਹੈ। ਅੱਛਾ, ਕੰਪਨੀ ਦੀ ਵੈਲਿਊਏਸ਼ਨ ਕਿੱਦਾਂ ਹੁੰਦੀ ਹੈ? ਲੈਟਸ ਸਪੋਜ਼ ਕੰਪਨੀ ਨੇ ਬੜਾ ਪੈਸਾ ਲਗਾਇਆ ਬਟ ਉਹਦਾ ਕੋਈ ਪ੍ਰੋਡਕਟ ਵਿਕਦਾ ਹੀ ਨਹੀਂ ਹੈ। ਯਾਦ ਰੱਖੋ ਉਸ ਕੰਪਨੀ 'ਚ ਜਿੰਨਾ ਪੈਸਾ ਲੱਗਿਆ ਉਹਦੇ ਹਿਸਾਬ ਨਾਲ ਵੈਲਿਊਏਸ਼ਨ ਨਹੀਂ ਹੋਏਗੀ। ਫॉर एग्जांपल ਜੇ ਮੈਂ ਕਹਾਂ ਜਿਹੜਾ ਨੋਕੀਆ ਕੰਪਨੀ ਹੈ ਉਹਦੀ ਪਹਿਲੀ ਜਿਹੜੀ ਉਹਦਾ ਮਾਰਕੀਟ ਸ਼ੇਅਰ ਜਾਂ ਮਾਰਕੀਟ ਵੈਲਿਊਏਸ਼ਨ 53% ਜਿਹੜਾ ਉਹਦਾ ਮਾਰਕੀਟ ਸ਼ੇਅਰ ਸੀ, ਮਤਲਬ ਉਹ ਦੁਨੀਆ ਦੇ ਵਿੱਚ 53% ਜਿਹੜੇ ਫੋਨਸ ਵਿਕਦੇ ਸੀ ਉਹ ਕਿਹੜੇ ਸੀਗੇ? ਨੋਕੀਆ। ਮੈਂ ਕਹਾਂ ਹੁਣ ਚਲੋ ਇਨਵੈਸਟਮੈਂਟ ਤਾਂ ਉਨੀ ਹੋਏਗੀ। ਹੁਣ ਜਿਹੜਾ ਨੋਕੀਆ ਹੈ ਉਹਦੀ ਮਾਰਕੀਟ ਵੈਲਿਊਏਸ਼ਨ ਬਹੁਤ ਘੱਟ ਗਈ, ਮੇਬੀ 10% ਰਹਿ ਗਈ, 12% ਰਹਿ ਗਈ। ਕੀ ਸਮਝ ਆ ਰਹੇ ਹੋ ਕਿ ਨਹੀਂ? ਸੋ ਦੈਟ ਮੀਨਸ ਉਹਦੇ ਮੋਬਾਈਲ ਹੀ ਉਹਨੇ ਵਿਕਦੇ ਹੁਣ। ਕੰਪਨੀ ਤਾਂ ਉਹੀ ਹੈ, ਓਡੀ ਹੈ। ਸਮਝ ਰਹੇ ਹੋ ਕਿ ਨਹੀਂ? ਇਨਵੈਸਟਰਸ ਉਹੀ ਹੈ, ਸਭ ਕੁਝ ਉਹੀ ਹੈ, ਬਟ ਉਹ ਹੁਣ ਲੈਟਸ ਸਪੋਜ਼ ਤੇ ਫੋਨ ਵਿਕਦੇ ਹੀ ਨਹੀਂ, ਉਹ ਵੈਲਿਊ ਜ਼ੀਰੋ ਹੋ ਜਾਏਗੀ। ਪੈਸਾ ਹੀ ਨਹੀਂ ਮਿਲਣਾ ਕੁਛ, ਜਿਹੜਾ ਪੈਸਾ ਲੱਗਾ ਰਿਹਾ। ਕੀ ਇਹ ਸਮਝ ਪਾ ਰਹੇ ਹੋ ਕਿ ਨਹੀਂ? ਸੋ ਕਿਸੇ ਕੰਪਨੀ ਦੀ ਵੈਲਿਊਏਸ਼ਨ ਕਿਸ ਬੇਸ ਤੇ ਹੁੰਦੀ ਹੈ? ਉਹਦੀ ਟਰਨਓਵਰ ਦੇ ਬੇਸ ਤੇ। ਕੀ ਸਮਝ ਰਹੇ ਹੋ? ਜਦੋਂ ਇੱਦਾਂ ਕਿਹਾ ਹੈ ਕਿ ਹਰ ਕਿਸੇ ਨੂੰ 100 ਕਰੋੜ 1000 ਕਰੋੜ ਵੱਡੀ ਕੰਪਨੀ ਬਣਾਉਣ ਦੀ ਲੋੜ ਨਹੀਂ ਹੈ। ਸੋ ਠੀਕ ਹੈ। ਸੋ ਆਪਾਂ ਨੂੰ ਪਤਾ ਲੱਗਦਾ ਹੈ ਕਿ ਕੋਈ ਨਾ ਕੋਈ ਫਿਗਰਸ ਦੇ ਬੇਸ ਤੇ ਗੱਲ ਕੀਤੀ ਹੋਏਗੀ ਇਹਨੇ। ਜਿਹੜੀਆਂ ਫਿਗਰਸ ਹੈ ਮੋਸਟ ਲਾਈਕਲੀ ਕੀ ਸ਼ੋ ਕਰਦੀਆਂ? ਐਡੀ ਵੱਡੀ ਕੰਪਨੀ 100 ਕਰੋੜ 1000 ਕਰੋੜ ਦੀ ਟਰਨਓਵਰ ਹੋਏਗੀ ਤਾਂ ਹੀ ਉਹ ਕੰਪਨੀ ਐਡੀ ਵੱਡੀ ਆਪਾਂ ਕਹਿ ਸਕਦੇ ਹਾਂ। ਸੋ ਆਪਾਂ ਨੂੰ ਕੀ ਕਲੀਅਰ ਹੁੰਦਾ ਇੱਥੇ? ਆਨਸਰ ਕੀ ਹੈ? ਫਸਟ। ਹੁਣ ਅੱਗੇ ਜਿਹੜੇ ਕੁਐਸਚਨਸ ਹੈ ਉਹ ਸਾਰੇ ਤੁਸੀਂ ਕਰਨੇ। ਠੀਕ ਹੈ, ਹੁਣ ਤੁਸੀਂ ਕੁਇਕਲੀ ਮੈਨੂੰ ਦੱਸੋ ਇਹਨਾਂ ਦੇ ਆਨਸਰਸ ਕੀ ਹੈ। ਦੱਸੋਗੇ ਕਿ ਨਹੀਂ? ਬਟ ਮੈਨੂੰ ਜ਼ਿਆਦਾ ਟਾਈਮ ਨਹੀਂ ਚਾਹੀਦਾ ਤਾਂ ਤੁਸੀਂ ਮੈਨੂੰ ਨਾਲ ਲੌਜੀਕਲ ਆਨਸਰਸ ਵੀ ਦੇ ਸਕਦੇ ਕੀ ਆਨਸਰ। ਪਹਿਲਾ, ਪਲੀਜ਼ ਯੂਜ਼ ਪਬਲਿਕ ਟਰਾਂਸਪੋਰਟ ਟੂ ਅਵੋਇਡ ਟ੍ਰੈਫਿਕ ਕੰਜੈਸ਼ਨ ਡਿਊਰਿੰਗ ਦ ਟ੍ਰੇਡ ਫੇਅਰ। ਪਲੀਜ਼ ਯੂਜ਼ ਪਬਲਿਕ ਟਰਾਂਸਪੋਰਟ। ਪਬਲਿਕ ਟਰਾਂਸਪੋਰਟ ਨੂੰ ਯੂਜ਼ ਕਰੋ ਟ੍ਰੈਫਿਕ ਦੀ ਕੰਜੈਸ਼ਨ ਮਤਲਬ ਭੀੜ ਨੂੰ ਅਵੋਇਡ ਕਰਨ ਦੇ ਲਈ ਟ੍ਰੇਡ ਫੇਅਰ ਦੇ ਟਾਈਮ। ਸਮਝ ਗਏ? ਫੇਅਰ ਤਾਂ ਮਤਲਬ ਨੂੰ ਪਤਾ ਹੈ ਨਾ ਕੀ ਹੁੰਦਾ? ਮੇਲਾ। ਸੋ ਠੀਕ ਹੈ, ਹੁਣ ਦੱਸੋ ਆਹ ਸਟੇਟਮੈਂਟ ਆਈ ਹੈ ਜੀ, ਇਹ ਤੁਸੀਂ ਕੀ ਜ਼ੂਮ ਕਰ ਰਹੇ ਹੋ? ਓਨਲੀ ਪ੍ਰਾਈਵੇਟ ਵਹੀਕਲ ਕਾਜ਼ ਟ੍ਰੈਫਿਕ ਕੰਜੈਸ਼ਨ, ਓਨਲੀ ਵਰਡ ਆ ਗਿਆ। ਮੈਨੀ ਪੀਪਲ possess private vehicles,
बहुत सारे लोगों को प्राइवेट व्हीकल्स है, होगे ताई तक है, फिर भी प्राइवेट व्हीकल यूज ना करो। जो लोगों को ज़्यादा प्राइवेट व्हीकल है ही नहीं, फिर तो कोई गल नहीं, फिर तो कोई दिक्कत ही नहीं है। तो क्या आप कह सकते आंसर किया है सेकंड? क्या समझ आ रहा है कि नहीं? ऊपर उन्होंने कहा जी प्राइवेट व्हीकल यूज ना करिए हो, तो दैट मीन्स फिर प्राइवेट व्हीकल होगे काफ़ी सारे ताई कहते। मैं आंसर अच्छा हूँ दो। फॉर बेटर हेल्थ हैव फ्रूट्स इंस्टेड ऑफ विटामिन सप्लीमेंटिंग टैबलेट्स। वो कहना चंगी हेल्थ ਦੇ ਲਈ फ्रूट्स ਲਓ विटामिन सप्लीमेंटिंग टैबलेट्स ਦੀ ਜਗ੍ਹਾ ਤੇ। समझ रहे? चंगी हेल्थ विटामिन आर एसेंशियल फॉर गुड हेल्थ। बिल्कुल पता लग गया ना, सही है। विटामिन सप्लीमेंटिंग टैबलेट्स डू नॉट हेल्प एट ऑल इन अटेनिंग गुड हेल्थ। इधर अपन नहीं कह सकते। आप समझ रहे हो कि नहीं? तो फर्स्ट आंसर टिक कर दिया है। समझावा कि क्लियर हो गया? इतने एट ऑल लिखे ना, हिंदू ही नहीं मतलब करते नहीं, इधर तो नहीं कह सकते आप तीसरा कर दिया, तीसरा फर्क पाते होगी। एज द डे फॉर रिजल्ट डिक्लेयर्ड फॉर बोर्ड एग्जाम्स क्लोज बाय, जिदा जिदा ਜਿਹੜਾ ਡੇ ਹੈ ਰਿਜ਼ਲਟ ਡਿਕਲੇਰੇਸ਼ਨ ਦਾ ਬੋਰਡ ਐਗਜ਼ਾਮ ਦਾ ਕਲੋਜ਼ ਆਉਂਦਾ ਹੈ, ਦ ਸਟੂਡੈਂਟਸ ਅਵੇਟਿੰਗ देयर ਰਿਜ਼ਲਟ ਸਟਾਰਟਸ ਫੀਲਿੰਗ ਦ ਹੀਟ। ਜਿਹੜੇ ਸਟੂਡੈਂਟਸ ਹੈ ਉਹਦਾ ਵੇਟ ਕਰ ਰਹੇ ਰਿਜ਼ਲਟ ਦਾ, ਉਹ ਉਹਦੀ ਹੀਟ ਫੀਲ ਕਰਨਾ ਸ਼ੁਰੂ ਕਰ ਦਿੰਦੇ, ਮਤਲਬ ਉਹ ਘਬਰਾਣਾ ਸ਼ੁਰੂ ਕਰ ਦਿੰਦੇ, ਫਿਰ ਡਰਨਾ ਸ਼ੁਰੂ ਕਰ ਦਿੰਦੇ। Anxiety levels are more during board exams than any other exams. Some students are more anxious than other students. And anxious ਕੀ ਹੁੰਦਾ ਹੈ? ਉਹ ਪਰਸਨ ਜਿਹੜੇ ਜ਼ਿਆਦਾ ਘਬਰਾਉਂਦੇ, ਠੀਕ ਹੈ, ਡਰਦੇ ਆ। ਉਹ ਕਹਿੰਦਾ ਕੁਝ ਸਟੂਡੈਂਟ ਜ਼ਿਆਦਾ ਡਰਦੇ ਆ ਬਾਕੀਆਂ ਨਾਲੋਂ। ਇੱਦਾਂ ਤਾਂ ਆਪਾਂ ਇਸ ਸਟੇਟਮੈਂਟ ਤੋਂ ਨਹੀਂ ਦੱਸ ਸਕਦੇ। ਸਮਝ ਰਹੇ? ਯੈਸ ਔਰ ਨੋ? ਇੱਥੇ ਸਪੈਸੀਫਿਕਲੀ ਕਿਹਾ ਗਿਆ ਹੈ ਕਿ ਜਦੋਂ ਡਿਕਲੇਰੇਸ਼ਨ ਹੈ ਨਾ ਬੋਰਡ ਐਗਜ਼ਾਮ ਦੀ ਉਹ ਕੋਲ ਆਉਂਦੀ ਤਾਂ ਸਟੂਡੈਂਟਸ ਨਾ ਉਹਦੀ ਹੀਟ ਫੀਲ ਕਰਨਾ ਸ਼ੁਰੂ ਕਰ ਦਿੰਦੇ। ਇਹਦਾ ਮਤਲਬ ਫਿਰ ਇੱਥੇ ਫੋਕਸ ਕਿੱਥੇ ਕੀਤਾ ਗਿਆ? बोर्ड एग्जाम्स से। सो एंगजाइटी लैवल जनरली थोड़ा ज़्यादा होंगे बोर्ड एग्जाम के आप कह सकते हैं, क्योंकि इतने नॉर्मल एग्जाम की गल नहीं की, इतने कि गल की है बोर्ड एग्जाम। ये समझ आ रहा है कि नहीं? अच्छा हूँ पढ़ो तो दसो की आंसर है। ओनली फर्स्ट क्लास सर्विस ग्रेजुएट आर एलिजिबल फॉर द जॉब। सिर्फ फर्स्ट क्लास ग्रेजुएट है जो साइंस ग्रेजुएट है कि इतने साइंस की गल की, सिर्फ फर्स्ट क्लास साइंस ग्रेजुएट जॉब लिए एलिजिबल है। ये स्टेटमेंट है, ये तो पक्की समझ नहीं। Students with graduation other in fields other than science are not as intellectual। तो कहता है ਜਿਹੜੇ ਸਟੂਡੈਂਟਸ ਹੈ ਸਾਇੰਸ ਤੋਂ ਇਲਾਵਾ ਹੋਰ ਕਿਸੇ ਗ੍ਰੈਜੂਏਸ਼ਨ ਫੀਲਡ ਦੇ ਸਮਝਦਾਰ ਨਹੀਂ ਹੁੰਦੇ। ਇੱਦਾਂ ਤਾਂ ਨਹੀਂ ਕਹਿ ਸਕਦੇ। ਹੁਣ ਕੱਲ੍ਹ ਨੂੰ ਇੱਥੇ ਲਿਖਿਆ ਹੋਏਗਾ ਜੀ ਕਾਮਰਸ ਜਾਂ ਆਰਟਸ ਤੋਂ ਤਾਂ ਆਪਾਂ ਕਹਾਂਗੇ ਬਾਕੀ ਨਹੀਂ, ਉਹ ਤਾਂ ਜੌਬ ਰਿਕੁਆਇਰਮੈਂਟ ਹੋਏਗੀ ਕਿ ਨਹੀਂ। ਕੋਰਸਿਸ ਅਦਰ ਦੈਨ ਸਾਇੰਸ ਆਰ ਅਵੇਲੇਬਲ ਐਟ ਗ੍ਰੈਜੂਏਸ਼ਨ ਲੈਵਲ। ਉਹ ਕਹਿੰਦਾ ਗ੍ਰੈਜੂਏਟ ਸਾਇੰਸ ਤੋਂ ਇਲਾਵਾ ਹੋਰ ਕੋਰਸਿਸ ਅਵੇਲੇਬਲ ਹੁੰਦੇ ਗ੍ਰੈਜੂਏਸ਼ਨ ਲੈਵਲ 'ਤੇ। ਇਹ ਸਹੀ ਹੈ, ਹਾਂ ਇਹ ਸਮਝਦੇ ਆ, ਤਾਂ ਹੀ ਤਾਂ ਉਹਨਾਂ ਨੇ ਕਿਹਾ ਕਿ ਇਕੱਲੇ ਸਾਇੰਸ ਵਾਲੇ ਅਪਲਾਈ ਕਰ ਸਕਦੇ। ये समझ आ रहा है? एनीवन फाउंड स्मोकिंग इन द नो स्मोकिंग एरिया। अच्छा नो स्मोकिंग एरिया मतलब फिर उत्थे स्मोकिंग नहीं हो सकती, वुड बी पेनलाइज्ड। ठीक है, ਜਿਹੜਾ भी नो स्मोकिंग एरिया मतलब कोई खास एरिया होएगा, फिर ਜਿਹੜਾ भी ਇੱਥੇ ਸਮੋਕਿੰਗ ਕਰਦਾ ਫੜਿਆ ਗਿਆ, ਠੀਕ ਹੈ, ਜਾਂ ਮਿਲਿਆ ਤਾਂ ਉਹਨੂੰ ਪੈਨਲਟੀ ਹੋਏਗੀ। ਠੀਕ ਹੈ ਜੀ, ਆ ਸਟੇਟਮੈਂਟ ਹੈ, ਦੱਸੋ ਇਹ 'ਚ ਕੀ ਸਮਝਦੇ। देयर आर सेपरेट स्मोकिंग एंड नो स्मोकिंग एरियाज। देयर आर सम पीपल हु डू नॉट स्मोक। ये तो ਆਪਾਂ नहीं कर सकते, आप अपनी जम्पशन नहीं दसनी। ये तो आप ये नहीं दस सकते कि कुछ लोग स्मोक ही नहीं करते। इतने यही लिखा है कि नो स्मोकिंग एरिया पेनल्टी लगेगी, तो अपन ये तो समझ आता है फिर स्मोकिंग एरिया नॉन स्मोकिंग एरिया अलग अलग है जो। समझ आ रहा है कि नहीं? तो आंसर क्या आंदा है? बस आप समझ रहे हैं कि नहीं? अच्छा स्टेटमेंट है 5 ऑप्शन देती हैं, फिर इन्होंने से कोई एक आंसर सही होएगा। The constable has been recommended for a suitable reward by his superior। ਜਿਹੜਾ ਕਾਂਸਟੇਬਲ ਹੈ ਉਹਨੂੰ ਕਾਹਦੇ ਲਈ ਰਿਕਮੈਂਡ ਕੀਤਾ? ਸੂਟੇਬਲ ਰਿਵਾਰਡ ਦੇ ਲਈ ਸੁਪੀਰੀਅਰ ਵੱਲੋਂ, ਇਨ ਰਿਕੋਗਨੀਸ਼ਨ ਆਫ ਹਿਸ ਸਿੰਸੀਅਰ ਡਿਊਟੀ, ਉਹਦੀ ਸਿੰਸੀਅਰ ਡਿਊਟੀ ਦੀ ਰਿਕੋਗਨੀਸ਼ਨ ਦੇ ਵਿੱਚ।
ਰਿਕੋਗਨੀਸ਼ਨ ਸਮਝ ਆ ਕਿ ਨਹੀਂ? ਠੀਕ ਹੈ, ਉਹਦੀ ਸਿੰਸੀਅਰ ਡਿਊਟੀ ਦੀ ਰਿਕੋਗਨੀਸ਼ਨ ਦੇ ਵਿੱਚ ਸੁਪੀਰੀਅਰ ਨੇ ਕਾਂਸਟੇਬਲ ਨੂੰ ਸੂਟੇਬਲ ਰਿਵਾਰਡ ਦੇ ਲਈ ਰਿਕਮੈਂਡ ਕੀਤਾ। ਐਂਡ ਬਸਟਿੰਗ ਆਫ ਸੈਵਰਲ ਗੈਂਗਸ ਆਫ ਕ੍ਰਿਮੀਨਲਸ ਐਕਟਿਵਲੀ ਇਨਵੋਲਵਡ ਇਨ ਲੂਟ ਐਂਡ ਇਨਸੀਡੈਂਟਸ ਆਫ ਪਿਕ ਪॉकेटिंग। ਤੇ ਬਹੁਤ ਸਾਰੇ ਜਿਹੜੇ ਕ੍ਰਿਮੀਨਲ ਸੀਗੇ ਉਹਨਾਂ ਨੂੰ ਫੜਨ ਦੇ ਵਿੱਚ ਜਿਹੜੇ ਕਿ ਇਨਵੋਲਵ ਸੀਗੇ ਪਿਕ ਪॉकेटिंग ਦੇ ਵਿੱਚ ਤੇ ਲੂਟ ਦੇ ਵਿੱਚ। Which of the following can be possible assumption for the above statement? ਇਸ statement ਦੀ possible assumption ਕੀ ਹੋਏਗੀ? ਪਹਿਲਾ, the superior is certain that the recommendation would be denied। superior ਨੂੰ ਪੱਕਾ ਪਤਾ ਹੈ ਕਿ recommendation deny ਹੋ ਜਾਏਗੀ, ਮੰਨੀ ਨਹੀਂ ਜਾਏਗੀ। ਜੇ ਉਹਨੂੰ ਪਤਾ ਹੈ ਕਿ ਮੰਨੀ ਨਹੀਂ ਜਾਏਗੀ ਤਾਂ ਫਿਰ recommendation ਕਿਉਂ ਕਰ ਰਿਹਾ? ये clear हो रहा है कि नहीं? The number of criminals apprehended by this particular constable was exceptionally high। exceptionally मतलब बहुत ज़्यादा। ਜਿਹੜੇ ਨੰਬਰ ਆਫ ਕ੍ਰਿਮੀਨਲਸ ਹੈ ਜਿਹੜੇ ਇਹਨੇ ਫੜੇ ਹੈ ਕਾਂਸਟੇਬਲ ਨੇ, ਉਹ ਬਹੁਤ ਜ਼ਿਆਦਾ ਹਾਈ ਹੈ। ਦ ਕਾਂਸਟੇਬਲ ਡਿਜ਼ਾਇਰਸ ਟੂ ਬੀ ਮੋਨਿਟਰੀਲੀ ਕੰਪਨਸੇਟਡ ਫॉर ਹਿਸ ਐਫਰਟਸ। ਕਿ ਸਾਨੂੰ ਇਹ ਪਤਾ ਲੱਗਦਾ ਕਿ ਕਾਂਸਟੇਬਲ ਦੀ ਇੱਛਾ ਹੈ ਕਿ ਉਹਨੂੰ ਪੈਸਾ ਚਾਹੀਦਾ ਨਹੀਂ। ਦ ਸੁਪੀਰੀਅਰ ਵਾਂਟਸ ਟੂ ਸੈਟ ਐਨ ਐਗਜ਼ਾਮਪਲ ਫॉर ਹਿਸ ਅਦਰ ਜੂਨੀਅਰਸ ਬਾय ਰਿਕਮੈਂਡਿੰਗ ਦ ਰਿਵਾਰਡ। ਜਿਹੜਾ ਸੀਨੀਅਰ ਹੈ ਉਹ ਬਾਕੀ ਜੂਨੀਅਰਸ ਦੇ ਲਈ ਐਗਜ਼ਾਮਪਲ ਸੈੱਟ ਕਰਨਾ ਚਾਹੁੰਦਾ ਹੈ ਰਿਵਾਰਡ ਦੇ ਕੇ। ਇਹ ਵੀ ਆਪਾਂ ਅਸਿਊਮ ਨਹੀਂ ਕਰਾਂਗੇ ਕਿਉਂਕਿ ਇੱਥੇ ਕਿਤੇ ਵੀ ਨਹੀਂ ਲਿਖਿਆ ਕਿ ਉਹਨੂੰ ਰਿਵਾਰਡ ਇਸ ਕਰਕੇ ਦਿੱਤਾ ਜਾ ਰਿਹਾ ਤਾਂ ਕਿ ਬਾਕੀ ਲਈ ਐਗਜ਼ਾਮਪਲ ਸੈੱਟ ਹੋਵੇ। ਨਾ ਨਾ ਨਾ, ਉਹਨੂੰ ਰਿਵਾਰਡ ਕਿਉਂ ਦਿੱਤਾ ਜਾ ਰਿਹਾ ਹੈ? ਦੇਖੋ, ਇਨ ਰਿਕੋਗਨੀਸ਼ਨ ਆਫ ਹਿਜ਼ ਸਿੰਸੀਅਰ ਡਿਊਟੀ ਐਂਡ ਕਿਸ ਕੋਈ ਬੰਦਾ ਜੇ ਵਧੀਆ ਕੰਮ ਕਰੇਗਾ ਤਾਂ ਉਹਨੂੰ ਰਿਵਾਰਡ ਦਿੱਤਾ ਜਾਏਗਾ ਕਿ ਐਗਜ਼ਾਮਪਲ ਦੇਣ ਲਈ ਦਿੱਤਾ? ਇੱਥੇ ਤਾਂ ਲਿਖਿਆ ਨਹੀਂ ਇੱਦਾਂ ਕੁਝ। ਰਿਵਾਰਡਸ ਰਿਕੋਗਨਾਈਜ਼ਿੰਗ ਦ ਸਿੰਸੀਅਰਟੀ ਐਂਡ ਅਕੰਪਲਿਸ਼ਮੈਂਟਸ ਆਫ ਪੁਲਿਸਮੈਨ ਆਰ ਗਿਵਨ। ਠੀਕ ਹੈ, ਇੱਥੇ ਸਿੰਸੀਅਰਟੀ ਵੀ ਕਿਹਾ ਹੈ ਤੇ ਅਕੰਪਲਿਸ਼ਮੈਂਟਸ ਵੀ ਕਿਹਾ ਹੈ। ਆਪਾਂ ਫਿਫਥ ਆਂਸਰ ਟਿਕ ਕਰ ਸਕਦੇ ਬੈਟਰ ਹੈ। ਉਹ ਕਹਿੰਦਾ ਹੈ ਕਿ ਜਿਹੜਾ ਰਿਵਾਰਡਸ ਹੈ ਉਹ ਦਿੱਤੇ ਜਾਂਦੇ ਆ ਸਿੰਸੀਅਰਿਟੀ ਨੂੰ ਤੇ ਅਕੰਪਲਿਸ਼ਮੈਂਟ ਦੇ ਲਈ ਪੁਲਿਸਮੈਨ ਨੂੰ। ਆਈ ਹੋਪ ਤੁਹਾਨੂੰ ਸਮਝ ਆਇਆ। ਸੋ ਸਿੰਸੀਅਰਿਟੀ ਲਈ ਤੇ ਅਕੰਪਲਿਸ਼ਮੈਂਟਸ ਦੇ ਲਈ ਪੁਲਿਸਮੈਨ ਦੇ ਰਿਵਾਰਡਸ ਦਿੱਤੇ ਜਾਂਦੇ। ਸੋ ਸਿੰਸੀਅਰਿਟੀ ਮਤਲਬ ਉਹਨੇ ਵਧੀਆ ਢੰਗ ਨਾਲ ਕੰਮ ਕੀਤਾ ਹੋਏਗਾ ਸਿੰਸੀਅਰ ਬਣ ਕੇ। ਅਕੰਪਲਿਸ਼ਮੈਂਟਸ ਉਹਨੇ ਕਾਫੀ ਕੁਝ ਫਿਰ ਅਚੀਵ ਵੀ ਕੀਤਾ ਹੋਏਗਾ ਐਜ਼ ਅ ਪੁਲਿਸਮੈਨ। आप समझ पा रहे हैं? ਜਦੋਂ ਆ ਸਮਝ ਪਾ ਰਹੇ ਕਿ ਨਹੀਂ? ਰਿਵਾਰਡ ਮਿਲਿਆ ਤਾਂ ਬਟ ਬੇਸਿਸ ਆਪਾਂ ਨੂੰ ਸਮਝ ਆਉਂਦੀਆਂ ਨਾ ਚੀਜ਼ਾਂ। ਇਹ ਕਲੀਅਰ ਹੋ ਗਿਆ? ਆਂਸਰ ਹੈ ਫਿਰ ठीक है। सो नेक्स्ट इन क्वेश्चन ਤੁਸੀਂ ਫਰਦਰ ਟਰਾਈ